जरूर जल्दी। जय गुरु जी, जय गुरु जी। मेरा सत्संग स्टार्ट था पर मैं दोबारा स्टार्ट करती हूँ महाराज की जर्नी। शुक्राना मालिक का और शुक्राना सबदा। मेरी जर्नी ਵਿੱਚ मैं ਦੱਸਿਆ ਸੀਗਾ ਕਿ मैं अपने छोटे बड़े बेटे ਦੀ ਤਬੀਅਤ ਖਰਾਬ ਹੋ ਗਈ ਸੀਗੀ ਤਾਂ ਮੈਨੂੰ ਮਹਾਰਾਜ ਨੇ ਬਲੈਸ ਕੀਤਾ। ਉਹਦੇ ਬਾਅਦ ਮੈਂ ਗੁਰੂ ਜੀ ਦੇ ਸਰੂਪ ਵਾਸਤੇ ਥੋੜਾ मतलब एक आया ना कि महाराज ਦਾ ਸਰੂਪ ਹੋਣਾ ਚਾਹੀਦਾ ਹੈ। ਤਾਂ ਮਹਾਰਾਜ ਦੇ ਸਰੂਪ ਵਾਸਤੇ ਹਲੇ ਸੋਚਿਆ ਹੀ ਸੀਗਾ ਤਾਂ ਕਿ ਆਪਣੇ ਮੇਰੇ ਬੜੇ ਬੇਟੇ ਦੀ ਸਕੂਲ ਟੀਚਰ ਹੈ, ਕਲਾਸ ਟੀਚਰ ਦਾ ਪੀਟੀਐਮ ਸੀਗਾ, ਅਸੀਂ ਗਏ। देन ਉਹਦੇ ਬਾਅਦ ਉਸके साथ ऐसी मैं जनरली ਆਪਾਂ ਗੱਲ ਕਰਦੇ ਰਹੇ ਕਿ ਇਦਾਂ ਇਦਾਂ ਮੈਂ ਗੁਰੂ ਜੀ ਤੋਂ ਉਹਨੇ ਕਿਹਾ ਹਾਂ ਹਾਂ ਮੇਰੀ ਮਦਰ ਵੀ ਮੰਨਦੀ ਹੈ ਇਦਾਂ ਮੈਂ ਤੁਹਾਨੂੰ ਸਰੂਪ ਲਿਆ ਦਾਂਗੀ। ਇੱਕ ਦਿਨ ਇਦਾਂ ਹੀ ਹੋਇਆ, ਉਹਦੀ ਮਦਰ ਬੜੇ ਮੰਦਿਰ ਤੋਂ ਮੇਰੇ ਲਈ ਸਰੂਪ ਲੈ ਕੇ ਆਈ। ਮਹਾਰਾਜ ਦੀ ਮਰਜ਼ੀ ਹੋਈ ਕਿ ਵੀ ਆਂਦੀ ਤਾਂ ਉਹ ਮੈਨੂੰ ਸਕੂਲੋਂ मेरा बेटा लेके आया। थैंक यू आंटी। तो क्या हुआ कि ऐसा हुआ कि मेरे को वो स्वरूप मिला और स्वरूप वो मुझे जो मिला बड़े मंदिर से, मतलब जिसके भी थ्रू मिला वो महाराज की मर्जी थी, महाराज की प्लानिंग थी। संगत जी वो महाराज को मेरे घर में जो स्वरूप आया उसमें आज तक एक ऐसी ब्लेसिंग है उस स्वरूप के अंदर। मैंने वो अब मतलब जब वो आया ना तब नहीं नोटिस किया। मैंने क्या किया उसको ना, जैसे हम पहले पहले महाराज किसी भी चीज से जुड़ते हैं, देखो जब हम रूहानी ताकत जो बेअंत रूहानी ताकत होती है उसको मतलब हमें एक्सेप्ट करने में बहुत, क्योंकि हम इंसान हैं और हमारे कर्म ऐसे होते हैं ना कि हम लोग इस चीज को बहुत जल्दी कनेक्ट नहीं कर पाते। पर महाराज की जब कृपा होती है ना तो वो सारी दुनिया पीछे हो जाती है। सबसे पहले मेरा महाराज, मतलब उस महाराज के साथ कनेक्ट हो जाते हैं हम लोग कि हमें कुछ भी फिर पता नहीं चलता हम क्या करेंगे क्या नहीं करेंगे। तो क्या हुआ, मैंने महाराज का स्वरूप कोने में मंदिर में रख दिया। मैंने कहा महाराज कोई देखूगा पता नहीं की कहोगा किन्नू मान रहे किन्नू नहीं है, ठीक है अपनी लाइफ है, मदर इन लॉ भी है, इन लॉज हैं, सब है। तो एनीवे महाराज की ऐसी कृपा हुई कि उसमें वो चीज कुछ नहीं कहा। मेरे अंकल ने आए और उन्होंने देखा ये स्वरूप को, तो ये स्वरूप को देखा तो बोला कि आंटी ये ठीक है कि तू गुरुजी को मान रही है लेकिन ये सब मत कर कि स्वरूप भी लगा लो ये भी कर लो ये सब देखो। तो मैंने उनको कुछ नहीं कहा। मैंने कहा कोई बात नहीं, सबकी अपनी अपनी जर्नी है। जब मैं जुड़ जाऊंगी, मैं क्या होता है जब महाराज ने हमें जोड़ा ही है तो परिवार को भी जोड़ेंगे। ਤਾਂ ਏਦਾਂ ਹੀ ਕਰਦੇ ਕਰਦੇ ਮੈਂ ਸਰੂਪ ਸਾਡਾ ਕੋਨੇ ਤੋਂ ਮੇਰੇ ਮਨ ਚ ਹੁੰਦਾ ਸੀ ਮਹਾਰਾਜ ਸਾਹਮਣੇ ਆ ਜਾਓ, ਮਹਾਰਾਜ ਸਾਹਮਣੇ ਆ ਜਾਓ, ਕੁਛ ਏਦਾਂ ਦਾ ਕਰ ਲੋ, ਏਦਾਂ ਦੀ ਬਲੇਸਿੰਗਸ ਦੇ ਦਿਓ ਕਿ ਮੈਂ ਤੁਹਾਡਾ ਸਰੂਪ ਸਭ ਤੇ ਅੱਗੇ ਲਿਆਵਾਂ। ਤੇ ਸਾਡੀ ਜਰਨੀ ਦੇ ਅੰਦਰ ਮਹਾਰਾਜ ਦਾ ਸਰੂਪ ਤਾਂ ਆ ਗਿਆ ਲੇਕਿਨ ਉਸ ਚੀਜ਼ ਨੂੰ ਕਿੱਦਾਂ ਰੱਖਣਾ ਹੈ ਕੀ ਕਰਨਾ ਮੈਨੂੰ ਕੁਛ ਨਹੀਂ ਪਤਾ ਸੀਗਾ। ਲੇਕਿਨ ਨਾ ਜਦੋਂ ਮਹਾਰਾਜ ਦੀ ਕਿਰਪਾ ਬਖਸ਼ਣੀ ਸ਼ੁਰੂ ਹੋ ਜਾਂਦੀ ਹੈ ਨਾ ਤਾਂ ਆਪਾਂ ਨਾ ਮਹਾਰਾਜ ਦੀ ਚੀਜ਼ਾਂ ਮਤਲਬ ਮਹਾਰਾਜ ਆਪੇ ਆਪੇ ਕਨੈਕਸ਼ਨ ਪਲਾਨਿੰਗ, ਇਹਨੂੰ ਕਹਿੰਦੇ ਪਲਾਨਿੰਗ। तो मैं ना सत्संग सुनने, सत्संग ਦੇ ਅੰਦਰ ਮਹਾਰਾਜ ਦੇ ਬਰਥਡੇ ਦਾ ਪਤਾ ਚੱਲਿਆ, ਮਹਾਰਾਜ ਦੀ ਸਮਾਧੀ ਡੇ ਦਾ ਪਤਾ ਚੱਲਿਆ ਕਿ ਗੁਰੂ ਜੀ ਇਦਾਂ ਚੋਲਾ ਛੱਡ ਗਏ ਸੀ, ਇਦਾਂ ਇਦਾਂ ਕਰਦੇ 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 ਜਰਨੀ ਧੀਰੇ 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 ਮਨ ਦੇ ਅੰਦਰ ਚੱਲਦੇ 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 ਇਦਾਂ ਪਹੁੰਚ ਗਈ ਕਿ ਮੇਰੇ ਅੰਦਰ ਇਦਾਂ ਦੀ ਹੋਈ ਕਿ ਬਸ ਮਹਾਰਾਜ ਤੇ ਕਿਦਾਂ ਮੈਂ ਮਤਲਬ ਮੈਨੂੰ ਮਹਾਰਾਜ ਨਾਲ ਮਿਲਣਾ ਹੈ, ਮਤਲਬ ਇੱਕ ਹੁੰਦਾ ਹੈ। धीरे धीरे वो ब्लैसिंग शुरू हुई। फिर ठीक है ऐसा अंकल नाल भी गल होनी शुरू हुई तो मैं ना एक शब्द सुनती सी, बिन बिन बोलिया सब किछ जानदा। ਇਹ ਸ਼ਬਦ ਮੇਰੇ ਛੋਟਾ ਬੇਟਾ ਹੈਗਾ, ਉਹ ਕਿੰਨੀ ਵੀ ਗਹਿਰੀ ਨੀਂਦ ਚ ਹੋਵੇ ਜਦੋਂ ਇਹ ਵੱਜ ਜਾਂਦਾ ਹੈ ਨਾ ਇਹ ਵਾਲਾ, ਅਗਰ ਮੈਂ ਸ਼ਬਦ ਕਿਤੇ ਵੀ ਅਚਾਨਕ ਆ ਵੀ ਜਾਏ ਤਾਂ ਇਹ ਸ਼ਬਦ ਦੇ ਅੰਦਰ ਨਾ ਬਿਨ ਬੋਲਿਆ ਸਭ ਕੁਝ ਜਾਣਦਾ, ਸਭ ਕੁਝ ਹੈ ਇਸ ਦੇ ਅੰਦਰ ਮੀਨਿੰਗ। ਤੁਸੀਂ ਕਦੀ ਵੀ ਇਹਨੂੰ ਬੈਠ ਕੇ, ਉਹ ਬਾਣੀ ਇਹੋ ਜੀ ਗੁਰੂ ਜੀ ਨੇ ਬਖਸ਼ੀ ਹੈ ਸਾਨੂੰ ਕਿ ਸਾਡਾ ਜਿੱਦਾਂ ਕਹਿੰਦੇ ਨਾ ਅਸੀਂ ਤਿਆਰ ਹੋ ਕੇ ਜਾਈਏ। ਕਹਿੰਦੇ ਗੁਰੂ ਜੀ ਕਹਿੰਦੇ ਸੀ ਕਿ ਆਪਾਂ ਨੂੰ ਕਿ ਮਤਲਬ ਆਂਟੀਆਂ ਨੂੰ ਕਿ ਸੋਹਣੇ ਬਣ ਕੇ ਆਇਆ ਕਰੋ। ਉਹ ਮੈਂ ਬੜਾ ਸੋਚਦੀ ਸੀਗੀ ਕਿ ਇਹ ਸੋਹਣੇ ਬਣ ਕੇ ਆਇਆ ਕਰੋ ਗੁਰੂ ਜੀ, ਇਹ ਸਭ ਤਾਂ ਮੇਰਾ ਸ਼ੌਂਕ ਨਹੀਂ ਹੈ। ਲੇਕਿਨ ਪਤਾ ਨਹੀਂ ਧੀਰੇ ਧੀਰੇ ਮਹਾਰਾਜ ਨੇ ਉਹ ਚੀਜ਼ ਵੀ ਦੱਸੀ ਕਿ ਸੋਹਣੇ ਬਣ ਕੇ ਆਇਆ ਕਰੋ। ਮਨ ਦੀ ਜਿਹੜੇ ਆਪਣੇ ਮਨ ਨੂੰ ਨਾ ਇਹ ਬਾਣੀ ਸੁਣ ਸੁਣ ਕੇ ਸੋਹਣਾ ਬਣਾਓ, ਕਿਸੇ ਦੇ ਵਾਸਤੇ ਕਿਸੇ ਲਈ ਕੁਛ ਨਾ ਕਰੋ, ਠੀਕ ਹੈ। ਐਨੀਵੇ ਤੁਹਾਨੂੰ ਮੈਂ ਦੱਸਦੀ ਹਾਂ ਪਿੱਛੇ ਤਾਂ ਬਿਨ ਬੋਲਿਆ ਸਭ ਕੁਝ ਜਾਣਦਾ ਮੈਂ ਸ਼ਬਦ ਸੁਣਦੀ ਸੀ ਤਾਂ ਲੱਗਦਾ ਸੀ ਮਹਾਰਾਜ ਮੇਰੇ ਕੋਲ ਹੈ ਬਲੇਸਿੰਗਸ ਦੇ ਰਿਹਾ, ਗੁਰੂ ਜੀ ਮੇਰੇ ਨਾਲ ਨੇ। ਏਦਾਂ ਹੀ ਮੇਰੇ ਇੱਕ ਦਿਨ ਅੰਕਲ ਕਹਿੰਦੇ ਕਿ ਮੈਂ ਅਸੀਂ ਰਹਿੰਦੇ ਸੀ ਗਵਰਨਮੈਂਟ ਫਲੈਟ ਚ, ਉੱਥੇ ਸਾਨੂੰ ਪਰੇਸ਼ਾਨੀਆਂ ਬਹੁਤ ਜ਼ੀਰੋ, ਗੁਰੂ ਜੀ ਨੇ ਬਿਲਕੁਲ ਜ਼ੀਰੋ ਕਰ ਦਿੱਤਾ ਸੀਗਾ।
ਜ਼ੀਰੋ ਕਰ ਦਿੱਤਾ। ਤੇ ਗੁਰੂ ਜੀ ਨੂੰ ਮੈਂ ਇੱਕ ਦਿਨ ਅਰਦਾਸ ਕੀਤੀ, ਗੁਰੂ ਜੀ ਇੱਥੋਂ ਲੈ ਚਲੋ, ਬਹੁਤ ਹੋ ਗਿਆ। ਸੰਗਤ ਜੀ, ਮੇਰੀ ਜੋ ਗੁਰੂ ਜੀ ਦੀ ਜੋ ਪਲਾਨਿੰਗ ਸੀ, ਗੁਰੂ ਜੀ ਨੇ ਜੋ ਬਖਸ਼ਣਾ ਸੀਗਾ, ਉਹ ਮੇਰੀ ਜਰਨੀ ਉਦੋਂ ਸ਼ੁਰੂ ਹੋਈ 2018 ਚ ਮੈਂ ਇੱਥੇ ਆਈ। ਆਪਣਾ ਮੇਰੀ ਸਥਾਨ ਬਦਲਤਾ ਗੁਰੂ ਜੀ ਨੇ 2014 ਚ। ਜੋ ਵੀ ਸਾਡੇ ਪਰੇਸ਼ਾਨੀਆਂ ਆਈਆਂ, ਗੁਰੂ ਜੀ ਨਾਲ 2018 ਚ ਜੋ ਜੁੜੇ ਆ, ਉਹ ਗੁਰੂ ਜੀ ਨੇ ਸਾਨੂੰ ਉੱਥੋਂ ਚੱਕ ਕੇ ਸਾਡਾ ਪਲੇਸ ਚੇਂਜ ਕਰ ਦਿੱਤਾ। ਜਦੋਂ ਸਾਡਾ ਪਲੇਸ ਚੇਂਜ ਕੀਤਾ ਗੁਰੂ ਜੀ ਨੇ, ਗੁਰੂ ਜੀ ਸਾਡੇ ਘਰ ਆਏ, ਮੈਂ ਉਹ ਸਰੂਪ ਗੁਰੂ ਜੀ ਦਾ ਫਰੇਮ ਕਰਵਾਇਆ, ਔਰ ਉਹ ਮੈਂ ਜਦੋਂ ਆਪਣੇ ਘਰ, ਆਪਣੇ ਮੰਦਿਰ ਦੇ ਸਭ ਤੋਂ ਉੱਚੀ ਸਥਾਨ ਤੇ ਰੱਖਿਆ, ਮੇਰੇ ਅੰਕਲ ਦੇ ਨਾਲ ਸਾਂਝਾ ਕਰਕੇ ਉਹ ਰੱਖ ਕੇ, ਉਹ ਗੁਰੂ ਜੀ ਨੇ ਮੈਨੂੰ ਕੀ ਦਿਖਾਇਆ, ਉਹ ਜਿਹੜੇ ਗੁਰੂ ਜੀ ਦੇ ਉਹਦੇ ਵਿੱਚ ਹੱਥ ਹੈ, ਉਹ ਕਦੇ ਵੀ ਛੁਪਦੇ ਨਹੀਂ, ਕਿੰਨੇ ਵੀ ਨੇੜੇ ਕਰ ਲੋ। ਮਹਾਰਾਜ ਦੀ ਇੰਨੀ ਅੱਛੀ ਬਲੇਸਿੰਗ ਹੈ ਕਿ ਉਹ ਹੱਥ ਇੰਨੇ ਲਾਈਟਿੰਗ ਚ ਹੈ, ਪਤਾ ਨਹੀਂ ਉਹ ਆਪਣੀ ਕਨੈਕਸ਼ਨ ਹੈ ਮੇਰਾ। ਮੈਂ ਕਿਸੇ ਨੂੰ ਇਹ ਨਹੀਂ ਕਹੂੰਗੀ ਕਿ ਕਿਸੇ ਨੂੰ ਇਹ ਦਿਖਦਾ, ਸਭ ਦੇ ਆਪਣੇ ਆਪਣੇ ਕਨੈਕਸ਼ਨ ਹੈ ਗੁਰੂ ਜੀ ਦੇ ਨਾਲ। ਤੋਂ ਇਹ ਜਰਨੀ ਮੇਰੀ ਸਟਾਰਟ ਹੋ ਗਈ। ਮੇਰੀ ਜਰਨੀ ਰੋਜ਼ ਮੈਂ ਗੁਰੂ ਜੀ ਦਾ ਜਿੱਦਾਂ ਮਤਲਬ ਗੁਰੂ ਜੀ ਕਰਾਉਂਦੇ ਗਏ, ਮੈਂ ਅੰਮ੍ਰਿਤ ਵੇਲੇ ਕਰਨਾ, ਅੰਮ੍ਰਿਤ ਵੇਲਾ ਦੇ ਨਾਲ ਜੁੜਨਾ, ਬਾਣੀ ਸੁਣਨੀ, ਆਪਣਾ ਆਪਣਾ ਪਾਠ ਕਰਨਾ ਪੰਜ ਬਾਣੀਆਂ ਦਾ, ਸਭ ਕੁਝ ਕਰਦਾ। ਧੀਰੇ 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 ਬਹੁਤ ਅੱਛੀ ਜਰਨੀ ਸ਼ੁਰੂ ਹੋਈ। ਤਾਂ ਸਤਸੰਗ ਮੇਰਾ ਇੱਕ ਬਣਿਆ ਕਿ ਇਦਾਂ ਹੋਇਆ, ਮੇਰੇ ਹਸਬੈਂਡ ਅੰਕਲ ਨੂੰ ਬਹੁਤ ਜ਼ਿਆਦਾ, ਸਾਨੂੰ ਫਾਈਨੈਂਸ਼ਲੀ ਇੰਨਾ ਜ਼ਿਆਦਾ ਪ੍ਰੋਬਲਮ ਆਣੀ ਸ਼ੁਰੂ ਹੋ ਗਈ। ਸਾਡੇ ਮਤਲਬ ਸਾਡੇ ਖਰਚਿਆਂ ਦਾ ਹਿਸਾਬ ਸਮਝ ਹੀ ਨਾ ਆਵੇ, ਕੋਈ ਮਤਲਬ ਕਿੱਦਾਂ ਕਰੀਏ ਕਿੱਦਾਂ ਨਹੀਂ। ਤਾਂ ਮੈਂ ਗੁਰੂ ਜੀ ਨੂੰ ਅਰਦਾਸ ਲਈ, ਗੁਰੂ ਜੀ ਕੀ ਗੱਲ ਹੈ। ਤਾਂ ਕੀ ਹੋਇਆ ਸੰਗਤ ਜੀ, ਮੇਰੇ ਅੰਕਲ ਦੇ ਬਹੁਤ ਵੱਡਾ ਸਤਸੰਗ ਆ। ਮੇਰੇ ਅੰਕਲ, ਅਸੀਂ ਇੰਨੇ ਜ਼ਿਆਦਾ ਨੈਗੇਟਿਵ ਹੋ ਗਏ ਗੁਰੂ ਜੀ ਦੇ ਹੁੰਦੇ ਹੋਏ, ਇੰਨੇ ਨੈਗੇਟਿਵ ਹੋ ਗਏ, ਇੰਨੇ ਨੈਗੇਟਿਵ ਹੋ ਗਏ ਕਿ ਅਸੀਂ ਗੁਰੂ ਜੀ ਨੂੰ ਛੱਡ ਕੇ ਨਾ ਬੜੀ ਅਜੀਬ ਤਰੀਕੇ ਨਾਲ, ਕਦੇ ਇੱਥੇ ਜਾ ਰਹੇ ਹਾਂ ਕਿਸੇ ਉਹ ਪੰਡਤ, ਇੱਕ ਪੰਡਤ ਦੇ ਕੋਲ ਮੇਰਾ ਅੰਕਲ ਚਲੇ ਗਏ। ਮੇਰੇ ਅੰਕਲ ਕਹਿੰਦੇ ਅੱਜ ਮੈਂ ਹੋ ਕੇ ਆਣਾ ਇੱਥੇ। ਸੰਗਤ ਜੀ ਤੁਸੀਂ ਯਕੀਨ ਮੰਨੋ, ਉਹਨੇ ਨਾ ਕਾਲਾ ਧਾਗਾ ਤੁਕਾ ਪਾਤਾ। ਕਹਿੰਦੇ ਨਾ ਜਦ ਵਕਤ ਖਰਾਬ ਹੁੰਦਾ, ਇਹ ਪਰੀਕਸ਼ਾ ਸੀਗੀ ਸਾਡੀ, ਇਹ ਮਹਾਰਾਜ ਪਰੀਕਸ਼ਾ ਲੈਣ ਡਏ ਸੀ। ਤੇ ਕੀ ਹੋਇਆ, ਆਪਾਂ ਗੱਲ ਵਿੱਚ ਪਾ ਕੇ ਆ ਗਏ। ਮੈਂ ਅੰਕਲ ਨੂੰ ਕਿਹਾ ਕੀ ਕਰਕੇ ਆਏ ਹੋ, ਤੇ ਇੱਕ ਦਿਨ ਦੋ ਦਿਨ ਨਿਕਲੇ। ਸੰਗਤ ਜੀ, ਜਦੋਂ ਸਾਡਾ ਇੱਕ ਕਹਿੰਦੇ ਨਾ ਵਿਸ਼ਵਾਸ ਪੱਕਾ ਹੋਵੇ, ਕਦੇ ਕਿੰਨੇ ਵੀ ਬੁਰੀ ਸਥਿਤੀ ਆ ਜਾਏ, ਲੇਕਿਨ ਗੁਰੂ ਮਹਾਰਾਜ ਤੇ ਅਗਰ ਸਾਨੂੰ ਵਿਸ਼ਵਾਸ ਹੈ, ਗੁਰੂ ਜੀ ਵੀ ਫਿਰ ਨਹੀਂ ਛੱਡਦੇ। ਤੇ ਮੇਰੇ ਅੰਕਲ ਨੂੰ ਮੈਂ ਕਿਹਾ ਤੁਸੀਂ ਜਾਓ ਮੰਦਿਰ ਹੋ ਕੇ ਆਓ। ਤੇ ਸੰਗਤ ਜੀ ਕੀ ਹੋਇਆ, ਮੇਰੇ ਅੰਕਲ ਮੰਦਿਰ ਪਹੁੰਚੇ। ਜਿੱਦਾਂ ਪਹਿਲਾਂ ਕਰੋਨਾ ਤੋਂ ਪਹਿਲਾਂ ਸੀਗਾ ਕਿ ਸਮਾਧੀ ਦੇ ਅੰਦਰ ਮੱਥਾ ਟੇਕਣ ਵਾਸਤੇ ਦਿੰਦੇ ਸੀਗੇ। ਤਾਂ ਨਾ ਮੱਥਾ ਟੇਕਿਆ ਉਹਨਾਂ ਨੇ, ਸਮਾਧੀ ਦੇ ਉੱਥੇ ਮੱਥਾ ਟੇਕਿਆ। ਸੰਗਤ ਜੀ ਤੁਸੀਂ ਵਿਸ਼ਵਾਸ ਮੰਨੋ, ਉਹਨਾਂ ਦੇ ਘਰ ਗਲੇ ਵਿੱਚ ਜੋ ਕਾਲਾ ਧਾਗਾ ਬੰਨਿਆ ਹੋਇਆ ਸੀ, ਉਹ ਆਪਣੇ ਆਪ ਹੀ ਗਾਇਬ ਹੋ ਗਿਆ। ਮਤਲਬ ਕਿੱਥੇ ਗਿਰ ਗਿਆ ਉਹਨਾਂ ਨੂੰ ਪਤਾ ਹੀ ਨਹੀਂ। ਔਰ ਉਹ ਸਮਾਧੀ ਤੇ ਮੱਥਾ ਟੇਕਿਆ, ਅੰਕਲ ਸਭ ਤੋਂ ਪਹਿਲਾਂ ਗਏ ਸੀ ਬੜੇ ਮੰਦਿਰ, ਮੈਂ ਨਹੀਂ ਗਈ ਤੇ ਉਹ। ਤਾਂ ਅੰਕਲ ਨੇ ਜਿੱਦਾਂ ਹੀ ਉਹ ਮੱਥਾ ਟੇਕਿਆ, ਉਹਦੇ ਬਾਅਦ ਦੇਖਿਆ ਕਿ ਉਹ ਧਾਗਾ ਹੀ ਨਹੀਂ ਹੈ। ਔਰ ਉਹਨਾਂ ਨੂੰ ਇੰਨੀ ਪੋਜ਼ਿਟਿਵ ਵਾਈਬਸ ਆਈਆਂ, ਇੰਨੀਆਂ ਪੋਜ਼ਿਟਿਵ, ਮਹਾਰਾਜ ਨੇ ਉਹਨਾਂ ਨੂੰ ਵੀ ਆਪਣੇ ਲਾੜੇ ਲਾ ਲਿਆ। ਇਹ ਬਲੇਸਿੰਗਸ ਹੈ, ਇਹ ਪਲਾਨਿੰਗ ਹੈ ਮਹਾਰਾਜ ਦੀ। ਬੇਅੰਤ ਹੈਗੇ ਮਹਾਰਾਜ, ਜੈ ਜੈ ਸ਼ੁਕਰਾਨਾ ਮਹਾਰਾਜ। ਤਾਂ ਸਾਡੀ ਜਰਨੀ ਹੁਣ ਦੋਨੋਂ ਨਾਲ ਸ਼ੁਰੂ ਹੋ ਗਈ। ਫਿਰ ਕਰੋਨਾ ਆਇਆ ਜਦੋਂ, ਉਦੋਂ ਮੈਂ ਮਹਾਰਾਜ ਦਾ ਘਰ ਦੇ ਅੰਦਰ ਛੋਟੀ ਜਿਹੀ ਗੱਦੀ ਲਗਾ ਕੇ ਰੋਜ਼ ਅੰਮ੍ਰਿਤ ਵੇਲਾ ਕਰਨਾ, ਸਤਸੰਗ ਕਰਨਾ ਚਲਿਆ ਸ਼ੁਰੂ ਕਰ ਦਿੱਤਾ ਮੈਂ। ਬਹੁਤ ਤਕਲੀਫਾਂ ਵੀ ਆਈਆਂ, ਬਹੁਤ ਕੁਝ ਗੁਰੂ ਜੀ ਨੇ ਸਿਖਾਇਆ ਵੀ। ਫਿਰ ਧੀਰੇ ਧੀਰੇ ਸੰਗਤ ਜੀ, ਉਹ ਮੈਂ ਮੇਰੇ ਜਦੋਂ 40 ਡੇਜ਼ ਪੂਰੇ 30 ਡੇਜ਼ ਪੂਰੇ ਹੋਏ, ਤਾਂ ਉਹ ਜੋ ਮਤਲਬ ਜੋ ਗੁਰੂ ਜੀ ਦੀ ਜੋਤ ਮੈਂ ਅਖੰਡ ਜੋਤ ਰੱਖੀ ਸੀ, ਉਹਦੇ ਵਿੱਚ ਗੁਰੂ ਜੀ ਨੇ ਆਪਣੇ ਓਮ ਦਰਸ਼ਨ ਦੇ ਮੈਨੂੰ ਦਰਸ਼ਨ ਦਿੱਤੇ। ਔਰ ਮੇਰੇ ਘਰ ਪੂਰੀ ਫ੍ਰੇਗਰੈਂਸ ਹੀ ਫ੍ਰੇਗਰੈਂਸ ਹੋ ਗਈ। ਔਰ ਮੇਰੇ ਬੇਟੇ ਦਾ ਉਸ ਦਿਨ ਬਰਥਡੇ ਸੀ, 7 ਜੂਨ ਨੂੰ ਮੇਰੇ ਬੇਟੇ ਦਾ ਬਰਥਡੇ ਸੀਗਾ। ਉਸ ਦਿਨ 30 ਡੇਜ਼ ਮੇਰੇ ਮਹਾਰਾਜ ਦੇ ਨਾਲ ਪੂਰੇ ਹੋਏ। ਤਾਂ ਜੋਤ ਵਿੱਚ ਮੈਨੂੰ ਦਰਸ਼ਨ ਦਿੱਤੇ ਓਮ ਦੇ। ਤਾਂ ਮੈਂ ਬੜੀ ਖੁਸ਼, ਬੜਾ ਬਲੈਸ ਕੀਤਾ ਮਹਾਰਾਜ ਨੇ ਸਾਨੂੰ। ਇੱਕ ਹੁੰਦਾ ਹੈ ਨਾ ਆਪਣਾ ਆਪਣਾ ਕਨੈਕਸ਼ਨ, ਉਹ ਕਨੈਕਸ਼ਨ ਹੋਰ ਵੱਧ ਗਿਆ। ਚਲੋ ਜੀ, ਇਹ ਜਰਨੀ ਹੋਰ ਅੱਗੇ ਵਧੀ, ਹੋਰ ਵਿਸ਼ਵਾਸ ਪੱਕਾ ਹੋਇਆ। ਮੈਂ ਸਭ ਨੂੰ ਦੱਸਣਾ, ਮੈਂ ਖੁਸ਼ ਹੋ ਕੇ ਬੋਲਣਾ, ਮਹਾਰਾਜ ਇਦਾਂ, ਮਹਾਰਾਜ ਇਦਾਂ, ਮਹਾਰਾਜ ਇਦਾਂ। ਕਹਿੰਦੇ ਨੇ ਜਿਸਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ। ਉਹ ਦੁੱਖ ਸਾਡੇ ਏਦਾਂ ਮੁੱਕਣ ਲੱਗ ਗਏ, ਏਦਾਂ ਮੁੱਕਣ ਲੱਗ ਗਏ ਕਿ ਤੁਸੀਂ ਸੋਚ ਹੀ ਨਹੀਂ ਸਕਦੇ ਹੋ। ਬਾਕੀ ਸਭ ਦੀ ਜਰਨੀ ਹੈ, ਸਭ ਦਾ ਕਨੈਕਸ਼ਨ ਹੈ, ਮੈਂ ਕਿਸੇ ਨੂੰ ਕੁਝ ਨਹੀਂ ਕਰ ਸਕਦੀ। ਲੇਕਿਨ ਹਾਂ, ਫਿਰ ਉਹਦੇ ਬਾਅਦ ਸੰਗਤ ਜੀ ਸਰੂਪ ਦੀ ਗੱਲ ਆਈ। ਹੁਣ ਜਿੱਦਾਂ ਛੋਟਾ ਸਰੂਪ ਸੀ, ਮੈਨੂੰ ਮਨ ਹੋਇਆ ਵੱਡਾ ਹੋਣਾ ਚਾਹੀਦਾ ਸਰੂਪ। ਇਹ ਮਹਾਰਾਜ ਦੀ ਮਰਜ਼ੀ ਹੁੰਦੀ ਹੈ, ਜਿੱਦਾਂ ਮਹਾਰਾਜ ਨੇ ਸਾਡੇ ਘਰ ਆਣਾ ਹੁੰਦਾ ਹੈ, ਛੋਟਾ ਸਰੂਪ ਵੱਡਾ ਸਰੂਪ। ਤੇ ਕੀ ਹੋਇਆ, ਇੱਕ ਦਿਨ ਮੈਨੂੰ ਬੜਾ ਹੋਇਆ ਕਿ ਮੇਰੇ ਅੰਕਲ ਕਹਿੰਦੇ ਨਹੀਂ, ਸਰੂਪ ਸਾਨੂੰ ਅਗਰ ਮਹਾਰਾਜ ਖੁਦ ਦੇਣਗੇ ਨਾ ਵੱਡੇ ਮੰਦਿਰ ਤੋਂ, ਉਦੋਂ ਮੈਂ ਮੰਨੂਗਾ। ਗੁਰੂ ਜੀ ਨੇ ਸਾਡੇ ਐਡਮਿਸ਼ਨ ਕਰ ਲਿਆ। ਸੰਗਤ ਜੀ, 1 ਸਾਲ ਲੰਘ ਗਿਆ, ਚਲਿਆ ਪੂਰਾ ਹੋ ਗਿਆ ਮੇਰਾ। ਠੀਕ ਹੈ, ਮਹਾਰਾਜ ਨੇ ਬਹੁਤ ਅੱਛਾ ਦਿਨ ਕੱਢੇ।
फिर संगत जी की होया, एक दिन ना मेरे अंकल और मैं मंदिर गए, ਉਹਦੇ ਬਾਅਦ ਫਿਰ ਅੰਕਲ ਗਏ ਮੇਰੇ ਮੰਦਿਰ। ਤਾਂ ਉੱਥੇ ਨਾ ਕਿਸੇ ਨੇ ਦੱਸਿਆ ਕਿ ਇਹਦਾ ਸਾਹਮਣੇ ਦੇਖੋ ਹੁਕਮ ਦੀ ਗੱਲ ਹੁੰਦੀ ਆ, ਮਹਾਰਾਜ ਕਿਸੇ ਨੇ ਦੱਸਿਆ ਸਾਹਮਣੇ ਨਾ ਇਦਾਂ ਇਦਾਂ ਸਰੂਪ ਮਿਲਦੇ ਮਹਾਰਾਜ ਦੇ। ਸੰਗਤ ਜੀ ਬਹੁਤ ਵੱਡਾ ਸਤਸੰਗ ਹੈ ਮੇਰੀ ਲਾਈਫ ਦਾ ਹੈ, ਜੋ ਜੋ ਮੈਂ ਸੋਚ ਨਹੀਂ ਸਕਦੀ ਸੀ ਮਹਾਰਾਜ ਨੇ ਉਹ ਬਖਸ਼ਿਆ ਮੈਨੂੰ। ਕੀ ਹੋਇਆ, ਅੰਕਲ ਮੇਰੇ ਨੇ ਸਾਡੇ ਅੰਕਲ ਨੇ ਕੀ ਉਹ ਸਰੂਪ ਲੈਣ ਗਏ ਤਾਂ ਉਹਨਾਂ ਨੂੰ ਪਾਕਟ ਸਰੂਪ ਮਿਲਿਆ। ਉਹ ਸਰੂਪ ਮਿਲਿਆ ਜੋ ਮੈਂ ਸਭ ਤੋਂ ਪਹਿਲਾਂ ਗੁਰੂ ਜੀ ਦੀ ਕਹਿੰਦੇ ਨਾ ਕਈ ਕਈ ਸਰੂਪ ਇਦਾਂ ਹੁੰਦੇ ਕਨੈਕਟੀਵਿਟੀ ਵਾਲੇ, ਉਹ ਕਨੈਕਸ਼ਨ ਮੇਰਾ ਜੋ ਬਣਿਆ ਗੁਰੂ ਜੀ ਦੇ ਨਾਲ ਜਿਹੜੇ ਪਹਿਲੇ ਸਰੂਪ ਨਾਲ, ਉਹੀ ਸਰੂਪ ਪਾਕਟ ਸਰੂਪ ਗੁਰੂ ਜੀ ਦੇ ਮੇਰੇ ਅੰਕਲ ਨੂੰ ਮਿਲਿਆ। ਉਹ ਤਾਂ ਅੰਕਲ ਬੜੇ ਖੁਸ਼ ਕਿ ਮੇਰੀ ਆਂਟੀ ਨੂੰ ਇਹ ਸਰੂਪ ਬਹੁਤ ਪਸੰਦ ਆ, ਪਹਿਲਾ ਸਰੂਪ ਉਹੀ ਮਿਲਿਆ ਗੁਰੂ ਜੀ ਦਾ ਆਸ਼ਰਮ ਲਿਖਿਆ ਹੋਇਆ, ਉਹਦੇ ਪਾਕਟ ਸਰੂਪ ਤੇ ਲੈਮੀਨੇਟਡ ਹੋਇਆ ਹੋਇਆ ਸੀਗਾ। ਫਟਾਫਟ ਉਹ ਘਰ ਆਏ ਤਾਂ ਉਹਨਾਂ ਨੇ ਦਿਖਾਇਆ ਕਿ ਦੇਖ ਮਹਾਰਾਜ ਦੀ ਬਲੇਸਿੰਗ ਅੱਜ ਮੈਨੂੰ ਮਿਲੀ ਹੈ, ਮੇਰਾ ਸਾਡਾ ਐਡਮਿਸ਼ਨ ਕਰ ਦਿੱਤਾ ਮਹਾਰਾਜ ਨੇ। ਸੰਗਤ ਜੀ ਤੁਸੀਂ ਮੰਨੋਗੇ ਨਹੀਂ, ਨਵੰਬਰ 7 ਦੀ ਗੱਲ ਹੈ, ਨਵੰਬਰ 7 ਸਾਨੂੰ ਇਹ ਬਲੇਸਿੰਗ ਮਿਲੀ। ਤਾਂ ਬਲੇਸਿੰਗ ਮਿਲਣ ਦੇ ਬਾਅਦ ਧੀਰੇ ਧੀਰੇ ਸੰਗਤ ਜੀ ਮੇਰੇ ਅੰਕਲ ਦਾ ਬਰਥਡੇ ਹੈ 19 ਨਵੰਬਰ ਦਾ। ਤਾਂ ਜਦੋਂ ਉਹ ਬਲੇਸਿੰਗ ਮਿਲੀ ਤਾਂ 19 ਨਵੰਬਰ ਦੇ ਅੰਦਰ 19 ਨਵੰਬਰ ਦੇ ਅੰਦਰ ਕੀ ਹੋਇਆ ਕਿ ਉਹਨਾਂ ਦਾ ਬਰਥਡੇ ਗੁਰਪੁਰਬ ਸੀਗਾ ਉਦੋਂ, ਜਿੱਦਣ ਮੇਰੇ ਅੰਕਲ ਦਾ ਬਰਥਡੇ ਪਿਆ। ਮੇਰੇ ਅੰਕਲ ਦਾ ਬਰਥਡੇ ਜਿੱਦਣ ਪਿਆ 19 ਨਵੰਬਰ ਸੀ, ਉਹਨਾਂ ਦੀ ਤਬੀਅਤ 17 ਆਫ ਨਵੰਬਰ ਨੂੰ ਥੋੜੀ ਖਰਾਬ ਹੋਣ ਲੱਗੀ। ओके फीवर आना लगा। बहुत बड़ा सत्संग है मेरी लाइफ का, थोड़ा जिहा लंबा लेकिन मैं शॉर्ट करूंगी। गुरु जी महाराज ਦੀ ਦਿਆਨਾ ਤੇ ਕੀ ਹੋਇਆ ਕਿ 17th ਆਫ ਨਵੰਬਰ ਵਿੱਚ ਇਹਨਾਂ ਦੀ ਤਬੀਅਤ ਖਰਾਬ ਹੋਈ, ਫੀਵਰ ਆਇਆ, ਬੋਡੀ ਸ਼ਿਵਰਿੰਗ ਹੋਈ। ਤਾਂ ਉਹਨਾਂ ਨੇ ਕਿਹਾ ਕਿ ਸ਼ਾਇਦ ਠੰਡ ਹੈ ਤਾਂ ਠੰਡ ਲੱਗੀ ਹੋਵੇਗੀ। ਮੈਂ ਕਿਹਾ ਚਲੋ ਠੀਕ ਹੈ, ਅਸੀਂ ਮੈਡੀਸਿਨਸ ਲਿਖਤੀਆਂ, ਨਹੀਂ ਹੋਇਆ 18 ਨੂੰ ਹੋਰ ਜ਼ਿਆਦਾ ਤਬੀਅਤ ਖਰਾਬ ਹੋ ਗਈ। ਬਰਥਡੇ ਆਇਆ, ਮੇਰੇ ਅੰਕਲ ਕਹਿੰਦੇ ਕੋਈ ਗੱਲ ਨਹੀਂ, ਸੈਟਰਡੇ ਫਰਾਈਡੇ ਪੈਂਦਾ ਸੀ ਉਦੋਂ, ਸੈਟਰਡੇ ਸੰਡੇ ਬਣਾ ਲਾਂਗੇ ਇਹ ਉਹ ਕਰਦੇ ਕਰਦੇ ਸੰਗਤ ਜੀ 23 ਨਵੰਬਰ ਹੋ ਗਿਆ। ਮੇਰੇ ਅੰਕਲ ਨੂੰ ਤਬੀਅਤ सब दिखा रहे हैं नहीं ठीक हो रही। तो ਅਸੀਂ ਸਿੱਧਾ ਮੇਰੇ ਡਾਕਟਰ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਤੁਸੀਂ ਡੇਂਗੂ ਵੇਂਗੂ ਸਭ ਚੈੱਕ ਕਰਾ ਲਿਆ, ਇਹਨਾਂ ਨੂੰ ਤੁਸੀਂ ਹਸਪੀਟਲ ਲੈ ਜਾਓ। ਤੇ ਸੰਗਤ ਜੀ ਸਾਨੂੰ ਲੱਗਾ ਕਿ ਚਲੋ ਕੋਈ ਵਾਇਰਲ ਹੋਏਗਾ ਤਾਂ ਅਸੀਂ ਚੈੱਕ ਕਰਾ ਲੈਂਦੇ ਹਾਂ। ਸੰਗਤ ਜੀ ਅਸੀਂ ਉੱਥੇ ਹਸਪੀਟਲ ਗਏ, ਇਹਨਾਂ ਨੂੰ ਅਸੀਂ ਐਡਮਿਟ ਕਰਾਇਆ। ਇਹਨਾਂ ਦਾ ਕੋਈ ਟੈਸਟਿੰਗ ਸ਼ੁਰੂ ਹੋ ਗਈ, ਇੱਕ ਟੈਸਟ ਕਰ, ਦੋ ਟੈਸਟ ਕਰ, 28 ਟੈਸਟ ਇਹਨਾਂ ਦੇ ਹੋਏ, ਸਾਰੇ ਨੈਗੇਟਿਵ। ਕੋਈ ਵੀ ਚੀਜ਼ ਡਾਇਗਨਾਈਜ਼ ਨਹੀਂ ਹੋ ਰਹੀ ਹੈ ਕਿ ਕੀ ਹੋ ਰਿਹਾ। ਉਸ ਅਸੀਂ ਪਹਿਲੇ ਦਿਨ ਗਏ, 2 ਦਿਨ 3 ਦਿਨ 4 ਦਿਨ ਸੰਗਤ ਜੀ ਉਹ ਪਾਕਟ ਸਰੂਪ ਮੇਰੇ ਨਾਲ, ਮੈਂ ਉਹਨਾਂ ਦੇ ਪਿੱਲੋ ਦੇ ਥੱਲੇ ਰੱਖਾ। ਮੈਂ ਕਿਹਾ ਮਹਾਰਾਜ ਤੁਸੀਂ ਰੱਖਣਾ। ਕੀ ਹੋਇਆ, 5 ਦਿਨ ਨਿਕਲੇ, ਮੇਰੇ ਅੰਕਲ ਦਾ एक्चुअली मोशन एंड यूरिन बिल्कुल ब्लॉकेज हो गया, गॉल ब्लैडर भरन लग गया, नहीं समझ आ रहा कि इन्फेक्शन हो गया कि नहीं होया। फिर अपनी जर्नी चली, 6वां दिन निकलिया, 7वां दिन निकलिया, नहीं समझ आ रहा, मेमोरी लॉस्ट हो गया। अंकल नु कुछ पता ही नहीं है किथे आ किथे नहीं आ। संगत जी 10 दिन निकल गए, समझ ही नहीं आ रहा की हो रहा की नहीं हो रहा। ਸੰਗਤ ਜੀ ਅਸੀਂ ਕੀ ਹੋਇਆ, ਜਿੱਦਾਂ ਆਪ ਸਭ ਦੇ ਲਾਈਫ ਦੇ ਅੰਦਰ ਇੰਸ਼ੋਰੈਂਸ ਹੁੰਦੀ ਹੈ ਨਾ, ਤਾਂ ਅਸੀਂ ਵੀ ਇੰਸ਼ੋਰੈਂਸ ਕਰਾ ਰੱਖੀ ਸੀ, ਸਾਡੀ ਆਫਿਸ ਵੱਲੋਂ ਵੀ ਸੀ। ਉਹ ਸੰਗਤ ਜੀ ਅਸੀਂ ਸੋਚੇ ਥੋੜਾ ਜਿਹਾ ਕੁਝ ਹੋਊਗਾ, ਅਸੀਂ ਆਫਿਸ ਮੈਂ ਇਸ ਲਈ ਦੱਸ ਰਹੀ ਹਾਂ, ਇਹ ਵੀ ਸਤਸੰਗ ਹੈ ਮੇਰਾ ਇੱਕ। ਮਹਾਰਾਜ ਕਿੱਦਾਂ ਹਰ ਚੀਜ਼ ਨੂੰ ਪਲਾਨ ਕਰਦੇ ਔਰ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਉਂਦੇ। ਤੇ ਸੰਗਤ ਜੀ ਕੀ ਹੋਇਆ, ਅੰਕਲ ਦਾ 10 ਦਿਨ ਨਿਕਲ ਗਏ, ਡਾਇਗਨਾਈਜ਼ ਨਹੀਂ ਹੋ ਪਾ ਰਿਹਾ। ਉੱਥੇ ਮੇਰੀ ਆਫਿਸ਼ੀਅਲ ਜੋ ਸਾਡੀ ਕਹਿੰਦੇ ਨਾ ਇੰਸ਼ੋਰੈਂਸ ਲੱਗੀ ਹੋਈ ਸੀ, ਉਹ ਖਤਮ ਹੋਣ ਵਾਲੀ ਸੀਗੀ। ਤਾਂ ਉਹਨਾਂ ਨੇ ਕਿਹਾ ਸਾਨੂੰ ਡਾਕਟਰ ਨੇ ਕਿ ਭਈਆ ਇਹਦੀ ਤਾਂ ਇੰਸ਼ੋਰੈਂਸ ਪੀਰੀਅਡ ਜੋ ਤੁਹਾਡਾ ਚੱਲ ਰਿਹਾ ਹੈ ਖਤਮ ਹੋਣ ਵਾਲਾ ਹੈ, ਤੁਸੀਂ ਇਹ ਦੇਖੋ ਕਿ ਤੁਸੀਂ ਕੋਈ ਹੈ ਦੂਸਰੀ। ਤੇ ਸੰਗਤ ਜੀ 10 ਦਿਨ ਹੋਏ, ਮੇਰਾ ਪਹਿਲਾਂ ਤਾਂ ਸਮਝ ਨਹੀਂ ਆਇਆ ਕੀ ਹੋਇਆ ਕੀ ਨਹੀਂ ਹੋਇਆ। ਉਹਦੇ ਬਾਅਦ ਮੇਰੀ ਜਿਹੜੀ ਇੰਸ਼ੋਰੈਂਸ ਹੈ ਉਹ ਮੈਂ ਚੇਂਜ ਕਰਾਉਣ ਵਾਸਤੇ ਤਿਆਰ ਹੋਈ ਕਿ ਹਾਂ ਹਾਂ ਅੱਜ ਕਰਾ ਦਿੰਦੇ ਹਾਂ। ਤਾਂ ਉਹਦੇ ਵਾਸਤੇ ਅਸੀਂ ਆਪਾਂ ਨੂੰ ਨਾ ਕੈਸ਼ ਦੇਣਾ ਪੈਂਦਾ। ਔਰ ਸੰਗਤ ਜੀ ਦੇਖੋ ਐਕਚੁਅਲੀ ਮੈਂ ਇੱਕ ਕਹਿੰਦੇ ਨਾ ਸਾਡਾ ਘਰ ਦੇ ਅੰਦਰ ਮੇਰੇ ਹਸਬੈਂਡ ਹੀ ਐਸੇ ਫਾਈਨੈਂਸ਼ਲੀ ਸਾਰੀ ਚੀਜ਼ਾਂ ਸੰਭਾਲਦੇ ਸੀਗੇ। ਤੇ ਕੀ ਹੋਇਆ, ਮੈਂ ਕਿੱਦਾਂ ਕਰਾਂ, ਮੈਂ ਬੈਂਕ ਕਦੋਂ ਜਾਵਾਂ, ਰਾਤ ਦੇ 8 ਵਜੇ ਮੈਂ ਕਿੱਦਾਂ ਬੈਂਕ ਚੋਂ ਪੈਸੇ ਕੱਢ ਕੇ ਲੈ ਕੇ ਆਵਾਂ ਮੈਂ, ਕਿਉਂਕਿ ਸਭ ਕੀਤਾ ਨਹੀਂ ਸੀਗਾ। ਤਾਂ ਮੈਂ ਤਾਂ ਮੈਨੂੰ ਪਾਸਵਰਡ ਪਤਾ ਨਾ ਕੁਝ ਪਤਾ। ਤੇ ਸੰਗਤ ਜੀ ਤੁਸੀਂ ਦੇਖੋ ਗੁਰੂ ਜੀ ਦੀ ਪਲਾਨਿੰਗ ਦੇਖੋ, ਇਹਦੇ ਵਿੱਚ ਮਹਾਰਾਜ ਦੀ ਇਤਨੀ ਮਤਲਬ ਕਸ਼ਟ ਸੀਗਾ
ਉਹ ਕਸ਼ਟ ਅੱਜ ਮੈਂ ਤੁਹਾਨੂੰ ਸੁਣਾਉਣ ਵਾਸਤੇ ਇੰਨੀ ਖੁਸ਼ੀ ਹੁੰਦੀ, ਕਿਉਂ? ਕਿਉਂਕਿ ਉਹ ਮਹਾਰਾਜ ਦੀ ਬਲੇਸਿੰਗ ਸੀਗੀ, ਮਹਾਰਾਜ ਨੇ ਪਤਾ ਨਹੀਂ ਕਿਹੜੀ ਚੀਜ਼ ਕੱਟੀ ਸੀ ਸਾਡੀ। ਮੈਂ ਕੀ ਹੋਇਆ, ਹੁਣ ਕੀ ਕਰਾਂ ਕੀ ਕਰਾਂ, 30,000 ਰੁਪੀਸ ਮੈਨੂੰ ਰੀਐਡਮਿਸ਼ਨ ਵਾਸਤੇ ਸਾਡੀ ਸੈਕਿੰਡ ਪਰਸਨਲ ਇੰਸ਼ੋਰੈਂਸ ਅਸੀਂ ਦੇਣੀ ਸੀਗੀ। ਉਹ ਕਹਿੰਦੇ ਹੋ ਜਾਏਗਾ, ਲੇਕਿਨ ਤੁਸੀਂ 30,000 कैश सबमिट करना होएगा। तो मैंने कहा अच्छा है 30,000। संगत जी प्लानिंग देखो, मेरा फोन नहीं मेरे कोल, ठीक है, अंकल दे फोन दे अंदर बार बार एक ही नाम, मेरी एक आंटी हैगे है, बार बार उन्हों का नाम अगे आ रहा, मतलब मेरी आंटी अंकल दे फोन दे अंदर उन्हों का नाम ब्लिंक कर रहा है। क्यों कर रहे हैं नहीं समझ आ रहा। मेरे फादर आए, ਮੇਰੇ ਫਾਦਰ ਬੋਲੇ ਮੈਂ ਐਸੇ ਐਸੇ ਦਦਾ ਆਪਾਂ ਨੂੰ ਚਾਹੀਦਾ ਕੈਸ਼। ਤੇ ਕੀ ਹੋਇਆ ਆਂਟੀ, ਫਿਰ ਉਹਨਾਂ ਨਾਲ ਗੱਲ ਹੋ ਕੇ ਸੰਗਤ ਜੀ ਮੇਰੇ ਫਾਦਰ ਬੋਲੇ 10,000 ਤੂੰ ਮੇਰੇ ਕੋ ਲੈ ਲਾ। ਤੇ ਮੈਂ ਕਿ ਆਪਣੇ ਮਨ ਚ ਉਹਨਾਂ ਨੂੰ ਬੋਲਿਆ ਕਿ 30,000। ਸੰਗਤ ਜੀ ਤੁਸੀਂ ਮੰਨੋਗੇ ਮੇਰੇ ਇਨ-ਲॉज ਮੇਰੇ ਸਾਹਮਣੇ ਬੈਠੇ ਆ, ਠੀਕ ਹੈ, ਉਹ ਆਪਣੀ ਉਹਨਾਂ ਦੀ ਆਪਣੀ ਜਰਨੀ ਸੀ, ਉਹਨਾਂ ਦੀ ਆਪਣੀ ਸੋਚ ਸੀ, ਮੈਨੂੰ ਨਾ ਉਹਨਾਂ ਨੂੰ ਮੈਂ ਦੱਸਿਆ ਮੈਂ ਆਪਣੇ ਚ ਪਰੇਸ਼ਾਨ ਹੋ ਰਹੀ ਹਾਂ। ਹੈ ਗੁਰੂ ਜੀ ਨੇ ਬਲੇਸਿੰਗ ਦੇਣੀ ਸੀ ਨਾ, ਇਸ ਲਈ ਕੋਈ ਅੱਗੇ ਬੋਲ ਨਹੀਂ ਪਾਇਆ। ਤੇ ਕੀ ਹੋਇਆ 10,000 ਪਾਪਾ ਨੇ ਦਿੱਤੇ, ਤੇ ਮੈਂ 20,000 ਕਿੱਦਾਂ ਲਿਆਵਾਂ, ਕਿੱਦਾਂ ਕਿਹਨੂੰ ਕਵਾਂ। ਏਦਾਂ ਹੀ ਹੋਇਆ, ਆਂਟੀ ਦਾ ਨੰਬਰ ਜੋ ਬਲਿੰਕ ਕੀਤਾ, ਮੈਂ ਕੀਤਾ ਉਹਨੂੰ ਫੋਨ, ਔਨ ਰੋਡ ਮੈਂ ਖੜੀ ਫੋਨ ਕਰਦੀ ਪਈ ਆ। ਤਾਂ ਮੈਨੂੰ ਕੀ ਕਹਿੰਦੇ ਆ, ਮੈਂ ਕਿਹਾ ਦੀਦੀ ਏਦਾਂ ਮੈਨੂੰ ਏਦਾਂ ਏਦਾਂ ਕੈਸ਼ ਚਾਹੀਦਾ ਇਹ ਉਹ। ਸੰਗਤ ਜੀ ਤੁਸੀਂ ਦੇਖੋ ਪਲਾਨਿੰਗ, ਮਹਾਰਾਜ ਨੇ ਉਹ ਕਹਿੰਦੇ ਕਿ ਹਾਂ ਹਾਂ ਗੁਰਪ੍ਰੀਤ ਤੂੰ ਲੈ ਜਾ। ਹੁਣੀ ਮੇਰੇ ਜਿਹੜੇ ਰੈਂਟੇਬਲ ਰੈਂਟ ਤੇ ਆਏ ਸੀਗੇ ਉਹ 6 ਮਹੀਨੇ ਤੋਂ ਮੈਨੂੰ ਪੈਸੇ ਨਹੀਂ ਦਿੰਦੇ ਪਏ ਸੀਗੇ, ਹੁਣੀ ਹੁਣੀ 20,000 ਰੁਪੀਸ ਦੇ ਕੇ ਗਏ। ਕੀ ਪਤਾ ਤੇਰੇ ਲਈ, ਦੇਖੋ ਜੈ ਗੁਰੂ ਜੀ, ਸ਼ੁਕਰਾਨਾ ਮੇਰੇ ਮਾਲਿਕ ਦਾ। ਮੈਂ ਰਾਸਤੇ 'ਚ ਖੜੀ ਔਰ ਮੇਰੇ ਇੰਨਾ ਲੰਬਾ ਸ਼ੁਕਰਾਨਾ ਨਿਕਲਿਆ। ਮੈਂ ਕਿਹਾ ਮਹਾਰਾਜ ਤੁਹਾਡੀ ਪਲਾਨਿੰਗ ਕੌਣ ਜਾਣ ਸਕਦਾ, ਤੁਹਾਡੀ ਰਹਿਮਤ ਨੂੰ ਕੋਈ ਜਾਣ ਸਕਦਾ। मेरे संगत जी मैं एडमिट करवाए 30,000 ऑन स्पॉट, अगले दिन जो भी दिते जो जिन्हों देने सी। मैं बहुत शुकराना किया। मैं कल्ले बैठे संगत जी, गुरु जी जो जुड़ जाते ना, जो आप गुरु जी दे नाल कनैक्ट हो जाते हैं तो साडे आंसू नहीं निकलते, इन्ना स्ट्रोंग बना देंगे महाराज सानू। महाराज दी जो ब्लैसिंग्स है, महाराज दी जो कृपा है ना, जो बख्शदी है, वो इंसान नू बहुत चेंज कर देंदा हर तरीके नाल। हर चीजा नाल प्रॉब्लम आती है तां भी ना आवे तां भी शुकराना। ते की होया संगत जी, चलो जी रीएडमिशन हो गया, ए में थोड़ा जिहा लंबा है बस। ते की होया कि 11th डे MRI करवाई अपने अंकल दी, क्योंकि डायग्नोज नहीं हो पा रहा सी, लेकिन इन्हां दा इन्फेक्शन थल्ले फैलदा जा रहा सीगा। डायग्नोज कराया, MRI करवाई, MRI विच कुछ नहीं आया। शिवरिंग बॉडी दी इन्नी ज्यादा सीगी कि मूवमेंट हुई तो माइंड दे अंदर, मतलब उन्होंने कहा दिमाग दा असी MRI करवाना। असी MRI करवान गए, ओदे विच कुछ नहीं होया। मतलब जेड़ा देखो गुरु जी दी ये भी प्लानिंग सी, जदों असी MRI करान गए, MRI करान गए, जो साडे नाल सीगे ਉਹ ਜਿੱਥੇ MRI ਕਰਾਣਗੇ ਉੱਥੇ ਉਹਨਾਂ ਦੀ ਕਲਚਰ ਦਾ ਬੰਦਾ ਸੀ। ਉਹਨੇ ਬੋਲਿਆ ਕਿ ਮਾਈਂਡ ਤਾਂ ਇਹਦਾ ਬਹੁਤ ਸ਼ਾਰਪ ਚੱਲਦਾ ਪਿਆ ਅੰਕਲ ਦਾ, ਕੋਈ ਦਿੱਕਤ ਨਹੀਂ ਹੈ, ਲੇਕਿਨ ਉਹਨਾਂ ਦੀ ਬੋਡੀ ਸ਼ਿਵਰਿੰਗ ਕਰਕੇ ਨਾ ਡਾਕਟਰ ਨੇ ਕਹਿ ਦਿੱਤਾ ਕਿ ਇਹਦੇ ਮਾਈਂਡ 'ਚ ਕੁਝ ਦਿੱਕਤ ਆ ਗਈ ਹੈ। ਓਨਲੀ 1%। ਅਸੀਂ ਤਾਂ ਵੀ ਮੈਂ ਹਿੱਲੀ ਨਹੀਂ, ਮੈਂ ਮਹਾਰਾਜ ਤੇ ਵਿਸ਼ਵਾਸ ਰੱਖਿਆ। 11ਵਾਂ ਦਿਨ ਸੀ ਸੰਗਤ ਜੀ, ਇਹ ਮੈਂ ਦਿਨ ਤੁਹਾਨੂੰ ਇਸ ਲਈ ਦੱਸਦੀ ਪਈ ਹਾਂ ਕਿ ਇਹ ਮਹਾਰਾਜ ਦੇ ਨੰਬਰ ਵੀ ਬਹੁਤ ਮਾਇਨੇ ਰੱਖਦੇ ਆ। ਕੀ ਹੋਇਆ 11ਵੇਂ ਦਿਨ MRI ਹੋਈ ਤਾਂ ਏਦਾਂ ਏਦਾਂ ਹੋਇਆ, ਤਾਂ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਇਹਨਾਂ ਨੂੰ ਨਾ ਮੈਂ ਮੈਡੀਸਿਨਸ ਦੇ ਰਿਹਾ, ਰਾਤ ਭਰ ਹੀ ਚੜਨਗੀਆਂ, ਉਹਦੇ ਬਾਅਦ ਧੀਰੇ 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 ਇਹਨਾਂ ਦੀ ਸ਼ਿਵਰਿੰਗ ਬੰਦ ਹੋ ਜਾਏਗੀ। ਸੰਗਤ ਜੀ ਉਹ ਹੋਇਆ ਉਦਾਂ ਹੀ ਹੋਇਆ ਜਿੱਦਾਂ ਦੱਸਿਆ ਸੀ। ਸੋਚਿਆ ਕਿ ਭਈਆ ਮੈਂਟਲੀ ਕੁਝ ਹੋ ਗਿਆ ਹੋਵੇਗਾ। ਸੰਗਤ ਜੀ 12ਵਾਂ दिन आया, ਇਹਨਾਂ ਦੀ नेक्स्ट डे कुछ और इश्यूज हो गए। संगत जी उन्होंने ना चेक किया, उन्होंने कहा कि MRI दोबारा होएगी, क्योंकि 6 महीने पहला बाद च हुंदी नहीं है, लेकिन किसदा भी करके उन्होंने इंतजाम किया, क्योंकि संगत जी इन्हां दा इन्फेक्शन बढ़दे जा रहा सी थल्ले। मतलब इन्हां दे पैरां दा जो लेग्स सी ना, ਉਹਦੇ ਉੱਤੇ वेट नहीं आ पा रहा सी धीरे धीरे, ਉਹ ਡਿਗਨਾਈਜ਼ नहीं हो रहा सी। संगत जी 11वें दिन तो 12वें दिन दोबारा MRI हुई ਇਹਨਾਂ ਦੇ ਪੂਰੇ ਬੋਡੀ स्पाइनल कॉर्ड ਦੇ ਉਧਰੋਂ, ਤਾਂ ਪਤਾ ਚੱਲਿਆ स्पाइनल कॉर्ड ਦੇ ਅੰਦਰ ਕੁਝ ਐਸਾ ਇਨਫੈਕਸ਼ਨ ਸੀਗਾ ਜੋ 3rd ਸਟੇਜ ਤੇ ਪਤਾ ਚੱਲਦਾ ਹੈ। ਉਹ ਇਨਫੈਕਸ਼ਨ ਸੀਗਾ ਕਿ ਇੱਕ ਫੰਗਲ ਹੋ ਜਾਂਦਾ ਹੈ। I'm not remember that name, but ਉਹ ਫੰਗਲ ਹੋ ਜਾਂਦਾ ਹੈ। ਉਹਦੇ ਵਿੱਚ ਨਾ TB ਅਗਰ ਹੋ ਜਾਏ ਤਾਂ ਬਹੁਤ ਲੰਬਾ ਪ੍ਰੋਸੈਸ ਚੱਲਦਾ। ਸੰਗਤ ਜੀ ਤੁਸੀਂ ਪਲਾਨਿੰਗ ਦੇਖੋ, 3rd ਸਟੇਜ ਤੇ ਪਤਾ ਚੱਲਦਾ ਹੈ। ਮਹਾਰਾਜ ਦੀ ਕਿਰਪਾ ਨਾਲ ਉਹ 1st ਸਟੇਜ ਤੇ ਮੈਨੂੰ ਪਤਾ ਚੱਲਿਆ। ਪਤਾ ਚੱਲਣ ਦੇ ਬਾਅਦ ਉਹ ਫਟਾਫਟ ਉਹਨਾਂ ਨੇ 1 ਘੰਟੇ ਦੇ ਅੰਦਰ ਸਾਰੇ ਪ੍ਰੋਸੀਜਰ ਸ਼ੁਰੂ ਕਰ ਦਿੱਤੇ।
ਕਰਨ ਦੇ ਬਾਅਦ ਡਾਕਟਰ ਨੇ ਦੱਸਿਆ ਜੇ 1 ਘੰਟਾ ਹੋਰ ਲੇਟ ਹੋ ਜਾਂਦੇ ਤਾਂ ਇਹਨਾਂ ਨੂੰ ਪੈਰਾਲਾਈਜ਼ ਹੋ ਜਾਂਦਾ ਨੀਚੇ ਦਾ ਪੂਰਾ। ਸ਼ੁਕਰਾਨਾ ਮੇਰੇ ਮਾਲਿਕ ਦਾ। ਸੰਗਤ ਜੀ 12th ਡੇ ਇਹ ਹੋਇਆ, 13th ਡੇ ਸੰਗਤ ਜੀ ਅੰਕਲ ਨੂੰ ਆਰਾਮ ਆ ਗਿਆ। 13th 13 ਇਹ ਮੇਰੇ ਲਈ ਬਹੁਤ ਵੱਡੀ ਬਲੇਸਿੰਗ ਸੀ। 13 ਦਿਨ ਮੈਂ ਉੱਥੇ ਰਹੀ। 13ਵੇਂ ਦਿਨ ਡਾਕਟਰ ਨੇ ਉਹ ਜਿਹੜਾ ਆਪਣਾ ਡਾਇਗਨਾਈਜ਼ ਹੋਇਆ ਸੀ ਉਸ ਹਿਸਾਬ ਨਾਲ ਦਵਾਈ ਦਿੱਤੀ। ਸੰਗਤ ਜੀ ਮੇਰੇ ਅੰਕਲ ਨੂੰ ਆਰਾਮ ਆਇਆ। ਆਰਾਮ ਆਉਣ ਦੇ ਬਾਅਦ ਸੰਗਤ ਜੀ ਪ੍ਰੋਸੀਜਰ ਬਹੁਤ ਵੱਡੇ ਹੋ ਗਏ ਕਿ ਇਹਨਾਂ ਨੂੰ ਏਦਾਂ ਨਹੀਂ ਕਰਨਾ ਪਏਗਾ, ਇਹਨਾਂ ਨੂੰ ਬਾਈਕ ਨਹੀਂ ਚਲਾਣੀ ਪਏਗੀ, ਇਹ ਕਦੀ ਵੀ ਯੂਰਿਨ ਪਾਸ ਹੋ ਜਾਏਗਾ। ਸੰਗਤ ਜੀ ਇਹ ਸਭ ਬਹੁਤ ਲੰਬਾ ਪ੍ਰੋਸੀਜਰ ਸੀ, ਉਹ ਮੈਂ ਤੁਹਾਨੂੰ ਇੰਨਾ ਐਕਸਪਲੇਨ ਨਹੀਂ ਕਰਾਂਗੀ। ਫਿਰ ਉਹਦੇ ਬਾਅਦ ਅਸੀਂ ਘਰ ਆ ਗਏ, ਛੁੱਟੀ ਹੋ ਗਈ। ਸੰਗਤ ਜੀ ਯੂਰਿਨ ਪਾਈਪਸ ਉਹਦਾ ਲੱਗਿਆ ਹੋਇਆ ਸੀ ਕਿਉਂਕਿ ਅੰਕਲ ਨੂੰ ਯੂਰਿਨ ਪਾਸ ਹੋਣ ਲਈ ਥੋੜੀ ਹਾਲੇ ਪ੍ਰੋਬਲਮ ਸੀਗੀ ਕਿਉਂਕਿ ਥੱਲੇ ਦੀ ਚੀਜ਼ ਵੀਕ ਹੋ ਚੁੱਕੀ ਸੀਗੀ, ਪੂਰੇ ਪੈਰਾਲਾਈਜ਼ ਹੋਣ ਵਾਲਾ ਸੀਗਾ। ਦੈਨ ਅਸੀਂ ਘਰ ਆਏ, ਮੈਨੂੰ ਅੰਕਲ ਨੇ ਸ਼ੇਅਰ ਨਹੀਂ ਕੀਤਾ। ਘਰ ਆਂਦੇ ਹੀ ਮਹਾਰਾਜ ਤੇ ਮੱਥਾ ਟੇਕਿਆ, ਉਹਨਾਂ ਨੂੰ ਫ੍ਰੈਗਰੈਂਸ ਆਈ ਬਹੁਤ ਤੇਜ਼। ਸੰਗਤ ਜੀ ਮੈਂ ਆਪਣਾ ਗੁਰਦੁਆਰੇ ਗਈ, ਮਹਾਰਾਜ ਨੂੰ ਸ਼ੁਕਰਾਨਾ ਕੀਤਾ, ਮੱਥਾ ਟੇਕ ਕੇ ਆਈ। ਤਾਂ ਉਹਦੇ ਨਾਲ 3 ਦਿਨ ਮੈਂ ਅੰਮ੍ਰਿਤ ਵੇਲਾ ਜਾਣ ਲੱਗੀ। ਮੇਰਾ ਗੁਰਦੁਆਰਾ ਬਿਲਕੁਲ ਨਾਲ ਹੈਗਾ ਸਾਡੇ, ਸਵੇਰੇ 4 ਵਜੇ ਪ੍ਰਕਾਸ਼ ਕਰਵਾ ਕੇ ਅੰਮ੍ਰਿਤ ਵੇਲੇ ਮੈਂ ਹੋ ਕੇ ਆਉਂਦੀ ਸੀ। 3rd ਡੇ ਸੰਗਤ ਜੀ ਲਾਸਟ ਥੋੜਾ ਜਿਹਾ ਸਤਸੰਗ ਬਚ ਗਿਆ ਵਾਲਾ। 3rd ਡੇ ਤੁਸੀਂ ਦੀ ਬਲੇਸਿੰਗਸ ਦੇਖੋ ਕਿਦਾਂ ਗੁਰੂ ਜੀ ਕਸ਼ਟ, ਇੰਨਾ ਵੱਡਾ ਕਸ਼ਟ ਇੰਨੇ ਥੋੜੇ ਚ ਕਟਾਉਂਦੇ ਆ। ਕੀ ਹੋਇਆ ਫਿਰ ਉਹਦੇ ਬਾਅਦ 3rd ਡੇ ਮੈਂ ਅੰਮ੍ਰਿਤ ਵੇਲਾ ਕਰਕੇ ਹੀ ਅੰਕਲ ਦੇ ਬੈਗ ਚ ਦੇਖਿਆ ਯੂਰਿਨ ਪਾਸ ਹੀ ਨਹੀਂ ਹੋਇਆ। ਮੈਂ ਕਿਹਾ ਕਿਉਂ ਨਹੀਂ ਹੋਇਆ? ਏਦਾਂ ਹੀ ਕਰਦੇ ਕਰਦੇ ਅਸੀਂ ਦੁਬਾਰਾ ਲੈ ਗਏ ਹਸਪੀਟਲ। ਮੈਂ ਗੁਰੂ ਜੀ ਨੂੰ ਅਰਦਾਸ ਕੀਤੀ, ਗੁਰੂ ਜੀ ਅਸੀਂ ਜਾ ਰਹੇ ਹਾਂ, ਪਲੀਜ਼ ਉਹ ਚੀਜ਼ ਨਾ ਹੋ ਜਾਏ ਕਿ ਜੋ ਦੁਬਾਰਾ ਲੰਬਾ ਪ੍ਰੋਸੀਜਰ ਹੋਇਆ ਸੀ। ਅਰਦਾਸ ਕਰਕੇ ਗਏ ਸੰਗਤ ਜੀ, ਉੱਥੇ ਨਾ ਉਹਨਾਂ ਨੇ ਬ੍ਰੋਕੇਸ਼ਨ ਉਹਨਾਂ ਦੇ ਪਾਈਪ ਕੱਢ ਦਿੱਤਾ ਯੂਰਿਨ ਦਾ। ਉਹਨੇ ਕਿਹਾ ਖੁਦ ਸੈਲਫ ਕਰਕੇ ਆਓ ਤੁਸੀਂ, ਜਿੰਨਾ ਵੀ ਹੋਏ ਪ੍ਰੈਸ਼ਰ। ਇਹਨਾਂ ਨੂੰ ਪਾਣੀ ਪਿਲਾਇਆ। ਸੰਗਤ ਜੀ ਅੱਧੇ ਘੰਟੇ ਦੇ ਅੰਦਰ ਮਹਾਰਾਜ ਦੀ ਕਿਰਪਾ ਨਾਲ ਸੈਲਫ ਯੂਰਿਨ ਪਾਸ ਹੋਣਾ ਸ਼ੁਰੂ ਹੋ ਗਿਆ। ਤਾਂ ਤੁਸੀਂ ਬਲੇਸਿੰਗਸ ਦੇਖੋ, ਮਹਾਰਾਜ ਨੇ 3 ਦਿਨ ਦੇ ਅੰਦਰ ਅੰਕਲ ਨੂੰ ਉਹ ਚੀਜ਼ ਦਾ ਮਤਲਬ ਕਹਿੰਦੇ ਨਾ ਬਖਸ਼ਦੀ, ਜੋ ਡਾਕਟਰ ਹੈਰਾਨ ਰਹਿ ਗਿਆ ਕਿ ਤੁਸੀਂ ਇਹ ਚੀਜ਼ ਇੱਕ ਤਾਂ 3rd ਸਟੇਜ ਤੇ ਇਹ ਚੀਜ਼ ਪਤਾ ਚੱਲਦੀ, ਤੁਹਾਨੂੰ 1st ਸਟੇਜ ਤੇ ਪਤਾ ਚੱਲ ਗਈ। ਟੀਵੀ ਨਹੀਂ ਸੰਗਤ ਜੀ, ਟੀਵੀ ਹੋ ਜਾਂਦਾ ਹੈ ਕਹਿੰਦੇ ਉਹਦੇ ਵਿੱਚ, ਤਾਂ 3 ਇਅਰਸ ਦਾ ਉਹਦਾ ਟ੍ਰੀਟਮੈਂਟ ਹੈ, ਉਹ ਨਹੀਂ ਹੋਇਆ। ਸੰਗਤ ਜੀ ਯੂਰਿਨ ਪਾਸ ਹੋਣਾ ਸ਼ੁਰੂ ਹੋ ਗਿਆ। ਸੰਗਤ ਜੀ ਜੋ ਜਿਸ ਨਿਊਰੋਲੋਜਿਸਟ ਦੇ ਨਾਲ ਅਸੀਂ ਕੀ ਕਹਿੰਦੇ ਆ ਸਾਡਾ ਟ੍ਰੀਟਮੈਂਟ ਚੱਲ ਰਿਹਾ ਸੀ, ਉਹਨਾਂ ਨੇ ਬੋਲਿਆ ਸੀਗਾ 1 ਸਾਲ। ਸੰਗਤ ਜੀ 3 ਮਹੀਨੇ ਦੇ ਅੰਦਰ ਮਹਾਰਾਜ ਨੇ ਬਖਸ਼ੀ, ਉਹ ਬਿਮਾਰੀ ਸਾਡੀ ਦੂਰ ਕਰ ਦਿੱਤੀ। ਅੰਕਲ ਮੇਰੇ ਹਰ ਉਹ ਚੀਜ਼ ਕਰਦੇ ਜੋ ਡਾਕਟਰ ਨੇ ਮਨਾ ਕੀਤੀ ਸੀ, ਕੋਈ ਸਟਰੋਇਡਸ ਨਹੀਂ ਲੈਂਦੇ, ਕੁਛ ਨਹੀਂ ਲੈਂਦੇ, ਮਹਾਰਾਜ ਦਾ ਜਲ ਪ੍ਰਸ਼ਾਦ ਲੈਂਦੇ ਆ। ਉਹਦੇ ਬਾਅਦ ਇਹ ਸਾਡਾ ਸਤਸੰਗ ਇੱਥੇ ਖਤਮ ਹੁੰਦਾ। ਮਹਾਰਾਜ ਨੇ ਬਹੁਤ ਕਿਰਪਾ ਬਖਸ਼ੀ। ਜਦੋਂ ਮਹਾਰਾਜ ਦੇਖੋ ਪਹਿਲਾਂ ਤਾਂ ਮਹਾਰਾਜ ਕੀ ਕਰਦੇ, ਸਾਡਾ ਅਹੰਕਾਰ ਤੋੜਦੇ ਆ। ਪਤਾ ਨਹੀਂ ਕਿਹੜੀ ਚੀਜ਼ਾਂ ਹੁੰਦੀਆਂ, ਕਈ ਵਾਰ ਸਾਨੂੰ ਇੰਨਾ ਹੰਕਾਰ ਆ ਜਾਂਦਾ, ਅਸੀਂ ਇਹ ਕਰਦੇ ਹਾਂ, ਅਸੀਂ ਉਹ ਕਰਦੇ ਹਾਂ। ਇਹ ਹੰਕਾਰ ਮਹਾਰਾਜ ਸਭ ਤੋਂ ਪਹਿਲੇ ਹੰਕਾਰ ਖਤਮ ਕਰਦੇ ਆ। ਫਿਰ ਮਹਾਰਾਜ 1 to 1 ਕਨੈਕਸ਼ਨ ਬਣਾਉਂਦੇ ਆ। ਫਿਰ ਮਹਾਰਾਜ ਬਲੇਸਿੰਗਸ ਦਿੰਦੇ ਆ। ਇਹ ਮਹਾਰਾਜ ਦਾ ਹਰ ਕਿਸੇ ਦੇ ਨਾਲ ਸਭ ਦੀ ਜਰਨੀ ਇੱਕੋ ਜੀ ਹੈ। ਤੁਸੀਂ ਖੁਦ ਦੇਖੋ ਕੀ ਹੋਇਆ ਸੰਗਤ ਜੀ। ਫਿਰ ਉਹਦੇ ਬਾਅਦ ਫਿਰ ਆਪਣਾ ਉਹੀ ਅੰਕਲ ਵੀ ਮੰਨਣ ਲੱਗ ਗਿਆ ਔਰ ਮਹਾਰਾਜ ਦੀ ਧਿਆਨ ਸਭ ਕੁਛ ਨੋਰਮਲ ਹੋਣਾ ਸ਼ੁਰੂ ਹੋ ਗਿਆ। ਫਿਰ ਉਹਦੇ ਬਾਅਦ ਫਿਰ ਜਰਨੀ ਸਾਡੀ ਸ਼ੁਰੂ ਹੋਈ ਮਹਾਰਾਜ ਦੇ ਨਾਲ। ਮਹਾਰਾਜ ਨੇ ਬਹੁਤ ਬਖਸ਼ਿਆ। ਫਿਰ ਉਹਦੇ ਬਾਅਦ ਸੰਗਤ ਜੀ ਇੱਕ ਹੋਰ ਸਤਸੰਗ ਸੁਣਾਉਂਦੀਆਂ। ਕੀ ਹੋਇਆ ਇੱਕ ਦਿਨ ਮੈਂ ਬੜੇ ਮੰਦਿਰ ਬਹੁਤ ਰੇਅਰ ਜਾਂਦੀ ਸੀਗੀ। ਮੈਂ ਕਹਿੰਦੀ ਸੀ ਮਹਾਰਾਜ ਸਭ ਬੜੇ ਮੰਦਿਰ ਜਾਂਦੇ ਆ, ਮੈਂ ਨਹੀਂ ਜਾ ਪਾਉਂਦੀ। ਇੱਕ ਦਿਨ ਏਦਾਂ ਹੀ ਮੈਨੂੰ ਸੰਗਤ ਮਿਲੀ, ਉਹ ਬੋਲਦੇ ਕਿ ਗੁਰਪ੍ਰੀਤ ਚੱਲੇਂਗੇ, ਅਸੀਂ ਮੰਡੇ ਉੱਤੇ ਜਾਂਦੇ ਹਾਂ। ਸੰਗਤ ਜੀ ਮੇਰੀ ਜਰਨੀ ਸ਼ੁਰੂ ਹੋਈ। ਮੈਂ ਬੜੇ ਮੰਦਿਰ ਜਾਣਾ, ਸ਼ੁਕਰਾਨਾ ਕਰਨਾ, ਸਭ ਕਰਨਾ। ਮੈਂ ਨਾ ਬੜਾ ਸੋਚਦੀ ਸੀ ਇਹ ਲੌਕਟ ਬ੍ਰੇਸਲੇਟਸ ਕਿਦਾਂ ਲੋਕੀ ਇੰਨੇ ਸੋਹਣੇ ਸੋਹਣੇ ਗੁਰੂ ਜੀ ਦੇ ਸਰੂਪ ਦੇ ਪਾਉਂਦੇ ਆ ਯਾਰ। ਮੈਨੂੰ ਇੱਕ ਦਿਨ ਮੈਂ ਮੱਥਾ ਟੇਕਿਆ ਗੁਰੂ ਜੀ ਨੂੰ ਦਰਬਾਰ ਦੇ ਅੰਦਰ। ਮਹਾਰਾਜ ਨੂੰ ਮੈਂ ਕਿਹਾ ਮਹਾਰਾਜ ਮੈਨੂੰ ਵੀ ਇੱਕ ਬਲੇਸਿੰਗ ਚਾਹੀਦੀ ਹੈ। ਸੰਗਤ ਜੀ ਮੈਂ ਏਦਾਂ ਹੀ ਉਹ ਦਰਬਾਰ 'ਚ ਮੱਥਾ ਟੇਕਦੀ ਹੋਈ ਆ ਰਹੀ ਹਾਂ, ਬਾਹਰ ਵੀ ਨਿਕਲ ਆਈ, ਜੋੜੇ ਵੀ ਪਾ ਲਏ। ਮੇਰੇ ਮਨ 'ਚ ਮੈਂ ਮੱਥਾ ਮੋੜ ਕੇ ਟੇਕਿਆ, ਮੇਰੇ ਮਨ 'ਚ ਇਹੀ ਚੱਲਦਾ ਰਿਹਾ ਕਿ ਮਹਾਰਾਜ ਤੁਸੀਂ ਬਲੇਸਿੰਗ ਨਹੀਂ ਦੇ ਸਕਦੇ। ਤਾਂ ਸੰਗਤ ਜੀ ਮੈਂ ਚੱਲ ਰਹੀ, ਮੇਰੇ ਨਾਲ ਇੱਕ ਅੰਕਲ ਚੱਲ ਰਿਹਾ, ਕਹਿੰਦੇ ਆਂਟੀ ਆਂਟੀ। ਉਹਨਾਂ ਨੇ ਮੇਰਾ ਹੱਥ ਫੜਿਆ ਔਰ ਮੈਂ ਉਹਨੂੰ ਉਹਦੇ ਵਿੱਚ ਇੱਕ ਬ੍ਰੇਸਲੇਟ ਦਿੱਤਾ। ਸ਼ੁਕਰਾਨਾ ਮਾਲਿਕ ਦਾ। ਇਹ ਛੋਟੀ ਛੋਟੀ ਚੀਜ਼ਾਂ ਜਦੋਂ ਮਹਾਰਾਜ ਦੇ ਨਾਲ ਕਨੈਕਟ ਹੋ ਜਾਓ ਨਾ, ਤੇ ਇਹ ਛੋਟੀ ਛੋਟੀ ਚੀਜ਼ਾਂ ਗੁਰੂ ਜੀ ਇੰਨਾ ਖੁਸ਼ ਰੱਖਦੇ ਆ ਨਾ, ਸੰਗਤ ਨੂੰ ਇੰਨਾ ਸਟਰੋਂਗ ਬਣਾਉਂਦੇ ਆ, ਇਤਨੀ ਪੋਜ਼ਿਟਿਵਿਟੀ ਲਿਆ ਦਿੰਦੇ ਆ। ਇੱਕ ਛੋਟਾ ਜਿਹਾ ਬ੍ਰੇਸਲੇਟ ਮਹਾਰਾਜ ਦੇ ਨਾਮ ਦਾ ਮਿਲਿਆ, ਉਹ ਬਿਨਾਂ ਮੰਗੇ ਮਿਲਿਆ। ਤਾਂ ਮੈਨੂੰ ਉਹੀ ਸ਼ਬਦ ਯਾਦ ਆ ਗਿਆ, ਬਿਨ ਬੋਲਿਆ ਸਭ ਕੁਝ ਜਾਣਦਾ। ਮਹਾਰਾਜ ਕਹਿੰਦੇ ਮੰਨੋ, ਮਹਾਰਾਜ ਦੀ ਮੰਨੋ, ਮੰਗੋ ਨਹੀਂ।
ਤਾਂ ਉਹ ਚੀਜ਼ ਸਿਖਾਈ ਗੁਰੂ ਜੀ ਨੇ ਸਿਖਾਈ। ਅਸੀਂ ਨਹੀਂ ਕਰ ਸਕਦੇ, ਅਸੀਂ ਇੰਨੇ ਇੰਨੇ ਸਾਡੇ ਕਰਮ ਗੰਦੇ ਹੁੰਦੇ ਆ, ਸਾਨੂੰ ਅਸੀਂ ਨਹੀਂ ਕਰ ਸਕਦੇ, ਮਹਾਰਾਜ ਸਿਖਾਉਂਦੇ। ਅਗਰ ਮਹਾਰਾਜ ਤੇ ਛੋੜਨਾ ਸ਼ੁਰੂ ਕਰੋ, ਮਹਾਰਾਜ ਹੀ ਛੁਡਵਾਉਂਦੇ ਆ ਸਭ ਕੁਝ। ਫਿਰ ਸੰਗਤ ਜੀ ਉਹਦੇ ਬਾਅਦ ਕੀ ਹੋਇਆ, ਗੁਰੂ ਜੀ ਦੇ ਨਾਲ ਫਿਰ ਆਪਣਾ ਮੰਦਿਰ ਜਾਣਾ ਸ਼ੁਰੂ ਕੀਤਾ। ਮੇਰੇ ਪੈਰਾਂ ਵਿੱਚ ਪ੍ਰੋਬਲਮ ਆ ਗਈ ਸੰਗਤ ਜੀ, ਮੇਰੇ ਵੇਟ ਆਣਾ ਬੰਦ ਹੋ ਗਿਆ। ਮਤਲਬ ਜਦੋਂ ਇੱਕਦਮ ਅਗਰ ਮੈਂ ਬੈਠਦੀ ਸੀ, ਮੈਂ ਇੱਕਦਮ ਖੜੀ ਨਹੀਂ ਹੋ ਪਾਉਂਦੀ ਸੀਗੀ। ਮੈਂ ਸਤਸੰਗ ਜਾਂਦੀ ਸੀਗੀ ਤਾਂ ਮੇਰੇ ਮਨ ਚ ਰਹਿੰਦਾ ਸੀ, ਯਾਰ ਕਿੱਦਾਂ ਹੋਏਗਾ, ਕੀ ਕਰਾਂਗੀ, ਕਿੱਦਾਂ ਮੈਂ ਫਟਾਫਟ, ਮੈਂ ਏਦਾਂ ਕਿਉਂ ਨਹੀਂ ਜਲਦੀ ਮਤਲਬ ਗਲਤ ਥਾਟਸ। ਕੀ ਹੋਇਆ ਸੰਗਤ ਜੀ, ਇੱਕ ਦਿਨ ਮੈਂ ਮੰਦਿਰ ਗਈ, ਮੈਂ ਗੁਰੂ ਜੀ ਨੂੰ ਕਿਹਾ, ਗੁਰੂ ਜੀ ਇਹ ਚੀਜ਼ ਕਿਉਂ ਕੀਤੀ ਹੈ ਤੁਸੀਂ, ਮੈਂ ਮੇਰਾ ਏਦਾਂ, ਮੈਨੂੰ ਦੱਸੋ ਨਾ ਇਹ ਕੀ ਪ੍ਰੋਬਲਮ ਹੈ। ਸੰਗਤ ਜੀ ਤੁਸੀਂ ਮੰਨੋਗੇ, ਮੈਂ ਜੋੜੇ ਘਰ ਚ ਆਪਣੇ ਜੋੜੇ ਪਾ ਰਹੀ ਹਾਂ, ਜੋੜੇ ਪਾਉਂਦੇ ਹੀ ਇੱਕ ਅੰਕਲ ਆਏ। ਅੰਕਲ ਇੱਕ ਆਂਟੀ ਨੂੰ ਬਲੇਸਿੰਗਸ ਦੇ ਰਹੇ ਸੀ, ਕਿ ਮੈਨੂੰ ਪੁੱਛਿਆ ਤਾਂ ਅੰਕਲ ਤੁਸੀਂ ਬਲੇਸਿੰਗ ਦੇ ਰਹੇ ਹੋ, ਤਾਂ ਉਹਨਾਂ ਨੇ ਮੇਰੇ ਹੱਥ ਵਿੱਚ ਰੱਖਿਆ, ਲੈ ਆਂਟੀ ਇਹ ਪੈਰ ਚ ਪਾ ਲਈ। ਉਹ ਸੰਗਤ ਜੀ ਮੈਨੂੰ ਇੰਨੀ ਸਾਰੀ ਸੰਗਤਾਂ ਮਿਲੀਆਂ, ਉਹ ਕਹਿੰਦੀਆਂ ਬੜੇ ਮੰਦਰ ਤੈਨੂੰ ਪੈਰਾਂ ਚੋਂ ਲੈ ਵਾਸਤੇ ਬ੍ਰੇਸਲੇਟ ਉਹ ਮਿਲਿਆ, ਐਂਕਲੇਟ, ਉਹਦੇ ਵਿੱਚ ਬਟਰਫਲਾਈ ਸੀ ਸੰਗਤ ਜੀ, ਬਹੁਤ ਸੋਹਣਾ। ਸੰਗਤ ਜੀ ਉਹ ਮੈਨੂੰ ਮਿਲਿਆ। ਉਹਦੇ ਬਾਅਦ ਸੰਗਤ ਜੀ ਮੈਂ ਜਦੋਂ ਘਰ ਆਈ, ਮੈਂ ਆਪਣਾ ਮੱਥਾ ਟੇਕ ਕੇ ਸ਼ੁਕਰਾਨਾ ਕੀਤਾ, ਤਾਂ ਗੁਰੂ ਜੀ ਦੇ ਜੋ ਚਰਨ ਸਰੂਪ ਸੀਗੇ ਸੰਗਤ ਜੀ, ਮੇਰੇ ਕੋ ਨਾ, ਮੈਂ ਗੁਰੂ ਜੀ ਦਾ ਨਾ ਕਦੀ ਸਰੂਪ ਵਗੈਰਾ, ਮੇਰੇ ਅੰਕਲ ਕਹਿੰਦੇ ਸੀ ਖਰੀਦਾਂਗੇ ਨਹੀਂ, ਜਦੋਂ ਜੋ ਮਿਲੇਗਾ ਅਸੀਂ ਉਹ ਰੱਖਾਂਗੇ। ਤਾਂ ਸੰਗਤ ਜੀ ਮੈਂ ਨਾ ਚਰਨ ਸਭ ਤੋਂ ਪਹਿਲਾਂ ਖਰੀਦੇ ਸੀਗੇ। ਤਾਂ ਉਹ ਚਰਨ ਮੈਂ ਇਹ ਇਸ ਲਈ ਦੱਸ ਰਹੀ ਤੁਹਾਨੂੰ, ਵਿੱਚ ਵਿੱਚ ਉਹਦੇ ਬਾਅਦ ਚ ਮੈਂ ਇਹਦਾ ਚਰਨ ਦਾ ਵੀ ਤੁਹਾਨੂੰ ਸਤਸੰਗ ਦੱਸਾਂਗੀ। ਤਾਂ ਉਹ ਚਰਨ ਨਾ, ਮੈਂ ਉਹਨਾਂ ਦੇ ਮੱਥਾ ਟੇਕਿਆ, ਮੈਂ ਕਿਹਾ ਥੈਂਕ ਯੂ ਗੁਰੂ ਜੀ, ਤੁਸੀਂ ਇੰਨਾ ਪਿਆਰ ਕਰਦੇ ਹੋ ਮਹਾਰਾਜ, ਤੁਸੀਂ ਆਪਣੇ ਬੱਚੇ ਨੂੰ ਇੰਨੇ ਪਿਆਰ। ਤੇ ਕੀ ਹੋਇਆ ਸੰਗਤ ਜੀ, ਮੈਂ ਦੇਖਿਆ ਮੇਰੇ ਗੁਰੂ ਜੀ ਦੇ ਜੋ ਚਰਨ ਮੈਂ ਆਪਣੇ ਮੰਦਿਰ ਚ ਰੱਖੇ ਹੋਏ ਸੀ, ਪੂਰੇ ਬਲੂ, ਜਿੱਦਾਂ ਨੀਲ ਪੈ ਜਾਂਦਾ ਹੈ ਨਾ, ਉਦਾਂ ਮੈਂ ਉਸ ਚੀਜ਼ ਨੂੰ, ਮੈਨੂੰ ਨਹੀਂ ਸਮਝ ਆਇਆ ਕਿਉਂ ਆ, ਪੂਰੇ ਗੁਰੂ ਜੀ ਦੇ ਚਰਨ ਸਰੂਪ ਦੇ ਅੰਦਰ ਪੂਰਾ ਪੂਰਾ ਬਲੂ, ਜਿੱਦਾਂ ਨੀਲ ਪੈ ਜਾਂਦੇ ਆ। ਮੈਂ ਕਿਹਨੂੰ ਪੁੱਛਾਂ, ਕਿਸ ਲਈ, ਮੈਂ ਇੱਕ ਸੰਗਤ ਨੂੰ ਪੁੱਛਿਆ, ਤਾਂ ਉਹਨਾਂ ਨੇ ਕਿਹਾ ਹਾਂ ਮਹਾਰਾਜ ਆਪਣੇ ਉੱਪਰ ਕਸ਼ਟ ਲੈਂਦੇ ਆ। ਮੈਂ ਬਹੁਤ ਸ਼ੁਕਰਾਨਾ ਕੀਤਾ, ਮੈਂ ਬਹੁਤ ਰੋਈ, ਗੁਰੂ ਜੀ ਏਦਾਂ ਨਾ ਕਰੋ, ਠੀਕ ਹੈ ਸਭ ਚੀਜ਼ਾਂ, ਲੇਕਿਨ ਹਮਾਰੇ ਮਹਾਰਾਜ ਨੂੰ ਤਕਲੀਫ ਚ ਹੋਣਗੇ ਤਾਂ ਅਸੀਂ ਦੇਖ ਸਕਦੇ ਹਾਂ। ਏਦਾਂ ਹੀ ਮਹਾਰਾਜ ਹੈ ਸਾਡੇ, ਕਿ ਇੱਕ ਸੰਗਤ ਇੱਕ ਪੈਰ ਵੱਧਦੀ ਹੈ ਤਾਂ ਗੁਰੂ ਜੀ 100 ਪੈਰ ਵਧਾਉਂਦੇ। ਸੰਗਤ ਜੀ ਇਹ ਵੀ ਸਤਸੰਗ ਸੀਗਾ। ਤਾਂ ਧੀਰੇ ਧੀਰੇ ਜਿੱਦਾਂ ਮਹਾਰਾਜ ਦੇ ਚਰਨ ਸਹੀ ਹੋਣ ਲੱਗ ਗਏ, ਤੇ ਮੇਰੇ ਪੈਰਾਂ ਦਾ ਵੀ ਦਰਦ ਠੀਕ ਹੋਣਾ ਸ਼ੁਰੂ ਹੋ ਗਿਆ। ਤੇ ਸੰਗਤ ਜੀ ਮੇਰੇ ਅੰਦਰ ਨਾ ਇਹ ਹੋਇਆ ਕਿ ਯਾਰ ਇਹ ਗੁਰੂ ਜੀ ਦੇ ਮੈਂ ਤਾਂ ਖਰੀਦੇ ਹੋਏ ਆ। ਸੰਗਤ ਜੀ ਤੁਸੀਂ ਇਹ ਵੀ ਸਤਸੰਗ ਬਹੁਤ ਅੱਛਾ ਸਤਸੰਗ ਹੈ, ਕਿ ਮੈਨੂੰ ਨਾ ਮਨ ਚ ਇਹੀ ਹੁੰਦਾ ਸੀ, ਸਭ ਨੂੰ ਕਹਿੰਦੀ ਸੀ ਯਾਰ ਮੈਂ ਚਰਨ ਸਰੂਪ ਲਊਂਗੀ ਨਾ ਤਾਂ ਗੁਰੂ ਜੀ ਦੇ ਫਰੇਮ ਵਾਲੇ ਲੂੰਗੀ, ਮੇਰੇ ਕੋਲ ਲੈਮੀਨੇਟਡ ਸੀਗੇ, ਉਹ ਲੈਮਿਨੇਟ ਸੀਗੇ। ਮੈਂ ਕਿਹਾ ਗੁਰੂ ਜੀ ਮੈਂ ਤਾਂ ਹੁਣ ਗੁਰੂ ਜੀ ਦੇ ਜੋ ਵੀ ਚਰਨ ਸਰੂਪ ਲੂੰਗੀ ਨਾ, ਤੇ ਫਰੇਮ ਵਾਲੇ ਲੂੰਗੀ, ਫਰੇਮ ਵਾਲੇ ਲੂੰਗੀ। ਤਾਂ ਕੀ ਹੋਇਆ ਸੰਗਤ ਜੀ, ਮੈਨੂੰ ਨਾ ਗੁਰੂ ਜੀ ਦਾ ਡ੍ਰੀਮ ਵਗੈਰਾ ਸੋਚਦੇ ਸੀ ਨਾ, ਯਾਰ ਕਿੱਦਾਂ ਗੁਰੂ ਜੀ ਦੇ ਡ੍ਰੀਮ ਆਉਂਦੇ ਆ, ਮੈਨੂੰ ਤਾਂ ਨਹੀਂ ਆ ਪਾਉਂਦੇ ਕਦੀ ਨਾ। ਮੈਂ ਗੁਰੂ ਜੀ ਨੂੰ ਬੜਾ ਕਹਿੰਦੀ ਸੀ, ਗੁਰੂ ਜੀ ਇੱਕ ਵਾਰ ਤਾਂ ਸੁਪਨੇ ਚ ਆ ਜਾਓ। ਲੇਕਿਨ ਕੀ ਹੋਇਆ ਸੰਗਤ ਜੀ, ਇੱਕ ਦਿਨ ਮੈਂ ਸੁੱਤੇ, ਰਾਤ ਨੂੰ ਸੁੱਤੇ, ਮੈਂ ਸ਼ੁਕਰਾਨਾ ਕਰਕੇ ਸੋ ਗਈ, ਤਾਂ ਮੈਨੂੰ ਨਾ ਇੱਕ ਡ੍ਰੀਮ ਆਇਆ ਕਿ ਬਹੁਤ ਵੱਡਾ ਜਿੱਦਾਂ ਜੈਗੁਆਰ ਟਾਈਪ, ਸ਼ੇਰ ਟਾਈਪ ਹੋਏਗਾ, ਕੁਝ ਭੱਜ ਰਿਹਾ, ਔਰ ਮੈਂ ਕਹ ਰਹੀ ਉਹ ਸ਼ੇਰ ਆ ਗਿਆ, ਸਾਡੇ ਘਰ ਸ਼ੇਰ ਆ ਗਿਆ। ਸੰਗਤ ਜੀ ਉਹ ਮੇਰੀ ਬॉडी ਤੇ ਇੱਕਦਮ ਰੈਪ ਜਿਹਾ ਹੋ ਗਿਆ। ਮੈਂ ਕਿਹਾ ਜੀ ਮੇਰੇ ਘਰ ਸ਼ੇਰ ਆ ਗਿਆ, ਸ਼ੇਰ ਨੇ ਪਕੜ ਲਿਆ, ਲਾਈਕ ਉਹਨਾਂ ਦੇ ਸਿਰ ਦੇ ਉੱਤੇ ਮੇਰੇ ਕੋਲ ਇੱਕ ਗੁਰੂ ਜੀ ਦੇ ਸਰੂਪ ਦਾ, ਰੌਕ ਸਟਾਰ ਸਰੂਪ ਦਾ ਲੈਂਪ ਹੈਗਾ, ਉਹ ਉਹਦੇ ਬਿਲਕੁਲ ਮੱਥੇ ਤੇ ਇੱਕਦਮ ਜਲਿਆ ਹੋਇਆ ਦਿਖਿਆ। ਮੈਂ ਕਿਹਾ ਨਹੀਂ ਇਹ ਤਾਂ ਸ਼ੇਰ ਨਹੀਂ, ਗੁਰੂ ਜੀ ਆ ਗਏ। ਗੁਰੂ ਜੀ ਆ ਗਏ। ਗੁਰੂ ਜੀ ਨੇ ਡ੍ਰੀਮ ਵਿੱਚ ਕਿਹਾ ਟੈਨਸ਼ਨ ਨਾ ਲੈ, ਮੈਂ ਤੇਰਾ ਕਲਿਆਣ ਕਰਨ ਆਇਆ। ਮੈਂ ਉੱਠ ਗਈ, ਬਹੁਤ ਨਾਰਮਲ ਰਿਹਾ, ਮੈਨੂੰ ਯਾਦ ਨਹੀਂ ਰਿਹਾ, ਮੈਂ ਬਿਲਕੁਲ ਵੈਨਿਸ਼ ਹੋ ਗਿਆ ਹੈ ਸਤਸੰਗ। ਤੇ ਮੈਂ ਆਪਣੇ ਇੱਕ ਆਂਟੀ ਦੇ ਘਰ, ਸਤਸੰਗ ਸੀਗਾ, ਪਹਿਲੀ ਵਾਰ ਉਹਨਾਂ ਦੇ ਘਰ ਜਾਣਾ ਸੀਗਾ, ਉਹਨਾਂ ਦਾ ਇਨਵੀਟੇਸ਼ਨ ਆਇਆ ਸੀਗਾ। ਤੇ ਮੈਂ ਉਸ ਸਤਸੰਗ ਚ ਗਈ ਸੰਗਤ ਜੀ, ਗੁਰੂ ਜੀ ਦੀ ਜੋ ਉਹਦੇ ਉੱਤੇ ਚੋਲਾ ਲੱਗਾ ਹੋਇਆ ਸੀ, ਉਹ ਸੇਮ ਉਹੀ ਜੈਗੁਆਰ ਪ੍ਰਿੰਟ ਦੇ ਅੰਦਰ ਲੱਗਾ। ਮੇਰਾ ਸਾਰਾ ਡ੍ਰੀਮ ਗੁਰੂ ਜੀ ਨੇ ਪੂਰਾ ਡ੍ਰੀਮ ਉਹ ਵਾਪਸ ਕਰ ਦਿੱਤਾ। ਹਾਂ ਮੈਂ ਡ੍ਰੀਮ ਦੇਖਿਆ ਸੀਗਾ, ਮੈਂ ਏਦਾਂ ਬੜੀ ਖੁਸ਼ ਮੈਂ। ਤੇ ਸੰਗਤ ਜੀ ਉੱਥੇ ਸਤਸੰਗ ਚ ਮੈਨੂੰ ਅਲੱਗ ਹੀ ਕਨੈਕਟੀਵਿਟੀ हुई, क्योंकि मेरा वो सपना मेरे सामने आ गया ਸੀਗਾ। तो कनेक्टिविटी बहुत अलग हो गई। अलग होने के बाद मैं क्या गुरु जी ਉਹਨਾਂ ਦਾ ਸਤਸੰਗ ਖਤਮ ਹੋਇਆ, ਮੈਂ ਆਂਟੀ ਨੂੰ ਬਹੁਤ ਸ਼ੁਕਰਾਨਾ ਕੀਤਾ। ਮੈਂ ਕਿਹਾ ਆਂਟੀ ਜੋ ਤੁਹਾਡੇ ਘਰ ਇਹ ਚੋਲਾ ਲੱਗਾ ਹੋਇਆ, ਮਹਾਰਾਜ ਨੇ ਮੈਨੂੰ ਡ੍ਰੀਮ ਚ ਦਿਖਾਇਆ ਸੀ, ਸ਼ਾਇਦ ਪਤਾ ਨਹੀਂ ਕਿਸ ਚੀਜ਼ ਲਈ ਬਲੈਸ ਕੀਤਾ ਸੀਗਾ। ਗੁਰੂ ਜੀ ਕਹਿੰਦੇ ਸੀ ਮੈਂ ਤੇਰਾ ਕਲਿਆਣ ਕੀਤਾ। ਤਾਂ ਉਹ ਬੜੀ ਖੁਸ਼ੀ ਕਹਿੰਦੀ ਗੁਰੂ ਜੀ ਨੇ ਤੈਨੂੰ ਇਹ ਬੋਲਿਆ? ਮੈਂ ਕਿਹਾ ਹਾਂ। ਤਾਂ ਕਹਿੰਦੇ ਅੱਛਾ। ਤੇ ਕਹਿੰਦੇ ਤੂੰ ਤਾਂ ਬੜੀ ਲੱਕੀ ਹੈ ਤੇ ਏਦਾਂ ਕਰਕੇ ਨਾ। ਮੈਂ ਕਿਹਾ ਹਾਂ ਲੱਕੀ ਤਾਂ ਹੈ। ਕਹਿ ਰਹੀ ਤੇ ਇੱਕ ਆਂਟੀ ਬੋਲੀ ਕਿ ਆਂਟੀ ਤੁਹਾਡੇ ਚਰਨ ਗੁਰੂ ਜੀ ਦੇ ਬੜੇ ਗੋਲੂ ਮੋਲੂ ਜੇ, ਬਹੁਤ ਮੋਟੇ ਮੋਟੇ। ਕਹਿੰਦੀ ਆਂਟੀ ਇਹ ਤਾਂ ਮੈਨੂੰ ਬੜੇ ਮੰਦਿਰ ਤੋਂ ਮਿਲੇ ਸੀ, ਬਲੈਸ ਕੀਤੇ ਹੋਏ, ਬੜੇ ਬਲੈਸਡ ਹੈਗੇ ਆ।
ਮੈਂ ਕਿਹਾ ਦੇਖੋ ਤਾਂ ਇਹ ਆਂਟੀ ਅੱਜ ਇਹ ਨਾ ਟੁੱਟ ਗਏ ਸੀਗੇ ਤਾਂ ਫਰੇਮ ਟੁੱਟ ਗਿਆ ਸੀ ਤਾਂ ਅੱਜ ਹੀ ਸਵੇਰੇ ਆਏ ਸੀ, ਸਤਸੰਗ ਸੀਗਾ ਤਾਂ ਮੈਂ ਉਹਨਾਂ ਨੂੰ ਕਿਹਾ ਅੱਜ ਹੀ ਦੇਖ ਕੇ ਜਾਓ, ਤਾਂ ਫਰੇਮ ਵਾਲੇ ਨੇ ਸੰਗਤ ਜੀ ਤੁਸੀਂ ਦੇਖੋ ਕਿ ਮਤਲਬ ਸਾਡੀ ਚਾਹ ਔਰ ਗੁਰੂ ਜੀ ਦੀ ਰਾਹ ਕਿੱਥੋਂ ਚੱਲਦੀ ਹੈ ਤੁਹਾਨੂੰ ਕਦੀ ਵੀ ਨਹੀਂ ਪਤਾ ਚੱਲ ਸਕਦਾ। ਉਹ ਸੰਗਤ ਜੀ ਕੀ ਹੋਇਆ ਕਿ ਉਹਨਾਂ ਨੇ ਮੈਂ ਏਦਾਂ ਹੀ ਬੋਲਿਆ ਵਾਹ ਆਂਟੀ ਤੁਸੀਂ ਤਾਂ ਇੰਨੇ ਲੱਕੀ ਹੋ, ਤੁਹਾਡੇ ਕੋਲ ਦੋ ਦੋ ਚਰਨ ਆ ਗਏ। ਉਹਨਾਂ ਨੇ ਉਹ ਜਿਹੜਾ ਫਰੇਮ ਵਾਲਾ ਬੰਦਾ ਸੀ ਉਹ ਉਹਨਾਂ ਦੇ ਤੇ ਜਿਹੜੇ ਚਰਨ ਸੀ ਉਹ ਫਰੇਮ ਕਰਾ ਕੇ ਲਿਆ, ਦੂਜਾ ਵਾਲੇ ਫਰੇਮ ਉਹਨਾਂ ਨੇ ਆਂਟੀ ਤੁਸੀਂ ਇਹ ਰੱਖ ਲਓ, ਪਤਾ ਨਹੀਂ ਕਿੱਦਾਂ ਬਣੇ ਕਿਉਂ ਬਣੇ ਆ ਮੈਨੂੰ ਨਹੀਂ ਪਤਾ, ਕਹਿੰਦੀ ਉਹ ਮੈਂ ਪੈਸੇ ਵੈਸੇ ਨਹੀਂ ਦੂੰਗੀ ਭਈਆ ਤੈਨੂੰ, ਹੈ ਕਹਿੰਦਾ ਉਹ ਅੰਕਲ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਪੈਸੇ ਨਾ ਦਿਓ ਚਰਨ ਰੱਖ ਲਓ, ਪਤਾ ਨਹੀਂ ਕਿੱਦਾਂ ਫਰੇਮ ਹੋ ਗਏ। ਤਾਂ ਮੈਂ ਕਿਹਾ ਵਾਹ ਆਂਟੀ ਇੱਥੇ ਮੈਂ ਰੋਜ਼ ਕਹਿੰਦੀ ਰਹਿੰਦੀ ਹਾਂ। ਉਸ ਦਿਨ ਵੀ 17 ਲਾਸਟ ਈਅਰ 17th ਆਫ ਸੈਪਟੈਂਬਰ, ਕਿਉਂਕਿ 18 ਸੈਪਟੈਂਬਰ ਦਾ ਮੇਰਾ ਬਰਥਡੇ ਹੁੰਦਾ ਹੈ, ਉਸ ਦਿਨ ਵੀ ਸੰਗਰਾਂਦ ਸੀਗੀ ਤਾਂ ਮੈਨੂੰ ਆਂਟੀ ਕਹਿੰਦੀ ਤੁਸੀਂ ਲੈ ਜਾਓ, ਤਾਂ ਸ਼ਾਇਦ ਤੁਹਾਡੇ ਲਈ ਆਏ ਹੋਣਗੇ। ਸੰਗਤ ਜੀ ਉਹਨਾਂ ਨੇ ਜਦੋਂ ਮੈਨੂੰ ਚਰਨ ਹੱਥ ਵਿੱਚ ਦਿੱਤੇ, ਉਹ ਚਰਨ ਫਰੇਮ ਕੀਤੇ ਹੋਏ ਚਰਨ ਸੀ ਇੰਨੇ ਸੋਹਣੇ ਮਹਾਰਾਜ ਦੇ ਚਰਨ, ਉਹ ਚਰਨ ਲੈ ਕੇ ਮੈਂ ਇੰਨੀ ਖੁਸ਼ ਸੰਗਤ ਜੀ ਨਾ, ਮੈਂ ਇੰਨੀ ਦੂਰ ਉਹਨਾਂ ਦਾ ਘਰ ਸੀਗਾ, ਮੈਂ ਪੈਦਲ ਪੈਦਲ ਜੈ ਗੁਰੂ ਜੀ ਕਰਕੇ ਆਪਣੇ ਘਰ ਗਈ। ਉਸ ਦਿਨ ਸੰਗਰਾਂਦ ਸੀ, ਮਹਾਰਾਜ ਮੇਰੇ ਮਹਾਰਾਜ ਦੇ ਚਰਨ ਉਸ ਦਿਨ ਬਿਨ ਮੰਗੇ ਮੇਰੇ ਘਰ ਆਏ, ਮਹਾਰਾਜ ਦੇ ਚਰਨ, ਉਹ ਚਰਨ ਜਦੋਂ ਆਏ ਅਗਲੇ ਦਿਨ ਮੇਰਾ ਬਰਥਡੇ, ਮੈਂ ਬੜੇ ਸ਼ੁਕਰਾਨਾ ਕੀਤਾ ਮਹਾਰਾਜ ਦਾ, ਇੰਨਾ ਸ਼ੁਕਰਾਨਾ ਕੀਤਾ ਕਿ ਮਹਾਰਾਜ ਤੁਸੀਂ ਏਦਾਂ ਸੁਣ ਲੈਂਦੇ ਛੋਟੀ ਛੋਟੀ ਗੱਲਾਂ। ਸੰਗਤ ਜੀ ਬਸ ਉਸ ਚੀਜ਼ ਦਾ ਨਾ ਅਸੀਂ ਵਿਖਿਆਨ ਬੋਲ ਤਾਂ ਦਿੰਦੇ ਹਾਂ ਲੇਕਿਨ ਉਹ ਫੀਲਿੰਗ ਜੋ ਹੁੰਦੀ ਹੈ ਨਾ ਅੰਦਰੋਂ ਉਹ ਕੋਈ ਨਹੀਂ ਜਾਣ ਸਕਦਾ, ਉਹ ਆਪ ਹੀ ਮਹਾਰਾਜ ਔਰ ਮੈਂ ਜਾਣ सकते वन टू वन कनेक्शन वाला। संगत जी ਉਹਦੇ ਬਾਅਦ ਜਰਨੀ ਚੱਲਦੀ ਰਹੀ ਚੱਲਦੀ ਰਹੀ ਚੱਲਦੀ ਰਹੀ, ਮਹਾਰਾਜ ਨੇ मतलब देखो महाराज दी जो उस्तत है वो कभी भुलदी नहीं है, हर चीज महाराज ने बख्शी है, सत्संग भी महाराज ने बख्शिया। तो 1 साल हो गया सी तो लास्ट फिर साडा चरण आए घर दे अंदर, देखो संगत जी ए प्लानिंग सी महाराज दी, तो मेरे अंदर ਹੁੰਦਾ ਸੀ यार गुरु जी सब ਦੇ ਘਰ ਤੁਸੀਂ ਹੈਗੇ ਹੋ ਕਿ ਕੋਈ ਕਿਸੇ ਨੇ ਛੋਟੀ ਜਿਹੀ ਗੱਦੀ ਲਗਾਈ ਹੈ, ਕਿਸੇ ਨੇ ਕੁਝ ਸਥਾਨ ਦਿੱਤਾ, ਕਿਸੇ ਨੇ ਕਿਸੇ ਤਰ੍ਹਾਂ ਸਥਾਨ ਦਿੱਤਾ, ਮੇਰਾ ਬੜਾ ਮਨ ਹੁੰਦਾ ਸੀਗਾ ਕਿਉਂਕਿ ਦੇਖੋ ਜਦੋਂ ਅਸੀਂ ਗੁਰੂ ਜੀ ਨਾਲ ਜੜ ਜਾਂਦੇ ਨੇ ਸਾਰੇ ਵਹਿਮ ਨਿਕਲ ਜਾਂਦੇ ਆ, ਸਭ ਕੁਝ ਸਾਨੂੰ ਨਾ ਇੱਕਦਮ ਖੁੱਲਾ ਨਜ਼ਰ ਆਉਂਦਾ ਹੈ, ਹਰ ਚੀਜ਼ ਅਸੀਂ ਇਨਸਾਨ ਨੂੰ ਵੀ ਨਾ ਕਦੀ ਗੁੱਸਾ ਨਹੀਂ ਕਰ ਪਾਉਂਦੇ, ਅਸੀਂ ਹੁਣ ਛੋਟੇ ਤੋਂ ਛੋਟੇ ਬੰਦੇ ਨਾਲ ਏਦਾਂ ਗੱਲ ਕਰਦੇ ਹਾਂ ਕਿ ਪਤਾ ਨਹੀਂ ਇਹਦੇ ਅੰਦਰ ਵੀ ਗੁਰੂ ਜੀ ਹੋਣਗੇ, ਪਹਿਲਾਂ ਅਸੀਂ ਬੜੇ ਛੋਟੀ ਛੋਟੀ ਗੱਲਾਂ ਤੇ ਗੁੱਸਾ ਆ ਜਾਣਾ ਸਭ ਕੁਝ ਕਰ ਲੈਣਾ। ਤਾਂ ਕੀ ਹੋਇਆ ਸੰਗਤ ਜੀ ਮੇਰੇ ਅੰਦਰ ਹੁਣ ਭਾਵ ਆਉਣ ਲੱਗੇ ਕਿ ਗੁਰੂ ਜੀ ਤੁਸੀਂ ਆ ਜਾਓ ਮੇਰੇ ਕੋਲ, ਮੈਂ ਤੁਹਾਡੀ ਸੇਵਾ ਕਰਨਾ ਚਾਹੁੰਦੀ ਹਾਂ, ਮੈਂ ਵੀ ਤੁਹਾਡੀ ਸੇਵਾ ਕਰਨਾ ਚਾਹੁੰਦੀ ਹਾਂ। ਤਾਂ ਸੰਗਤ ਜੀ ਉਹ ਚੀਜ਼ ਕੀ ਹੋਈ ਕਿ ਇਦਾਂ ਕਿ ਆਪਣਾ ਮੈਂ ਆਪਣਾ ਗੁਰੂ ਜੀ ਦਾ ਮੇਰਾ ਮਨ ਚ ਪਾਉਣ ਲੱਗਾ ਕਿ ਗੁਰੂ ਜੀ ਦਾ ਸਥਾਨ ਹੋਣਾ ਚਾਹੀਦਾ, ਗੁਰੂ ਜੀ ਦਾ ਸਥਾਨ ਹੋਣਾ ਚਾਹੀਦਾ। ਤੇ ਸੰਗਤ ਜੀ ਉਸ ਚੀਜ਼ ਵਾਸਤੇ ਮੈਂ ਆਪਣੇ ਅੰਕਲ ਨਾਲ 2-3 ਵਾਰ ਡਿਸਕਸ਼ਨ ਕੀਤੀ, ਕਹਿੰਦੇ ਨਹੀਂ 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 ਐਕਚੁਅਲੀ ਮੈਂ ਰੈਂਟੇਬਲ ਹੂੰ ਹਾਲੇ, ਆਪਣਾ ਘਰ ਸਾਡਾ ਬਹੁਤ ਦੂਰ ਹੈ ਰੋਨੀ ਚ, ਤਾਂ ਇੰਨੀ ਸਪੇਸ ਨਹੀਂ ਸੀ, ਕਹਿੰਦੇ ਕਿ ਗੁਰੂ ਜੀ ਲਈ ਕਿੱਥੇ ਸਪੇਸ ਬਣਾਏंगे ਨਾ, ਉਹ ਮੈਂ ਬੜਾ ਮਨ ਦੇ ਅੰਦਰ ਸੋਚ ਕੇ ਖਤਮ ਕਰ ਦਿੰਦੀ ਸੀ ਗੱਲ, ਜਿੱਦਾਂ ਹੀ ਆਂਦੀ ਇਹ ਗੁਰੂ ਜੀ ਪਲਾਨ ਜਦੋਂ ਆਣਾ ਹੈ ਤਾਂ ਚਲੋ ਠੀਕ ਹੈ, ਅੰਕਲ ਨੇ ਮਨਾ ਕਰ ਦਿੱਤਾ ਮਨਾ ਕਰ ਦਿੱਤਾ ਮਨਾ ਕਰ ਦਿੱਤਾ, ਚਲੋ ਠੀਕ ਹੈ। ਇੱਕ ਦਿਨ ਕੀ ਹੋਇਆ ਸੰਗਤ ਜੀ, ਇੱਕ ਹੋਰ ਸਤਸੰਗ ਸੁਣਾਨੀ ਹੈ ਇਹਦੇ ਵਿੱਚ, ਫਿਰ ਉਹਦੇ ਬਾਅਦ ਤੁਹਾਨੂੰ ਮੈਂ ਦੂਜਾ ਆਪਣਾ ਗੁਰੂ ਜੀ ਦੇ ਸਥਾਨ ਦਾ ਸੁਣਾਉਂਗੀ। ਕੀ ਹੋਇਆ ਸੰਗਤ ਜੀ, ਇੱਕ ਦਿਨ ਮੈਂ ਏਦਾਂ ਹੀ ਬੈਠੀ ਹੋਈ ਸੀ ਤੇ ਮੈਂ ਕਿਹਾ ਗੁਰੂ ਜੀ ਤੁਸੀਂ ਨਾ ਏਦਾਂ ਮਤਲਬ ਤੁਸੀਂ ਸਭ ਨੂੰ ਪਿਆਰ ਕਰਦੇ ਹੋ, ਤੁਸੀਂ ਗੁਰਪ੍ਰੀਤ ਮਤਲਬ ਐਕਚੁਅਲੀ ਮੈਂ ਨਾ ਪਹਿਲਾਂ ਆਪਣਾ ਮੇਰਾ ਨਾਮ ਨਾ ਗੁਰਪ੍ਰੀਤ ਮੈਂ ਕਹਿੰਦੀ ਸੀ ਮੰਮੀ ਨੂੰ ਆਪਣੇ ਪੇਰੈਂਟਸ ਨੂੰ ਕਿ ਤੁਸੀਂ ਕੀ ਮੁੰਡਿਆਂ ਵਾਲਾ ਨਾਮ ਦਿੱਤਾ, ਮੈਨੂੰ ਸੰਗਤ ਜੀ ਕੀ ਹੋਇਆ ਗੁਰੂ ਜੀ ਨੇ ਨਾ ਬੜੇ ਮੰਦਰ ਤੋਂ ਕੈਲੰਡਰ ਮਿਲਦੇ ਪਏ ਸੀ, ਇਹ ਮੈਂ ਆਪਣੇ ਨਾਮ ਦੀ ਗੱਲ ਦੱਸ ਰਹੀ ਕਿ ਗੁਰੂ ਜੀ ਨੇ ਮੈਨੂੰ ਨਾਮ ਦਾ ਵੀ ਦੱਸਿਆ ਕਿ ਤੇਰਾ ਨਾਮ ਕਿੰਨਾ ਸੋਹਣਾ, ਮੈਂ ਨਾ ਆਪਣੇ ਨਾਮ ਨੂੰ ਕਹਿੰਦੀ ਰਹਿੰਦੀ ਸੀ ਪਤਾ ਨਹੀਂ ਕੀ ਨਾਂ ਰੱਖਿਆ ਕੀ ਨਾਂ ਰੱਖਿਆ। ਸੰਗਤ ਜੀ ਇੱਕ ਦਿਨ ਨਾ ਗੁਰੂ ਜੀ ਨੇ ਕੈਲੰਡਰ ਵੰਡ ਰਹੇ ਸੀਗੇ ਤਾਂ ਸਭ ਨੂੰ ਕਿਊ ਕਾਰਡਸ ਮਿਲ ਰਹੇ ਸੀ, ਤਾਂ ਮੇਰੇ ਨਾਲ ਜਿਹੜੀਆਂ ਸੰਗਤਾਂ ਗਈਆਂ ਸਭ ਨੂੰ ਮਿਲ ਗਏ, ਤਿੰਨ ਅਸੀਂ ਚਾਰ ਸੀਗੇ ਤਿੰਨਾਂ ਨੂੰ ਮਿਲ ਗਏ, ਮੈਨੂੰ ਨਹੀਂ ਮਿਲਿਆ। ਮੈਂ ਇੰਨਾ ਜ਼ਿਆਦਾ ਉਹ ਚੀਜ਼ ਨਹੀਂ ਕੀਤੀ ਕਿ ਯਾਰੇ ਮੈਨੂੰ ਕਿਉਂ ਨਹੀਂ ਮਿਲਿਆ, ਹਾਂ ਅੰਦਰ ਸੀਗਾ ਲੇਕਿਨ ਇੰਨਾ ਜ਼ਿਆਦਾ ਨਹੀਂ ਸੀ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਮੇਰੀ ਸਾਰੀ ਸੰਗਤ ਮੈਨੂੰ ਬਹੁਤ ਪਿਆਰ ਕਰਦੀ ਹੈ, ਮਹਾਰਾਜ ਦੀ ਕਿਰਪਾ ਨਾਲ ਮੈਨੂੰ ਬੜਾ ਪਿਆਰ ਮਿਲਦਾ ਹੈ। ਤਾਂ ਕੀ ਹੋਇਆ ਸੰਗਤ ਜੀ ਮੈਂ ਆ ਗਈ ਘਰ, ਹੁਣ ਨੈਕਸਟ ਮੰਡੇ ਉਹ ਕਿਊ ਕਾਰਡਸ ਦੇ ਨਾਲ ਕੈਲੰਡਰ ਮਿਲਨੇ ਸੀਗੇ ਤੋ ਕੈਲੰਡਰ ਮਿਲਨੇ ਸੀਗੇ ਤੇ ਮੇਰੇ ਅੰਦਰ ਚੱਲ ਸੀ ਗੁਰੂ ਜੀ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਹੋ ਕਿ ਤੁਸੀਂ ਉਸ 3 ਸੰਗਤਾਂ ਨੂੰ ਕਿਊ ਕਾਰਡ ਦੇ ਦਿਆ, ਅੱਜ ਤੋਂ ਕੈਲੰਡਰ ਲੈ ਕੇ ਚਲੇ ਜਾਣਗੇ। ਐਕਚੁਅਲੀ ਇੱਕ ਮੇਰੇ ਅੰਕਲ ਹੈ ਉਹ ਕਹਿੰਦੇ ਉਹ ਤੈਨੂੰ ਮੈਂ ਕੈਲੰਡਰ ਦਿਲਵਾ ਦਾਂਗਾ ਤੁਸੀਂ ਇਹਨੂੰ ਗੱਲ ਕਰ ਲੈਣਾ ਉਹਨੂੰ, ਮੈਂ ਕਿਸੇ ਨਾਲ ਗੱਲ ਨਹੀਂ ਕੀਤੀ।
ਸੰਗਤ ਜੀ ਮੇਰੇ ਮਨ ਦਾ ਭਾਵ ਸੀਗਾ ਕਿ ਠੀਕ ਹੈ ਗੁਰੂ ਜੀ ਨੂੰ ਜੋ ਮਨਜ਼ੂਰ ਹੋਏਗਾ ਨਾ, ਇੱਕ ਸਿਲੰਡਰ ਗੁਰੂ ਜੀ ਨੇ ਇੱਥੋਂ ਸਿਲੰਡਰ ਸਿਖਾਇਆ ਮੈਨੂੰ, ਸਿਲੰਡਰ ਕਿੱਦਾਂ ਕਰਦੇ ਆ। ਇਹ ਛੋਟੀ ਜਿਹੀ ਚੀਜ਼ ਹੈ ਕੈਲੰਡਰ ਦੀ, ਲੇਕਿਨ ਇਸ ਚੀਜ਼ ਦੇ ਅੰਦਰ ਗੁਰੂ ਜੀ ਨੇ ਜੋ ਸਿਖਾਇਆ ਨਾ, ਉਹ ਉਸ ਦਿਨ ਦੇ ਬਾਅਦ ਸ਼ੁਰੂ ਹੋ ਗਿਆ। ਕੀ ਹੋਇਆ, ਅਸੀਂ ਗਏ ਦਰਸ਼ਨ ਕੀਤੇ ਮਹਾਰਾਜ ਦੇ, ਫਿਰ ਸਾਰੀ ਸੰਗਤ ਜਿਨ੍ਹਾਂ ਨੂੰ ਕਿਊ ਕਾਰਡਸ ਮਿਲੇ ਸੀਗੇ ਆਪਣਾ ਆਪਣਾ ਕੈਲੰਡਰ ਲੈ ਆਏ। ਤਾਂ ਮੈਂ ਆਪਣੇ ਕਿਊ ਕਾਰਡ ਵਾਸਤੇ ਲੱਗਣ ਲੱਗੀ ਤਾਂ ਉੱਥੇ ਭੀੜ ਹੋ ਗਈ। ਅੰਕਲ ਕਹਿੰਦੇ ਹੁਣੀ ਹੁਣੀ ਕਿਊ ਕਾਰਡ ਆ ਰਹੇ ਆ, ਤੁਸੀਂ ਇੱਥੇ ਵੇਟ ਕਰੋ। ਤੇ ਇੱਕ ਅੰਕਲ ਸੀਗੇ ਸਿਡਨੀ ਤੋਂ, ਹੁਣੀ ਘੁੰਮ ਕੇ ਸੇਵਾਦਾਰ ਸੀਗੇ, ਤਾਂ ਸਿਡਨੀ ਗਏ ਹੋਣਗੇ ਗੁਰੂ ਜੀ ਦੇ ਮੰਦਿਰ, ਤਾਂ ਉੱਥੇ ਇੱਕ ਸੰਗਤ ਮਿਲ ਗਈ ਉਹਨਾਂ ਨੂੰ ਸਿਡਨੀ ਤੋਂ। ਤਾਂ ਕਹਿੰਦੇ ਜੈ ਗੁਰੂ ਜੀ ਅੰਕਲ, ਮੈਂ ਤੁਹਾਨੂੰ ਸਿਡਨੀ ਚ ਦੇਖਿਆ ਸੀ। ਕਹਿੰਦਾ ਹਾਂ ਮੈਂ ਹੁਣੀ ਹੋ ਕੇ ਆਇਆ। ਤਾਂ ਅੰਕਲ ਕਹਿੰਦੇ ਆਂਟੀ ਤੁਸੀਂ ਕਦੋਂ ਜਾਣਾ? ਕਹਿੰਦੀ ਕੱਲ ਹੀ ਚਲੇ ਜਾਣਾ ਮੈਂ। ਕਹਿੰਦੀ ਅੱਛਾ ਆਂਟੀ ਤੁਸੀਂ ਨਾ ਉਹ ਫਿਰ ਕੈਲੰਡਰ ਲੈ ਜਾਣਾ ਮੇਰੇ ਕੋਲੋਂ। ਸੰਗਤ ਜੀ ਉਹਨਾਂ ਨੇ ਏਦਾਂ ਬੋਲਿਆ, ਤਾਂ ਮੈਂ ਬੜੀ ਹਿੰਮਤ ਕਰਕੇ ਬੋਲਿਆ ਕਿ ਅੰਕਲ ਮੈਂ ਵੀ ਕੱਲ ਨਹੀਂ ਆ ਪਾਵਾਂਗੀ, ਮੇਰੇ ਘਰ ਕੋਈ ਫੰਕਸ਼ਨ ਹੈ, ਤਾਂ ਮੈਂ ਥੋੜੇ ਦਿਨ ਲੇਟ ਹੋ ਜਾਵਾਂਗੀ, ਤੁਸੀਂ ਮੈਨੂੰ ਕੈਲੰਡਰ ਦੇ ਸਕਦੇ ਹੋ? ਕਹਿੰਦੇ ਤੁਹਾਡਾ ਨਾਂ ਕੀ ਹੈ? ਮੈਂ ਕਿਹਾ ਗੁਰਪ੍ਰੀਤ। ਕਹਿੰਦੇ ਲੈ ਗੁਰਪ੍ਰੀਤ, ਗੁਰਪ੍ਰੀਤ ਨਾਮ, ਗੁਰੂ ਦੀ ਪ੍ਰੀਤ ਨੂੰ ਕੌਣ ਮਨਾ ਕਰ ਸਕਦਾ, ਸਾਈਡ ਤੇ ਹੋ ਜਾ ਆਂਟੀ। ਸੰਗਤ ਜੀ ਯੂ ਕਾਂਟ ਬਿਲੀਵ, ਉਹਨਾਂ ਨੇ ਮੈਨੂੰ ਔਰ ਉਸ ਆਂਟੀ ਨੂੰ ਕਿਊ ਕਾਰਡ ਆਪਣੇ ਹੱਥ ਵਿੱਚ ਦਿੱਤਾ। ਮੈਂ ਸ਼ੁਕਰਾਨਾ ਕੀਤਾ, ਮੈਂ ਅੰਦਰ ਗਈ ਆਪਣੇ ਕਾਊਂਟਰ ਤੇ, ਮੇਰੇ ਤੋਂ ਅੱਗੇ ਆਂਟੀ ਸੀ, ਆਂਟੀ ਨਾ ਆਰਗਿਊ ਕਰਨ ਲੱਗੀ ਜਲਦੀ ਦੇ ਦੋ ਜਲਦੀ ਦੇ ਦੋ। ਮੈਂ ਉਹਨੂੰ ਆਂਟੀ ਨੂੰ ਮੈਂ ਆਪਣੇ ਮਨ ਚ ਕਹੀ ਜਾਵਾਂ ਗੁਰੂ ਜੀ ਐਕਚੁਅਲੀ ਕੀ ਹੁੰਦਾ, ਸੇਵਾਦਾਰ ਸਾਰਾ ਦਿਨ ਸੇਵਾ ਕਰਦੇ ਹੋ। ਆਂਟੀ ਕਹਿੰਦੀ ਆਂਟੀ ਗੁਰੂ ਜੀ ਦੇ ਘਰ ਨਾ ਜਲਦੀ ਕੁਛ ਨਹੀਂ ਹੁੰਦਾ, ਜਿੰਨਾ ਧੀਰੇ ਚੱਲੇਂਗੀ ਆਂਟੀ ਉਨਾ ਬਲੈਸਡ ਹੋਏਗੀ। ਤਾਂ ਆਂਟੀ ਜੈਸੇ ਤੈਸੇ ਕੈਲੰਡਰ ਲੈ ਗਈ। ਮੈਂ ਗੁਰੂ ਜੀ ਕਹੇ ਸੀ ਗੁਰੂ ਜੀ ਹਾਏ ਹਾਏ ਤੁਸੀਂ ਇਹਨੂੰ ਇੰਨਾ ਕਾਲ ਪਾਤੀ, ਮਤਲਬ ਮਨ ਚ ਭਾਵ ਚੱਲ ਰਿਹਾ। ਤਾਂ ਉਹ ਆਂਟੀ ਲੈ ਕੇ ਗਈ, ਮੈਂ ਆਂਟੀ ਨੂੰ ਕਿਊ ਕਾਰਡ ਦਿੱਤਾ, ਆਪਣਾ ਨਾਮ ਵਾਮ ਲਿਖ ਕੇ, ਉਹਨਾਂ ਨੇ ਮੇਰੇ ਹੱਥ ਵਿੱਚ ਕੈਲੰਡਰ ਦਿੱਤਾ। ਮੇਰੀ ਜੋ ਨਾਲ ਸੰਗਤਾਂ ਸੀਗੀਆਂ ਉਹਨਾਂ ਨੂੰ ਬਿਲੀਵ ਨਹੀਂ ਹੋ ਰਿਹਾ, ਉਹਨਾਂ ਨੇ ਸੋਚਿਆ ਕਿ ਕਿਊ ਕਾਰਡ ਉੱਧਰ ਲੈਣ ਗਏ, ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਕੈਲੰਡਰ। ਸੰਗਤ ਜੀ ਉਧਰ ਮੈਨੂੰ ਪਤਾ ਚੱਲਿਆ ਗੁਰੂ ਜੀ ਮੇਰਾ ਇੰਨਾ ਪਿਆਰਾ ਨਾਮ ਆ ਕਿ ਤੁਸੀਂ ਗੁਰੂ ਦੀ, ਮੈਂ ਗੁਰਪ੍ਰੀਤ ਦੱਸਿਆ, ਉਹਨਾਂ ਨੇ ਗੁਰੂ ਦੀ ਪ੍ਰੀਤ ਕਹਿ ਕੇ ਮੈਨੂੰ ਕੈਲੰਡਰ ਦੇਤਾ। ਥੈਂਕ ਯੂ ਗੁਰੂ ਜੀ, ਸ਼ੁਕਰਾਨਾ ਗੁਰੂ ਜੀ। ਇੱਥੋਂ ਹੋਇਆ ਸਿਲੰਡਰ ਔਰ ਸਬਰ। ਮੈਂ ਉਸ ਚੀਜ਼ ਨੂੰ ਪਹਿਲੀ ਵਾਰ ਸਬਰ ਕੀਤਾ। ਮੈਨੂੰ ਬੜਾ ਹੁੰਦਾ ਸੀ ਮੈਨੂੰ ਇਹ ਨਹੀਂ ਮਿਲਿਆ, ਉਹ ਨਹੀਂ ਹੁੰਦਾ ਸੀ, ਉਹ ਮੈਨੂੰ ਗੁਰੂ ਜੀ ਨੇ ਉਸ ਦਿਨ ਦੇ ਬਾਅਦ ਸਿਖਾਇਆ। ਇੰਨਾ ਚੇਂਜ ਕਰ ਦਿੰਦੇ ਗੁਰੂ ਜੀ। ਬਹੁਤ ਸਾਰੇ ਸਤਸੰਗ ਹੈ। ਤਾਂ ਇਹ ਜਰਨੀ ਸ਼ੁਰੂ ਹੋਈ, ਫਿਰ ਇੱਥੋਂ ਕੈਲੰਡਰ ਲੈ ਕੇ ਆਈ, ਬੜਾ ਮਤਲਬ ਅੱਛਾ ਲੱਗਿਆ ਕਿ ਬਿਨ ਮੰਗੇ ਵੀ ਮਿਲਿਆ ਮੈਨੂੰ। ਤਾਂ ਕੀ ਹੋਇਆ ਸੰਗਤ ਜੀ, ਫਿਰ ਉਹਦੇ ਬਾਅਦ ਨਾ ਮੇਰੀ ਨਾ ਥੋੜੇ ਦਿਨ ਪਹਿਲੇ ਨਾ ਤਬੀਅਤ ਖਰਾਬ ਹੋ ਗਈ ਸੀਗੀ। ਸ਼ਿਵਰਾਤਰੀ, ਹਾਂਜੀ ਸ਼ਿਵਰਾਤਰੀ ਦਾ ਟਾਈਮ ਸੀਗਾ, ਸਟਾਰਟ ਹੀ ਹੋਣਾ ਸੀ, ਪਹਿਲਾ ਸੋਮਵਾਰ ਆਇਆ ਸ਼ਿਵਰਾਤਰੀ ਦਾ। ਸੰਗਤ ਜੀ ਮੇਰਾ ਇੰਨੀ ਤਬੀਅਤ ਖਰਾਬ ਸੀਗੀ, ਬਹੁਤ ਜ਼ਿਆਦਾ ਤਬੀਅਤ ਖਰਾਬ ਸੀਗੀ। ਮੈਂ ਬੜਾ ਰੋਈ ਗੁਰੂ ਜੀ ਮੈਨੂੰ ਤੁਸੀਂ ਮੰਦਿਰ ਨਹੀਂ ਬੁਲਾਓਗੇ ਪਹਿਲੇ ਸੋਮਵਾਰ? ਸੰਗਤ ਜੀ ਜੋ ਅਸੀਂ ਨਾ ਸਵੇਰੇ 7 ਵਜੇ ਜਾਂਦੇ ਹਾਂ ਮਹਾਰਾਜ ਨੂੰ ਮਿਲਣ। ਸੰਗਤ ਜੀ ਉਹ ਮਿਲਣ ਗਏ, ਅਸੀਂ ਮਿਲ ਕੇ ਆਏ ਆ, ਅਸੀਂ ਮਤਲਬ ਉਹ ਜਿਹੜਾ 7 ਵਜੇ ਕੈਂਸਲ ਹੋ ਕੇ 11:30 ਹੋ ਗਿਆ। ਮੈਂ ਬਹੁਤ ਸ਼ੁਕਰਾਨਾ ਕੀਤਾ, ਮੈਂ ਆਪਣੇ ਘਰ ਦਾ ਧੀਰੇ ਧੀਰੇ ਕੰਮ ਕੀਤਾ, ਗੱਡੀ 'ਚ ਗਏ ਔਰ ਬੁਲਾਇਆ ਮਹਾਰਾਜ ਨੇ ਉੱਥੇ। ਮੈਂ ਦਰਸ਼ਨ ਕੀਤੇ, ਦਰਸ਼ਨ ਕਰਨ ਦੇ ਬਾਅਦ ਮੇਰੇ ਨਾ ਜੋੜੇ ਘਰ ਦੇ ਨਾਲ ਹੀ ਇੱਕ ਜਗ੍ਹਾ ਬਣੀ, ਉੱਥੇ ਨਾ ਬਹੁਤ ਭੀੜ ਸੀ, ਤਾਂ ਕਹਿੰਦੇ ਆਂਟੀ ਇੱਥੇ ਖੜੇ ਹੋ ਜਾਓ। ਜੋੜੇ ਘਰ ਦੇ ਨਾਲ ਹੀ ਇੱਕ ਖਿੜਕੀ ਜੀ ਬਣੀ ਹੈ, ਜੋੜੇ ਘਰ ਦੀ ਸੇਵਾਦਾਰ ਉੱਥੇ ਨਾ ਆਪਣੇ ਜੋੜੇ ਜਮਾ ਕਰਾਉਂਦੇ ਆ। ਸੰਗਤ ਜੀ ਮੈਨੂੰ ਨਹੀਂ ਪਤਾ, ਮੈਂ ਇੱਕਦਮ ਆਂਟੀ ਮੇਰੇ ਨਾਲ ਇੱਕ ਖੜੀ ਸੀ, ਮੈਂ ਕਿਹਾ ਆਂਟੀ ਮੈਨੂੰ ਬੜੀ ਬੈਸਟ ਨਾ ਬਲੇਸਿੰਗ ਮਿਲਣ ਵਾਲੀ ਹੈ। ਪਤਾ ਨਹੀਂ ਕਿਉਂ ਮੈਂ ਕਿੱਦਾਂ ਬੋਲਿਆ, ਕਿਸਦਾ ਬੋਲਿਆ ਮੈਨੂੰ ਨਹੀਂ ਪਤਾ। ਉਹ ਆਂਟੀ ਕਹਿੰਦੀ ਅੱਛਾ, ਕਹਿੰਦੀ ਤੂੰ ਤਾਂ ਇਹ ਕਰਦੀ ਰਹਿੰਦੀ ਹੈ, ਬਲੇਸਿੰਗ ਮੰਗਦੀ ਰਹਿੰਦੀ ਹੈ। ਲੇਕਿਨ ਨਹੀਂ, ਮੇਰੇ ਅੰਦਰ ਇੱਕਦਮ ਮਤਲਬ ਅੰਦਰੋਂ ਆਇਆ। ਸੰਗਤ ਜੀ ਤੁਸੀਂ ਬਿਲੀਵ ਨਹੀਂ ਕਰੋਗੇ, ਉੱਥੇ ਇੱਕ ਸੇਵਾਦਾਰ ਆਇਆ, ਪਤਾ ਨਹੀਂ ਆਪਣੇ ਬੈਗ ਚੋਂ ਕੀ ਲੱਭਣ ਲੱਗਾ, ਉਹਨੇ ਮੁੱਠੀ ਭਰੀ ਆਪਣੀ ਔਰ ਮੇਰੇ ਨਾ ਮੂੰਹ ਦੇ ਅੱਗੇ ਰੱਖਤਾ, ਕਹਿੰਦਾ ਆਂਟੀ ਹਲੋ। ਮੈਂ ਆਪਣਾ ਹੱਥ ਅੱਗੇ ਕੀਤਾ ਔਰ ਉਹਨੇ ਕਿਹਾ ਬੰਦ ਕਰ ਲਓ। ਸੰਗਤ ਜੀ ਉਹ ਮੇਰੇ ਨਾਲ ਇੱਕਦਮ ਖੋਲਿਆ ਤੇ ਦੇਖਿਆ ਉਹਦੇ ਵਿੱਚ ਇਲਾਇਚੀਆਂ ਸੀਗੀਆਂ। ਤਾਂ ਸੰਗਤ ਜੀ ਉਹ ਆਂਟੀ ਬੋਲੀ ਹਾਂ ਜੈ ਗੁਰੂ ਜੀ ਅੰਕਲ, ਇਹ ਤਾਂ ਹੁਣੀ ਕਹਿੰਦੀ ਪਈ ਸੀ ਗੁਰੂ ਜੀ ਦੀ ਬੜੀ ਬੈਸਟ ਬਲੇਸਿੰਗਸ ਮਿਲਣ ਵਾਲੀਆਂ। ਤਾਂ ਮੈਨੂੰ ਨਹੀਂ ਪਤਾ ਸੀ ਕਿਸ ਲਈ ਕਿ ਇੱਕ ਸੰਗਤ ਨੇ ਦੱਸਿਆ ਕਿ ਗੁਰੂ ਜੀ ਨਾ ਹਰ ਤਰੀਕੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਕੁਛ ਨਾ ਕੁਛ ਬਲੈਸ ਕਰਦੇ। ਤਾਂ ਸੇਵਾਦਾਰ ਨੇ ਮੈਨੂੰ ਬੋਲਿਆ ਕਿ ਆਂਟੀ ਇਹ ਬਹੁਤ ਬਲੈਸਡ ਚੀਜ਼ ਹੈਗੀ ਹੈ, ਗੁਰੂ ਜੀ ਦੇ ਜਦੋਂ ਅਸੀਂ ਚਾਹ ਪ੍ਰਸ਼ਾਦ ਬਣਾਉਂਦੇ ਕਈ ਵਾਰ ਬਚ ਜਾਂਦੀ ਹੈ, ਸੰਗਤ ਨੂੰ ਵੰਡ ਦੀ ਜਾਂਦੀ ਹੈ ਬਲੇਸਿੰਗ ਵਾਸਤੇ। ਤਾਂ ਪਤਾ ਨਹੀਂ ਮੇਰੇ ਮਨ ਚ ਆਇਆ ਤਾਂ ਤੁਹਾਨੂੰ ਮੈਂ ਦੇਤੀ। ਉਹ ਚਲੇ ਗਏ ਸੰਗਤ ਜੀ ਉਸ ਇਲਾਇਚੀ ਪ੍ਰਸ਼ਾਦ ਮੈਂ ਆਪਣਾ ਚੁੱਪਚਾਪ ਟਿਸ਼ੂ ਪੇਪਰ ਚ ਰੱਖ ਕੇ ਆਪਣਾ ਲੈ ਆਈ, ਘਰ ਆਈ। ਇੱਕ ਸੰਗਤ ਹੈ ਮੇਰੀ ਆਂਟੀ, ਉਹਨਾਂ ਨਾਲ ਉਹ ਗੁਰੂ ਜੀ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਆ। ਐਕਚੁਅਲੀ ਕੀ ਹੁੰਦਾ ਹੈ ਨਾ, ਕਈ ਵਾਰ ਹੁੰਦਾ ਕਿ ਸਾਡਾ ਇੱਕ
ਗੁਰੂ ਜੀ ਮੈਡੀਏਟਰ ਬਣਾਉਂਦੇ ਆ, ਕਈ ਵਾਰ ਹੁੰਦਾ ਹੈ, ਬਹੁਤ ਸਾਰੀ ਜਗ੍ਹਾ ਹੈ, ਗੁਰੂ ਜੀ ਹਰ ਜਗ੍ਹਾ ਨਹੀਂ ਆ ਸਕਦੇ, ਕਈ ਵਾਰ ਇਸ਼ਾਰਾ ਹੁੰਦਾ ਹੈ ਗੁਰੂ ਜੀ ਦਾ, ਸਾਈਨ ਹੁੰਦਾ ਹੈ ਗੁਰੂ ਜੀ ਦਾ। ਤੇ ਕੀ ਹੋਇਆ ਸੰਗਤ ਜੀ, ਉਹ ਇਲਾਇਚੀਆਂ ਮੈਂ ਨਾ ਕਿਆ ਪਤਾ ਨਹੀਂ ਮੈਂ ਕੀ ਕਰਾਂ ਇਹਦਾ, ਕਿੱਦਾਂ ਕਰਾਂ ਸੰਗਤ ਜੀ। ਪਹਿਲਾਂ ਤਾਂ ਮੈਂ ਇਲਾਇਚੀਆਂ ਦੇਖੀਆਂ, ਉਹਨੂੰ ਕਾਊਂਟ ਕੀਤਾ, ਉਹ ਸੀਗੀਆਂ 13। ਤੇ ਮੇਰੇ ਇੱਕਦਮ ਮਨ ਦੇ ਅੰਦਰ ਆਵਾਜ਼ ਆਈ ਕਿ ਇਹ ਤੇਰੀ, ਇਹ ਤੇਰਾ ਨਾ ਤੇਰੀਆਂ। ਮੈਂ ਬਹੁਤ ਸ਼ੁਕਰਾਨਾ ਕੀਤਾ ਗੁਰੂ ਜੀ ਨੂੰ। ਫਿਰ ਇੱਕ ਸੰਗਤ ਦਾ ਫੋਨ ਆਇਆ ਮੈਨੂੰ, ਇੱਕ ਹੈਗੇ ਆਂਟੀ, ਉਹ ਆਂਟੀ ਕਹਿੰਦੇ ਗੁਰਪ੍ਰੀਤ ਮੈਨੂੰ ਗੁਰੂ ਜੀ ਨੇ ਹੁਣੀ ਮੈਂ ਗੁਰੂ ਜੀ ਨੂੰ ਨਾ, ਗੁਰੂ ਜੀ ਨਾਲ ਧਿਆਨ ਲਗਾ ਕੇ ਬੈਠੀ ਹੋਈ ਸੀ ਤਾਂ ਮੈਨੂੰ ਦਿਖਾਇਆ ਗੁਰੂ ਜੀ ਨੇ ਕਿ ਨਾ ਇਹ 13 ਜਿਹੜੀਆਂ ਨਾ ਇਲਾਇਚੀਆਂ ਰੋਜ਼ ਖਾਣੀਆਂ ਸ਼ਾਮ ਨੂੰ ਰਾਤ ਨੂੰ ਸੌਣ ਲੱਗੇ, ਇਹ ਤੇਰੀ ਨਾ ਜਿਹੜੀ ਵੀ ਪ੍ਰੋਬਲਮ ਸੀਗੀ ਗੁਰੂ ਜੀ ਨੇ ਵੈਨਿਸ਼ ਕਰਨੀ ਹੈ। ਕਿ ਠੀਕ ਹੈ। ਤੇ ਕੀ ਹੋਇਆ ਸੰਗਤ ਜੀ, ਉਹ ਰੋਜ਼ ਖਾਣ ਲੱਗੀ, ਇੱਕ ਦਿਨ ਖਾਈ, 2 ਦਿਨ ਖਾਈ, ਤੀਸਰੇ ਦਿਨ ਖਾਈ, ਚੌਥੇ ਦਿਨ ਸੰਗਤ ਜੀ ਮੈਂ ਖਾਣ ਲੱਗੀ, ਉਹ ਮੈਂ ਭੁੱਲ ਗਈ, ਸੋ ਗਈ ਮੈਂ। ਗੁਰੂ ਜੀ ਨੇ 3:30 ਵਜੇ ਮੈਨੂੰ ਰਾਤੀ ਇੱਕਦਮ ਉਠਾਇਆ, ਉਠਾਇਆ, ਉੱਠ। ਮੈਂ ਕਿਹਾ ਕਿਉਂ, ਕੀ ਹੋਇਆ? ਮੈਂ ਇੱਕਦਮ ਮੈਨੂੰ ਏਦਾਂ ਫੀਲ ਹੋਇਆ ਕਿ ਗੁਰੂ ਜੀ ਨੇ ਉੱਠ। ਤਾਂ ਉਹ ਇਲਾਇਚੀ ਗੁਰੂ ਜੀ ਨੇ, ਮੈਂ ਕਿਹਾ ਯਾਰ ਉਹ ਇਲਾਇਚੀ ਨਹੀਂ ਖਾਦੀ। ਫਿਰ ਮੈਂ ਮੰਤਰ ਜਾਪ ਕਰਕੇ ਗੁਰੂ ਜੀ ਦੀ ਇਲਾਇਚੀ ਖਾਦੀ, ਫਿਰ 5ਵੇਂ ਦਿਨ ਖਾਦੀ, 6ਵੇਂ ਦਿਨ ਖਾਦੀ, 7ਵੇਂ ਦਿਨ ਗੁਰੂ ਜੀ ਨੇ, ਮੈਨੂੰ ਯਾਦ ਹੀ ਨਹੀਂ ਆਇਆ, ਮੈਂ ਫਿਰ ਲੇਟ ਗਈ। ਫਿਰ ਉਹਦੇ ਬਾਅਦ ਸੰਗਤ ਜੀ ਤੁਹਾਨੂੰ ਬਿਲੀਵ ਨਹੀਂ ਹੋਏਗਾ, ਮੈਨੂੰ ਸਤਸੰਗ ਸੁਣ ਰਹੀ ਸੀ, ਸਤਸੰਗ ਦੇ ਅੰਦਰ ਆਇਆ ਕਿ ਇਲਾਇਚੀ ਪ੍ਰਸ਼ਾਦ ਗੁਰੂ ਜੀ ਦਾ ਮੈਨੂੰ ਮਿਲਿਆ। ਮੈਂ ਇੱਕਦਮ ਯਾਰ ਮੈਂ ਨਹੀਂ ਖਾਦੀ। ਦੇਖੋ ਅਸੀਂ ਜਦੋਂ ਗੁਰੂ ਜੀ ਤੇ ਛੱਡ ਦਿੰਦੇ ਤਾਂ ਗੁਰੂ ਜੀ ਸਾਨੂੰ ਬਹੁਤ ਕੁਝ ਸਿਖਾਉਂਦੇ ਵੀ ਆ, ਆਂਦੇ ਵੀ ਆ, ਜਤਾਉਂਦੇ ਵੀ ਆ। ਤਾਂ ਸੰਗਤ ਜੀ ਉਹ ਮੈਨੂੰ ਇਲਾਇਚੀਆਂ ਪ੍ਰਸ਼ਾਦ ਮਿਲਣ ਦੇ ਬਾਅਦ ਸੰਗਤ ਜੀ ਗੁਰੂ ਜੀ ਨੇ ਜੋ ਮੈਨੂੰ ਪਤਾ ਨਹੀਂ ਕਿਹੜੀ ਚੀਜ਼ ਬਲੈਸ ਕੀਤੀ। ਫਿਰ ਇੱਕ ਦਿਨ ਕੀ ਹੋਇਆ ਸੰਗਤ ਜੀ, ਮੈਂ ਏਦਾਂ ਹੀ ਬੋਡੀ ਚੈੱਕਅਪ ਕਰਾਇਆ ਸੀਗਾ, ਉਹਦੇ ਵਿੱਚ ਮੇਰਾ ਨਾ ਕੈਸਟਰੋਲ ਜੋ ਹੁੰਦਾ, ਕੈਸਟਰੋਲ ਬਹੁਤ ਵਧਿਆ ਹੋਇਆ ਸੀ। ਉਹਦਾ ਕੈਸਟਰੋਲ ਵਧਣ ਦੇ ਚੱਕਰ ਚ ਨਾ ਮੈਂ ਕਿਹਾ ਕੀ ਖਾਊਂਗੀ ਗੁਰੂ ਜੀ, ਮੈਂ ਦਵਾਈ ਤਾਂ ਖਾਂਦੀ ਨਹੀਂ, ਤੁਹਾਨੂੰ ਪਤਾ ਹੀ ਹੈ ਮੈਂ ਜਲ ਪ੍ਰਸ਼ਾਦ ਕਰ ਲੈਂਦੀ ਹਾਂ। ਠੀਕ ਹੈ। ਉਹਦੇ ਬਾਅਦ ਕੀ ਹੋਇਆ, ਮੈਂ ਇੱਕ ਸਤਸੰਗ ਚ ਗਈ, ਇੱਕ ਆਂਟੀ ਮੈਨੂੰ ਕਹਿੰਦੀ ਕਿ ਨਾ ਅਰੇ ਉਹ ਤਾਂ ਮੈਨੂੰ ਦਾਲਚੀਨੀ ਲੈ ਲਿਆ ਕਰ ਥੋੜੀ ਜੀ ਆਪਣੇ ਮੂੰਹ ਦੇ ਅੰਦਰ, ਉਹ ਨਾ ਉਹਨਾਂ ਨਾਲ ਕੈਸਟਰੋਲ ਠੀਕ ਹੋ ਜਾਂਦਾ। ਮੈਂ ਕਿਹਾ ਚਲੋ ਠੀਕ ਹੈ, ਮੈਨੂੰ ਮੈਂ ਖਾਦੀ ਹੋਈ ਹੈ। ਤਾਂ ਮੈਂ ਨਾ ਇੱਕ ਦਿਨ ਸਤਸੰਗ ਗਈ, ਉਹਦੇ 2 ਦਿਨ ਬਾਅਦ ਹੀ ਦੂਸਰੇ ਸਤਸੰਗ ਚ ਗਈ, ਤਾਂ ਉੱਥੇ ਨਾ ਗੁਰੂ ਜੀ ਦੇ ਪ੍ਰਸ਼ਾਦ, ਲੰਗਰ ਪ੍ਰਸ਼ਾਦ ਦੇ ਅੰਦਰ ਪੁਲਾਓ ਬਣਿਆ ਹੋਇਆ ਸੀਗਾ, ਵੈਜੀਟੇਬਲ ਮਿਕਸ ਵੈਜੀਟੇਬਲ। ਸੰਗਤ ਜੀ ਤੁਸੀਂ ਯਕੀਨ ਮੰਨੋਗੇ, ਇੰਨੀ ਵੱਡੀ ਵੱਡੀ ਦੋ ਦਾਲਚੀਨੀ ਪ੍ਰਸ਼ਾਦ ਦੇ ਅੰਦਰ, ਦਾਲਚੀਨੀ ਪ੍ਰਸ਼ਾਦ ਆ ਗਏ। ਤਾਂ ਮੈਨੂੰ ਇੱਕਦਮ ਯਾਦ ਆਇਆ, ਥੈਂਕ ਯੂ ਗੁਰੂ ਜੀ, ਗੁਰੂ ਜੀ ਤੁਸੀਂ ਇੰਨਾ ਪਿਆਰ ਕਰਦੇ ਹੋ ਆਪਣੀ ਸੰਗਤ ਨੂੰ ਕਿ ਤੁਸੀਂ ਮਤਲਬ ਮੈਂ ਚੈੱਕ ਕਰਾਉਣ ਦੇ ਬਾਅਦ ਉਸਨੂੰ ਛੱਡ ਦਿੱਤਾ ਕਿ ਗੁਰੂ ਜੀ ਤੁਸੀਂ ਦੇਖੋ ਕਿ ਮੈਨੂੰ ਨਹੀਂ ਪਤਾ। ਸੰਗਤ ਜੀ ਉਹ ਮੈਨੂੰ ਮਿਲਿਆ, ਮੈਂ ਖਾਦਾ, ਸ਼ੁਕਰਾਨਾ ਕੀਤਾ ਮਹਾਰਾਜ ਦਾ, ਬਹੁਤ ਬਹੁਤ ਸ਼ੁਕਰਾਨਾ ਗੁਰੂ ਜੀ, ਇੰਨਾ ਖਿਆਲ ਰੱਖਦੇ ਹੋ ਤੁਸੀਂ। ਸੰਗਤ ਜੀ ਜਰਨੀ ਜਿਹੜੀ ਹੁੰਦੀ ਨਾ ਸਭ ਦੀ, ਚਾਹੇ ਮੇਰੇ ਅੰਕਲ ਹੋਣ ਜਾਂ ਮੈਂ ਹੋਵਾਂ, ਸਭ ਦੀ ਅਲੱਗ ਹੁੰਦੀ ਹੈ, ਸਭ ਦਾ ਕਨੈਕਸ਼ਨ ਅਲੱਗ ਹੁੰਦਾ ਹੈ, ਸਭ ਦਾ ਕਨੈਕਸ਼ਨ, ਹਰ ਚੀਜ਼ ਦਾ, ਹਰ ਬੰਦੇ ਦਾ ਕਨੈਕਸ਼ਨ ਅਲੱਗ-ਅਲੱਗ ਹੁੰਦਾ ਹੈ ਸੰਗਤ ਜੀ। ਤਾਂ ਮਹਾਰਾਜ ਨੇ ਜਦੋਂ ਸਾਨੂੰ ਜੋੜਿਆ, ਉਹਦੇ ਬਾਅਦ ਸੰਗਤ ਜੀ ਇੱਕ ਲਾਸਟ ਸਤਸੰਗ ਹੈ ਮੇਰਾ, ਬਹੁਤ ਵੱਡਾ ਸਤਸੰਗ ਹੈ। ਸ਼ੁਕਰਾਨਾ 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 ਮਾਲਿਕ ਦਾ, ਬਿਨ ਬੋਲਿਆ ਸਭ ਕੁਝ ਜਾਣਦਾ, ਜੋ ਜੋ ਤੇਰਾ ਹੁਕਮ ਹੈ ਸੋ ਸੋ ਹੋ। ਤਾਂ ਗੁਰੂ ਜੀ ਨੇ ਮੇਰੇ ਘਰ ਮਤਲਬ ਕੀ ਹੋਇਆ ਸੰਗਤ ਜੀ, ਇੱਕ ਦਿਨ ਮੈਂ ਏਦਾਂ ਹੀ ਲੇਟੀ ਹੋਈ ਸੀ, ਇਹੀ ਈਅਰ ਮਤਲਬ ਇਸੀ ਮੈਂ ਈਅਰ ਦੀ ਗੱਲ ਕਰਦੀ ਪਈ ਹਾਂ, 13th of April। ਸੰਗਤ ਜੀ ਬਹੁਤ ਅੱਛਾ ਸਤਸੰਗ ਹੈ। ਕੀ ਹੋਇਆ, ਸੌਰੀ ਇੱਕ ਤੋਂ ਪਹਿਲਾਂ ਮੈਂ ਇੱਕ ਹੋਰ ਸਤਸੰਗ ਸੁਣਾਉਂਦੀ ਹਾਂ। ਜਨਵਰੀ 13 ਨੂੰ ਆਪਣੇ ਉਹ ਹੁੰਦੀ ਹੈ ਨਾ, ਲੋਹੜੀ ਹੁੰਦੀ ਹੈ, ਤਾਂ ਮੈਂ ਜਾ ਨਹੀਂ ਪਾਈ, ਮੈਂ ਮਹਾਰਾਜ ਕੋਲ ਜਾ ਨਹੀਂ ਪਾਈ। ਮੇਰੇ ਅੰਕਲ ਡਾਇਰੈਕਟ ਆਫਿਸ ਤੋਂ ਹੋ ਕੇ ਮੱਥਾ ਟੇਕ ਕੇ ਆ ਗਏ। ਸੰਗਤ ਜੀ ਮੈਂ ਗੁਰੂ ਜੀ ਨੂੰ ਕਿਹਾ, ਗੁਰੂ ਜੀ ਤੁਸੀਂ ਮੈਨੂੰ ਬੁਲਾਇਆ ਨਹੀਂ, ਤੁਸੀਂ ਨਾ ਫੰਕਸ਼ਨ 'ਚ ਮੈਨੂੰ ਛੱਡ ਦਿੰਦੇ ਹੋ। ਸੰਗਤ ਜੀ ਤੁਸੀਂ ਬਿਲੀਵ ਨਹੀਂ ਕਰੋਗੇ ਕਿ ਮੈਂ ਉਹਦੇ ਬਾਅਦ ਜਿਹੜਾ ਮੰਡੇ ਪਿਆ, ਮੈਂ ਗਈ, ਮੇਰੇ ਅੰਦਰ ਆ, ਗੁਰੂ ਜੀ ਨੇ ਸ਼ੁਕਰਾਨਾ ਕੀਤਾ, ਗੁਰੂ ਜੀ ਕੋਈ ਗੱਲ ਨਹੀਂ, ਅੱਜ ਆ ਗਏ, ਮੰਡੇ ਆ ਗਏ, ਕੋਈ ਗੱਲ ਨਹੀਂ। ਗੁਰੂ ਜੀ ਮੈਂ ਜਿੱਦਾਂ ਹੀ ਨਿਕਲਣ ਲੱਗੀ ਸੰਗਤ ਜੀ, ਜਿੱਦਾਂ ਮੈਂ ਗੁਰੂ ਜੀ ਦੇ ਦਰਬਾਰ ਤੇ ਮੱਥਾ ਟੇਕਿਆ, ਮੱਥਾ ਟੇਕਣ ਦੇ ਬਾਅਦ ਜਦੋਂ ਅਸੀਂ ਗੁਰੂ ਜੀ ਦਾ ਅੰਦਰ ਵਾਲਾ ਬੈਡਰੂਮ ਵਾਲਾ ਰੂਮ ਆਂਦਾ ਹੈ ਨਾ, ਉਹਦੇ ਵਿੱਚ ਮੈਂ ਲਾਈਕ ਉਹ ਗੇਟ ਤੋਂ ਦੂਸਰੇ ਗੇਟ ਤੇ ਨਿਕਲ ਹੀ ਰਹੀ ਸੀ, ਉੱਥੇ 10 ਰੁਪੀਜ਼ ਦਾ ਇੱਕ ਨੋਟ ਨਾ ਬਿਲਕੁਲ ਇੱਕਦਮ ਮੁੜਿਆ ਹੋਇਆ ਪਿਆ, ਮੈਂ ਫਟਾਫਟ ਚੱਕ ਲਿਆ, ਮੈਂ ਕਿਸੇ ਨੂੰ ਨਹੀਂ ਦੱਸਿਆ, ਨਾ ਮੈਂ ਇੱਧਰ ਦੇਖਿਆ ਨਾ ਉਧਰ ਦੇਖਿਆ, ਮੈਂ ਆਪਣੇ ਪਾਕਟ 'ਚ ਪਾ ਕੇ ਲੈ ਆਈ। ਤਾਂ ਫਿਰ ਨਾ ਮੈਂ ਗੁਰੂ ਜੀ ਨਾਲ ਆਪਣਾ ਅੰਦਰ ਗੱਲ ਕਰੀ, ਗੁਰੂ ਜੀ ਇਹ ਮੇਰੀ ਬਲੇਸਿੰਗ ਹੈ, ਮੈਂ ਕਿਸੇ ਦੇ ਪੈਸੇ ਤਾਂ ਨਹੀਂ ਲੈ ਲਿਆ, ਕੋਈ ਮੈਨੂੰ ਕਹਿ ਦੇ ਮੇਰੇ ਆ ਤੇਰੇ ਆ, ਮੈਨੂੰ ਦੱਸੋ, ਕੋਈ ਮੈਨੂੰ ਮਤਲਬ ਕੋਈ ਇਸ਼ਾਰਾ ਦੋ। ਸੰਗਤ ਜੀ ਮੈਂ ਗਈ ਹਾਂ, ਔਰ ਜਦੋਂ ਲੰਗਰ ਪ੍ਰਸ਼ਾਦ
दे वो अपना लंगर प्रसाद दे अंदर गई है जिथे मिलदा है ब्रेड पकौड़ा प्रसाद मिलिया मैनू डबल मिले। मैं क्या शुकराना गुरु जी, मैनू तुसी दसता है ब्लेसिंग मेरे लिए ही है। संगत जी चलो मैं कर कुर के घर आई। घर आंदे ही ओदे विच ना मैनू पता नहीं इदां ही फील होया कि मैं ओनू देखा। संगत जी ओ देखा तो ओदे विच नंबर सी 787। मैनू नहीं पता एक तो हुंदा ना वो 786। तो मैं क्या गुरु जी ਤੁਹਾਡਾ नंबर है 787। मैं गुरु जी दी ब्लेसिंग लेके ओनू रख लीती। चलो शुकराना मालिक दा। फिर की होया संगत जी, ਏਦਾਂ ਹੀ ਨਾ ਇੱਕ ਦਿਨ ਕੀ ਹੋਇਆ ਅਸੀਂ ਬੈਠੇ ਹੋਏ ਸੀ ਮੈਂ ਬੈਠੀ ਮੈਂ ਕਿਹਾ ਗੁਰੂ ਜੀ ਮੈਂ ਨਾ ਏਦਾਂ ਹੀ ਸਤਸੰਗ ਦੇਖ ਰਹੀ ਸੀਗੀ ਉਹਦੇ ਵਿੱਚ ਬੜੇ ਸੋਹਣੇ ਸੋਹਣੇ ਦਰਬਾਰ ਲੱਗੇ ਸੀ। ਫਿਰ ਮੈਨੂੰ ਕਿਉਰਿਓਸਿਟੀ ਉੱਠੀ ਮੈਂ ਕਿਹਾ ਗੁਰੂ ਜੀ ਮੈਨੂੰ ਤੁਹਾਡਾ ਸਥਾਨ ਬਣਾਉਣਾ ਹੈ ਮੈਨੂੰ ਨਹੀਂ ਪਤਾ ਮੈਂ ਗੁਰੂ ਜੀ ਦੀ ਸੇਵਾ ਕਰਨੀ ਹੈ। ਸੰਗਤ ਜੀ ਤੁਸੀਂ ਮੰਨੋਗੇ ਨਹੀਂ ਮੈਂ ਹਾਲੇ ਅੰਕਲ ਨੂੰ ਵੀ ਨਹੀਂ ਦੱਸਿਆ। ਮੈਂ ਇੱਕ ਦਿਨ ਸੰਡੇ ਸੀਗਾ 13 ਅਪ੍ਰੈਲ ਦੀ ਪਹਿਲਾਂ ਦੀ ਗੱਲ 13 ਅਪ੍ਰੈਲ ਤੋਂ 2 ਹਫ਼ਤੇ ਪਹਿਲਾਂ ਦੀ ਗੱਲ ਹੈ। ਮੈਂ ਏਦਾਂ ਹੀ ਸੰਡੇ ਪਿਆ ਮੈਂ ਨਾ ਲੇਟੀ ਹੋਈ ਸੀ। ਮੈਂ ਕਿਹਾ ਅੰਕਲ ਨੂੰ ਬੋਲਿਆ ਮੈਂ ਅੰਕਲ ਮੈਂ ਤਾਂ ਦਰਬਾਰ ਲਗਾ ਰਹੀ ਹਾਂ ਅਗਰ ਤੁਸੀਂ ਕਹੋ ਨਾ ਕਹੋ ਹੁਣ ਤੁਹਾਡੇ ਤੋਂ ਬਗੈਰ ਪੁੱਛੇ ਹੀ ਮੈਂ ਮਹਾਰਾਜ ਦੀ ਮੈਂ ਮਹਾਰਾਜ ਨੂੰ ਸਥਾਨ ਦੇ ਦੇਣਾ। ਕਹਿੰਦੇ ਤੂੰ ਤਾਂ ਜ਼ਬਰਦਸਤੀ ਕਰਦੀ ਹੈ ਲੜ ਕੇ ਕੋਈ ਚੰਗਾ ਹੁੰਦਾ ਹੈ ਸਭ ਦੀ ਮਤਲਬ ਸਭ ਦੀ ਸਹਿਮਤੀ ਨਾਲ ਸਾਰੀ ਚੀਜ਼ਾਂ ਕਰੀਦੀਆਂ ਏਦਾਂ ਨਹੀਂ ਕਰੀਦੀਆਂ ਮਹਾਰਾਜ ਏਦਾਂ ਖੁਸ਼ ਥੋੜੀ ਹੁੰਦੇ ਕਿ ਕਿਸੇ ਨੂੰ ਤੂੰ ਨਾਰਾਜ਼ ਕਰਕੇ। ਸੰਗਤ ਜੀ ਮੈਂ ਨਾ ਦਰਬਾਰ ਦੇਖੀ ਜਾਵਾਂ ਰੋਈ ਜਾਵਾਂ ਦਰਬਾਰ ਮੈਨੂੰ ਕਿ ਗੁਰੂ ਜੀ ਮੇਰੇ ਇੰਨੇ ਗੰਦੇ ਕਰਮ ਹੈਗੇ ਕਿ ਮੈਂ ਤੁਹਾਡੀ ਸੇਵਾ ਨਹੀਂ ਕਰ ਸਕਦੀ। ਗੁਰੂ ਜੀ ਮੈਂ ਪੱਕਾ ਤੁਹਾਡੀ ਸੇਵਾ ਉਦਾਂ ਹੀ ਕਰਾਂਗੀ ਜਿੱਦਾਂ ਤੁਸੀਂ ਖੁਸ਼ ਰੱਖੋ ਜਿੱਦਾਂ ਤੁਸੀਂ ਮੰਗੋਗੇ ਕਿੰਨੀ ਵੀ ਤਕਲੀਫ ਚ ਹੋਵਾਂ। ਸੰਗਤ ਜੀ ਮੈਂ ਆਪਣਾ ਸਕਰੋਲ ਕਰਦੀ ਰਹੀ ਦਰਬਾਰ ਦੇਖਦੀ ਰੋਂਦੀ ਰਹੀ। ਅੰਕਲ ਨੂੰ ਪਤਾ ਨਹੀਂ ਕੀ ਹੋਇਆ। ਸੰਗਤ ਜੀ ਮੇਰੇ ਸਪੇਸ ਇਦਾਂ ਦਾ ਨਾ ਜਾਂ ਅਸੀਂ ਨਾ ਥੋੜੇ ਦਿਨ ਪਹਿਲਾਂ ਹੀ ਸੋਫਾ ਆਪਣਾ ਥੋੜਾ ਜਿਹਾ ਰਿਪੇਅਰ ਕਰਵਾਇਆ ਸੀ ਤਾਂ ਨਾ ਅਸੀਂ ਫੋਨ ਕੀਤਾ ਉਸੇ ਬੰਦੇ ਨੂੰ ਜਿਸ ਕੋਲੋਂ ਅਸੀਂ ਸੋਫਾ ਲਿੱਤਾ ਸੀ। ਸੰਗਤ ਜੀ ਤੁਸੀਂ ਬਿਲੀਵ ਕਰੋਗੇ ਕਿ ਉਹ ਸੋਫੇ ਨੂੰ ਕੱਟਣ ਵਾਸਤੇ ਅੰਕਲ ਨੇ ਫੋਨ ਕਰ ਦਿੱਤਾ। ਅੰਕਲ ਨੇ ਫੋਨ ਕੀਤਾ ਉਸਨੂੰ ਕੱਟਣ ਵਾਸਤੇ। ਅੰਕਲ ਜੀ ਤੁਸੀਂ ਸੋਚੋਗੇ ਸੰਗਤ ਜੀ ਤੁਸੀਂ ਸੋਚੋਗੇ ਉਸ ਅੰਕਲ ਨੇ ਫੋਨ ਕੀਤਾ ਕਿ ਕਹਿੰਦਾ ਹਾਂ ਕੱਟ ਦੂੰਗਾ। ਚਲੋ ਗੱਲ ਨਾ ਇੱਕ ਪੋਜ਼ਿਟਿਵ ਵਿੱਚ ਗੱਲ ਹੋਈ ਔਰ ਮੈਂ ਭੁੱਲ ਗਈ। ਪੋਜ਼ਿਟਿਵ ਜਦੋਂ ਗੱਲ ਹੋ ਜਾਂਦੀ ਨਾ ਜਦੋਂ ਕਿ ਹਾਂ ਮੇਰੀ ਗੱਲ ਮੰਨੀ ਗਈ ਹੈ ਤਾਂ ਇੱਕ ਇਨਸਾਨ ਨਾ ਉਹਨੂੰ ਥੋੜਾ ਵਕਤ ਦੇਣਾ ਸ਼ੁਰੂ ਕਰ ਦਿੰਦਾ ਕਿ ਚੱਲ ਠੀਕ ਹੈ ਅੰਕਲ ਨੇ ਹਾਂ ਤਾਂ ਕੀਤੀ। ਸੰਗਤ ਜੀ ਤੁਸੀਂ ਬਿਲੀਵ ਨਹੀਂ ਕਰੋਗੇ ਉਹ ਚੀਜ਼ ਨਾ 2 ਦਿਨ ਨਿਕਲੇ ਤੇ ਥਰਸਡੇ ਆ ਗਿਆ। ਸੰਗਤ ਜੀ ਮੇਰੇ ਅੰਦਰ ਆਇਆ ਕਿ ਅੰਕਲ ਨੇ ਤਾਂ ਮੈਨੂੰ ਕੁਝ ਕੀਤਾ ਨਹੀਂ ਦੱਸਿਆ ਨਹੀਂ। ਉਹਦੇ ਬਾਅਦ ਮੈਂ ਕਿਹਾ ਚੱਲ ਕੋਈ ਬਾਤ नहीं। तो की होया संगत जी वो सोफे वाले दा फोन आ गया लैंडलाइन पे। मेरे लैंडलाइन पे फोन आया कहता आंटी मैडम आपका ना ऐसे ऐसे मैंने सोफा का जो करवाना है आप करवा लो नहीं तो मैं चला जाऊंगा मुझे जाना है शादी पे। संगत जी मैं देखो ਇਹ ਗੁਰੂ ਜੀ ਦੀ ਪਲਾਨਿੰਗ ਸੀ ਮੇਰਾ ਕੁਝ ਨਹੀਂ ਯਾਰ ਤੁਹਾਡਾ ਕੁਝ ਨਹੀਂ ਕਿਸੇ ਦਾ ਕੁਝ ਨਹੀਂ ਹੁੰਦਾ ਇਹ ਗੁਰੂ ਜੀ ਦੀ ਪਲਾਨਿੰਗ ਹੁੰਦੀ ਹੈ ਹਰ ਚੀਜ਼ 'ਚ ਗੁਰੂ ਜੀ ਦੀ ਪਲਾਨਿੰਗ ਹੁੰਦੀ ਹੈ। ਤਾਂ ਕੀ ਹੋਇਆ ਸੰਗਤ ਜੀ ਤੇ ਉਹ ਫੋਨ ਆਇਆ ਮੇਰੇ ਅੰਕਲ ਨੂੰ ਮੈਂ ਫੋਨ ਕੀਤਾ ਅੰਕਲ ਨੂੰ ਮੈਂ ਕਿਹਾ ਅੰਕਲ ਉਹ ਸੋਫੇ ਵਾਲਾ ਕਹਿੰਦੇ ਅੱਛਾ ਕਹਿੰਦੇ ਯਾਰ ਇਹ ਤਾਂ ਬੜਾ ਮਤਲਬ ਆਪਣੇ ਅੰਦਰ ਉਹ ਸੋਚਣ ਲੱਗ ਗਏ ਕਿ ਅਰੇ ਮੈਂ ਤਾਂ ਏਦਾਂ ਹੀ ਬੋਲਿਆ ਸੀ। ਸੰਗਤ ਜੀ ਤੁਸੀਂ ਬਿਲੀਵ ਨਹੀਂ ਕਰੋਗੇ ਕਮਿੰਗ मतलब एक संडे निकला सेकंड संडे आया सेकंड संडे गुरु जी ने वो सोफा भी कटवाता सब कुछ नहीं सोफा कटवाया नहीं। फिर ਉਹਦੇ ਬਾਅਦ ਕੀ ਹੋਇਆ ਉਹ ਸੋਫਾ ਕੱਟਣ ਦਾ ਉਹਨੇ ਕਿਹਾ ਸੰਡੇ ਆਉਂਗਾ ਸੰਡੇ ਆ ਜਾਊਂਗਾ ਕਹਿੰਦੇ ਠੀਕ ਆ। ਸੰਗਤ ਜੀ ਤੁਸੀਂ ਥਰਸਡੇ से सैटरडे ਅੰਕਲ ਮੇਰੇ ਸਵੇਰੇ ਨਾਸ਼ਤਾ ਕਰ ਰਹੇ ਸੀਗੇ ਮੇਰੇ ਮਨ ਚ ਆਇਆ ਕਿ ਸੋਫਾ ਕੱਟ ਜਾਏਗਾ ਨਾ 13 ਅਪ੍ਰੈਲ ਨੂੰ ਲਗਾਉਂਗੀ ਗੁਰੂ ਜੀ ਦਾ ਬਲੈਸਡ ਡੇ ਹੈਗਾ 13 ਅਪ੍ਰੈਲ ਨੂੰ ਗੱਦੀ ਲਗਾਉਂਗੀ। ਸੰਗਤ ਜੀ ਉਹ ਕੀ ਹੋਇਆ ਅੰਕਲ ਸਵੇਰੇ ਨਾ ਨਾਸ਼ਤਾ ਕਰਨ ਲੱਗੇ ਆਫਿਸ ਜਾਣ ਲੱਗੇ ਤੇ ਬੋਲਦੇ ਆ ਗੁਰਪ੍ਰੀਤ ਆਪਾਂ 13 ਤਰੀਕ ਨੂੰ ਗੱਦੀ ਲਗਾਵਾਂਗੇ। ਮੈਂ ਕਿਹਾ ਮੈਂ ਇੱਕਦਮ ਅੰਦਰੋਂ ਤਾਂ ਬੜਾ ਖੁਸ਼ ਮੈਂ ਕਿਹਾ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਤੁਸੀਂ ਬੜੀ ਛੋਟੀ ਛੋਟੀ ਗੱਲਾਂ ਨੂੰ ਉਹ ਕਰ ਲੈਂਦੇ ਹੋ ਕਿੱਦਾਂ ਜਾਣ ਲੈਂਦੇ ਹੋ ਤਾਂ ਏਦਾਂ ਗੱਲ ਹੋਈ ਔਰ ਨਾ 13 ਅਪ੍ਰੈਲ ਮੈਂ ਕਿਹਾ ਹਾਂ ਠੀਕ ਹੈ ਮੈਂ ਏਦਾਂ ਬੋਲ ਕੇ ਅੰਦਰ ਜਾ ਕੇ ਜੋ ਨੱਚੀ ਆ ਮੈਂ ਕਿਹਾ ਸ਼ੁਕਰਾਨਾ ਮਹਾਰਾਜ ਦਾ ਕੀ ਹੋਇਆ ਆਪਣੀ ਉਹੀ ਪਲਾਨਿੰਗ ਆਈ ਮਹਾਰਾਜ ਮੇਰੀ ਕਿਰਪਾ ਕਰਕੇ मतलब बहुत शुकराना गुरु जी ਦਾ ਮਹਾਰਾਜ ਦੀ ਕਿਰਪਾ ਨਾਲ ਮਹਾਰਾਜ ਦਾ ਸਥਾਨ ਬਣਿਆ ਮਹਾਰਾਜ ਦਾ ਕਹਿੰਦੇ ਨਾ ਇੱਕ ਤਾਂ मतलब ਗੁਰੂ ਜੀ ਕਿੱਦਾਂ ਆਏ ਕਿਸ ਤਰ੍ਹਾਂ ਆਏ ਬਸ ਉਹ ਗੁਰੂ ਜੀ ਦੀ ਪਲਾਨਿੰਗ ਸੀ। ਫਿਰ ਗੁਰੂ ਜੀ ਦਾ ਮੈਂ ਦਰਬਾਰ ਲਗਾਇਆ ਸਤਸੰਗ ਹੋਇਆ। ਮੈਂ ਹਰ ਸੈਟਰਡੇ ਹੁਣ ਗੁਰੂ ਜੀ ਦਾ ਫੈਮਿਲੀ ਸਤਸੰਗ ਕਰਦੇ ਹਾਂ ਕਿਉਂਕਿ ਸਭ ਅਸੀਂ ਤਾਂ ਟਾਈਮ ਦੇ ਦਿੰਦੇ ਗੁਰੂ ਜੀ ਨੂੰ ਪਰ ਫੈਮਿਲੀ ਨਹੀਂ ਦੇ ਪਾਉਂਦੀ ਤਾਂ ਸੈਟਰਡੇ ਹਰ ਸੈਟਰਡੇ ਆਪਣੇ ਘਰ ਸਤਸੰਗ ਕਰਦੇ ਹਾਂ। ਤਾਂ ਬਾਕੀ ਦੇਖੋ ਇਹ ਜਿਹੜਾ ਸਤਸੰਗ ਸ਼ੇਅਰ ਕਰਨ ਦਾ ਟਾਈਮ ਸੀ ਉਹ ਵੀ ਗੁਰੂ ਜੀ ਦੀ ਪਲਾਨਿੰਗ ਸੀ। ਦੇਖੋ ਇੰਨੀ ਵਾਰ ਮੈਨੂੰ ਆਂਟੀ ਨੇ ਬੋਲਿਆ ਅੱਜ ਨਹੀਂ ਕੱਲ ਨਹੀਂ ਮੈਂ ਕਰਦੀ ਰਹੀ ਟਾਲਦੀ ਰਹੀ ਗੁਰੂ ਜੀ ਨੇ ਟਾਲਣਾ ਸੀਗਾ। ਤਾਂ ਮੈਂ ਦੇਖੋ ਔਰ ਇੱਕ ਵਾਰ ਮੈਂ ਜੁਆਇਨ ਵੀ ਕੀਤਾ ਮੇਰੇ ਕੋਲ ਨਹੀਂ ਹੋ ਪਾਇਆ ਤਾਂ ਸੰਗਤ ਜੀ ਦੇਖੋ ਮੇਰੇ ਬਰਥਡੇ ਦੇ ਅਗਲੇ ਦਿਨ ਗੁਰੂ ਜੀ ਨੇ ਗਿਫਟ ਦੇਣਾ ਸੀ। ਪਤਾ ਕੀ ਹੋਇਆ ਇੱਕ ਆਂਟੀ ਨੇ ਮੈਨੂੰ ਕੱਲ ਦੱਸਿਆ ਅੱਜ ਸਵੇਰੇ ਦੱਸਿਆ ਯਾਰ ਮੈਂ ਪਤਾ ਮੈਂ ਆਪਣੇ ਬਰਥਡੇ ਤੇ ਸਤਸੰਗ ਉਹਨਾਂ ਦਾ ਵੀ ਬਰਥਡੇ ਸੇਮ ਡੇ ਆਂਦਾ ਸੀ ਉਹਨਾਂ ਨੇ ਮੈਨੂੰ ਬੋਲਿਆ ਕਿ ਯਾਰ ਮੈਂ ਏਦਾਂ ਨਾ ਗੁਰੂ ਜੀ ਦਾ 1 ਘੰਟੇ ਦਾ ਸਤਸੰਗ ਕੀਤਾ ਮੈਂ ਦਰਬਾਰ ਲਗਾਇਆ
और मेरे अंदर होया हाँ गुरु जी, मैं दरबार भी बुला लिया, ਤੁਸੀਂ ਇੱਕ सत्संग ਚ ਵੀ ਭੇਜਤਾ, लेकिन मेरे अंदर ਇਹ ਚੀਜ਼ ਕਿਉਂ ਨਹੀਂ ਆਈ ਕਿ ਮੈਂ ਵੀ ਆਪਣੇ ਘਰ ਚ ਤੁਹਾਡੇ ਨਾਮ ਦਾ ਆਪਣੇ ਬਰਥਡੇ ਵਾਲੇ ਦਿਨ सत्संग ਕਰਦੀ। ਹਾਂ ਮੈਂ ਮਤਲਬ ਤੁਸੀਂ ਇਹ ਦੇਖੋ ਕਿ ਜਿੱਥੇ ਸਾਡੀ ਸੋਚ ਸ਼ੁਰੂ ਖਤਮ ਹੁੰਦੀ ਹੈ ਉੱਥੇ ਗੁਰੂ ਜੀ ਦੀ ਸੋਚ ਸ਼ੁਰੂ ਹੁੰਦੀ ਹੈ। ਤੇ ਮੈਂ ਏਦਾਂ ਬੋਲ ਕੇ ਹਟੀ ਆ, ਏਦਾਂ ਹੀ ਬੋਲਿਆ। ਉਹਦੇ ਬਾਅਦ ਮੈਨੂੰ ਨਾ ਗੁਰੂ ਜੀ ਨੇ ਇੱਕਦਮ ਮਨ ਚ ਪਾਇਆ ਤੇ ਤੇਰਾ ਇੰਨਾ ਵੱਡਾ ਸਤਸੰਗ ਸ਼ੇਅਰ ਕਰਨ ਵਾਸਤੇ ਤੈਨੂੰ ਬਲੇਸਿੰਗ ਦਿੱਤੀ ਉਹ ਘੱਟ ਹੈ। ਤਾਂ ਮੈਨੂੰ ਇੰਨੀ ਖੁਸ਼ੀ ਹੋਈ, ਹਾਂ ਯਾਰ 19 ਦਾ ਤਾਂ ਮੇਰਾ ਸਤਸੰਗ ਸ਼ੇਅਰ ਕਰਨਾ ਗੁਰੂ ਜੀ ਨੇ ਉਹ ਪਲਾਨਿੰਗ ਦੱਸੀ। ਦੇਖੀ ਤੁਸੀਂ ਦੇਖੋ ਕਿੱਦਾਂ ਬਲੈਸ ਕਰਦੇ ਗੁਰੂ ਜੀ, ਹਰ ਚੀਜ਼ ਨੂੰ ਬਲੈਸ ਕਰਦੇ ਆ। ਮਤਲਬ ਉਹ ਤੁਸੀਂ ਕਹਿੰਦੇ ਨਾ ਇਹ ਆਪਣਾ ਦਿਮਾਗ ਲਗਾਉਣਾ ਬੰਦ ਕਰ ਦੋ। ਗੁਰੂ ਜੀ ਨੇ ਜੋ ਜੋ ਚੀਜ਼ਾਂ ਗੁਰੂ ਜੀ ਨੇ ਦੱਸੀਆਂ ਕਿ ਆਪਣਾ ਮੰਦਿਰ ਦੇ ਬਾਹਰ ਆਪਣੇ ਚੱਪਲਾਂ ਲਾ ਕੇ ਆਇਆ ਕਰੋ, ਆਪਣਾ ਦਿਮਾਗ ਉੱਥੇ ਹੀ ਛੱਡ ਕੇ ਆਇਆ ਕਰੋ, ਵਾਕਈ ਇਹ ਗੱਲ ਹੈ। ਇਹ ਗੱਲਾਂ ਨੂੰ ਤੁਸੀਂ ਕਦੀ ਵੀ ਗਲਤ ਨਹੀਂ ਕਰ ਪਾਓਗੇ। ਅਗਰ ਉਹ ਗੁਰੂ ਜੀ ਨਾਲ ਕਨੈਕਟਡ ਹੈਗਾ ਤੇ ਇਹ ਗੱਲਾਂ ਉਹਨਾਂ ਨੂੰ ਬਹੁਤ ਸਮਝ ਆਉਂਦੀਆਂ। ਹਰ ਸਤਸੰਗ ਚ ਹਰ ਦਿਨ ਹਰ ਉਹ ਚੀਜ਼ ਗੁਰੂ ਜੀ ਨੇ ਮੈਨੂੰ ਸਿਖਾਈ ਹੈ ਜੋ ਮੈਨੂੰ ਕਦੀ ਮੈਂ ਸੋਚ ਨਹੀਂ ਸਕਦੀ ਸੀ। ਗੁਰੂ ਜੀ ਨੇ ਬਹੁਤ ਨੀਵਾਂ ਕੀਤਾ ਹੈ, ਔਰ ਜਦੋਂ ਸਾਨੂੰ ਬਲੇਸਿੰਗ ਮਿਲੇ ਨਾ ਹੋਰ ਨੀਵੇਂ ਹੋ ਜਾਓ, ਨੀਵਿਆਂ ਨੂੰ ਹੀ ਫਲ ਲੱਗਦੇ ਆ। ਔਰ ਮਹਾਰਾਜ ਦੀ ਉਸਤਤ ਵਾਸਤੇ ਤਾਂ ਆਪਾਂ ਨੂੰ ਕਦੀ ਅਸੀਂ ਉਸ ਚੀਜ਼ ਨੂੰ ਛੱਡ ਸਕਦੇ ਹਾਂ, ਕਦੀ ਨਹੀਂ ਛੱਡ ਸਕਦੇ। ਮਹਾਰਾਜ ਇੰਨਾ ਪਿਆਰ ਕਰਦੇ ਆ, ਮਹਾਰਾਜ ਇੱਕਦਮ ਸਾਡੇ ਫਾਦਰ ਵਾਂਗ, ਜਿਹਨੂੰ ਕਹਿੰਦੇ ਨਾ ਫਾਦਰ, ਉਹ ਫਾਦਰ ਵਾਂਗ ਸਾਨੂੰ ਇੱਕਦਮ ਟੀਚ ਕਰਦੇ ਹਰ ਚੀਜ਼ ਹਰ ਉਹ ਕਹਿੰਦੇ ਨਾ ਸਤਿਗੁਰੂ ਹੋਏ ਦਇਆਲ ਤਾਂ ਦੁੱਖ ਮਤਲਬ ਸ਼ਰਧਾ ਪੂਰੀ ਹੈ। तो मतलब ਇਹ ਚੀਜ਼ਾਂ ਇਹ ਜਿਹੜੀ ਬਾਣੀ ਹੈ ਨਾ, ਇਹ ਬਾਣੀ ਦੇ ਅੰਦਰ ਜੋ ਵਰਡਸ ਹੈ ਬਹੁਤ ਸਾਰੇ ਆ। ਮਤਲਬ ਇਹ ਬਾਅਦ ਚ ਸੰਗਤ ਜੀ ਜਪਜੀ ਸਾਹਿਬ ਦਾ ਪਾਠ ਹੋਵੇ, ਰਹਿ ਰਾਸ ਹੋਵੇ, ਸੁਖਮਨੀ ਸਾਹਿਬ ਦਾ ਪਾਠ ਹੋਵੇ, ਇਹ ਦੁੱਖ ਪੰਚਮੀ ਦਾ ਪਾਠ ਹੈ। ਮਤਲਬ ਮੈਂ ਨਹੀਂ ਕਹਿੰਦੀ ਹਰ ਸਭ ਦੀ ਕਨੈਕਟੀਵਿਟੀ ਹਰ ਤਰ੍ਹਾਂ ਦੀ ਹੈ। ਕੋਈ ਪਾਠ ਚ ਜੁੜ ਜਾਂਦਾ ਹੈ, ਕੋਈ ਗੁਰੂ ਜੀ ਦੇ ਸ਼ਿਵ ਪੁਰਾਣ ਸੁਣ ਕੇ ਜੁੜ ਜਾਂਦਾ ਹੈ। ਸ਼ਿਵ ਪੁਰਾਣ ਤੋਂ ਯਾਦ ਆ ਗੁਰੂ ਜੀ ਨੇ ਮੈਨੂੰ ਸ਼ਿਵ ਪੁਰਾਣ ਵੀ ਬਲੈਸਡ ਕੀਤੀ ਸੀਗੀ। ਉਹ ਵੀ ਮੇਰੇ ਬਰਥਡੇ ਤੇ ਸ਼ਾਇਦ ਦਿੱਤੀ ਸੀ, ਆਂਟੀ ਨੇ ਸਤਸੰਗ ਸੇ ਦਿੱਤੀ ਸੀਗੀ। ਮੈਨੂੰ ਬੜਾ ਸ਼ੌਂਕ ਸੀਗਾ ਗੁਰੂ ਜੀ ਦਾ, ਉਹਦਾ ਵੀ ਸ਼ੁਕਰਾਨਾ। ਔਰ ਇੱਕ ਹੋਰ ਸੁਣਾਨੀ ਹੈ, ਛੋਟਾ ਜਿਹਾ ਸਤਸੰਗ ਹੈ ਹੋਰ। ਤੇ ਕੀ ਹੋਇਆ ਕਿ ਮੈਨੂੰ ਨਾ ਇੱਕ ਦਿਨ ਨਾ ਸ਼ਿਵਰਾਤਰੀ, ਉਹ ਵੀ ਲਾਸਟ ਸ਼ਿਵਰਾਤਰੀ ਸੀਗੀ ਐਕਚੁਅਲੀ। ਮੈਂ ਨਾ ਬਹੁਤ ਜ਼ਿਆਦਾ ਗੁਰੂ ਜੀ ਵਾਸਤੇ ਬਹੁਤ ਜ਼ਿਆਦਾ ਮਤਲਬ ਮੈਂ ਸਭ ਚੀਜ਼ਾਂ ਮੰਗ ਲੈਂਦੀ ਹूँ, मैं कभी शर्म नहीं करती। कहते हैं मंगना नहीं चाहिए, लेकिन पता नहीं ਮੈਂ ਕੀ ਹੋਇਆ, ਮੈਂ ਨਾ ਸਭ ਨੂੰ ਬੋਲਾ ਮੈਨੂੰ ਸ਼ੰਖ ਚਾਹੀਦਾ, ਮੈਨੂੰ ਸ਼ੰਖ ਚਾਹੀਦਾ, ਮੈਨੂੰ ਸ਼ੰਖ ਚਾਹੀਦਾ। ਤੇ ਕੀ ਹੋਇਆ ਸੰਗਤ ਜੀ, ਲਾਸਟ ਸ਼ਿਵਰਾਤਰੀ ਮਹਾਸ਼ਿਵਰਾਤਰੀ ਦਾ ਦਿਨ ਸੀਗਾ। ਮੈਂ ਏਦਾਂ ਸਭ ਨੂੰ ਬੋਲਿਆ ਤਾਂ 2 ਦਿਨ ਪਹਿਲਾਂ ਹੀ ਮੇਰੇ ਆਂਟੀ ਇੱਕ ਕੰਮ ਮੇਰੇ ਇੱਥੇ ਕੰਮ ਕਰਨ ਆਉਂਦੇ ਆ ਆਂਟੀ। ਉਹ ਕੁੜੀ ਉਹਨੂੰ ਕੁੜੀ ਨੂੰ ਕਿਹਾ, ਉਹਦੀ ਨਾ ਕਹਿੰਦੀ ਦੀਦੀ ਮੈਂ ਨਾ ਕੱਲ ਨਹੀਂ ਆਵਾਂਗੀ ਕੰਮ ਕਰਨ, ਮੇਰੇ ਨਾ ਅੰਕਲ ਨਾ ਉਹ ਹਸਬੈਂਡ ਨਾ ਉੱਥੇ ਜਾ ਰਿਹਾ ਕਾਵੜੀਆ ਲੈ ਕੇ। ਮੈਂ ਕਿਹਾ ਅੱਛਾ ਹਰਿद्वार। ਮੈਂ ਕਿਹਾ ਇੱਕ ਕੰਮ ਕਰ ਯਾਰ, ਆਪਣੇ ਹਸਬੈਂਡ ਨੂੰ ਬੋਲੀ ਕਿ ਮੇਰੇ ਲਈ ਇੱਕ ਸ਼ੰਖ ਲਿਆਗਾ। ਉਹ ਕਹਿੰਦੀ ਹਾਂ ਠੀਕ ਹੈ ਮੈਂ ਬੋਲ ਦੂੰਗੀ। ਸੰਗਤ ਜੀ ਉਦੋਂ ਕਰੋਨਾ ਦਾ ਚੱਲ ਰਿਹਾ ਸੀ ਤਾਂ ਇੰਨੀਆਂ ਦੁਕਾਨਾਂ ਇਹਨਾਂ ਨਹੀਂ। ਸੰਗਤ ਜੀ ਤੁਸੀਂ ਦੇਖੋ ਗੁਰੂ ਜੀ ਨੇ ਇਹ ਵੀ ਬਲੇਸਿੰਗ, ਕਿੰਨੀ ਅੱਛੀ ਬਲੇਸਿੰਗ ਦਿੱਤੀ। ਤੁਸੀਂ ਸੁਣੋਗੇ ਤੇ ਹੈਰਾਨ ਰਹਿ ਜਾਓਗੇ ਕੀ ਹੋਇਆ ਕਿ ਸੰਗਤ ਜੀ ਉਹ ਅੰਕਲ ਨਾ ਆਪਣਾ ਉਹ ਲੈਣ ਕਾਵੜੀਆ ਲੈਣ ਕੇ ਚਲੇ ਜਾਂਦੇ, ਜਿੱਦਾਂ ਕਹਿੰਦੇ ਨਾ ਹਰਿद्वार ਪਹੁੰਚਦੇ ਤਾਂ ਉਹ ਬਿਲਕੁਲ ਡੁਬਕੀ ਮਾਰਦੇ, ਫਿਰ ਉਹਦੇ ਬਾਅਦ ਜਲ ਲੈ ਕੇ ਆਉਂਦੇ। ਤਾਂ ਸੰਗਤ ਜੀ ਉਹ ਨਾ ਗਏ, ਉਸ ਦਿਨ ਮਹਾਸ਼ਿਵਰਾਤਰੀ ਸੀਗੀ, ਅਸੀਂ ਰੁद्र ਅਭਿਸ਼ੇਕ ਕਰ ਸੀ, ਕਿਸੇ ਦੇ ਘਰ ਸਤਸੰਗ ਸੀਗਾ ਤਾਂ ਅਸੀਂ ਰੁद्र ਅਭਿਸ਼ੇਕ ਕਰ ਸੀ। ਤਾਂ ਉੱਥੇ ਆਂਟੀ ਕੋਲ ਨਾ 2-2 ਸ਼ੰਖ ਪਏ ਹੋਏ ਸੀ। ਮੈਂ ਕਿਹਾ ਹਾਏ ਗੁਰੂ ਜੀ ਕੁਛ ਇਦਾਂ ਦਾ ਕਰ ਦੋ ਕਿ ਇੱਕ ਸ਼ੰਖ ਮੈਨੂੰ ਮਿਲ ਜਾਏ। ਦੇਖੋ ਮਤਲਬ ਦਿਮਾਗ ਦੇਖੋ ਸਾਡਾ ਬਚਕਾਨਾ ਵਾਲਾ। ਤੇ ਕੀ ਹੋਇਆ ਸੰਗਤ ਜੀ ਉੱਥੇ ਨਾ ਮੈਂ ਕਰਕੇ ਰੁद्र ਅਭਿਸ਼ੇਕ ਆ ਗਈ, ਉਸ ਅੰਕਲ ਨੇ ਉੱਥੇ ਡੁਬਕੀ ਲਗਾਈ ਹੋਣੀ ਆ। ਸੰਗਤ ਜੀ ਧਿਆਨ ਨਾਲ ਸੁਣਨਾ, ਤੋਂ ਉਹਦੇ ਹੱਥ ਵਿੱਚ ਨਾ ਕੋਈ ਚੀਜ਼ ਆ ਗਈ। ਉਹਨੇ ਨਾ ਦੇਖਿਆ, ਹੁਣ ਸਮੁੰਦਰ ਦੇ ਅੰਦਰ ਡੀਪਲੀ ਗਿਆ ਤੇ ਹੱਥ ਚੀਜ਼ ਆਈ, ਇੱਕਦਮ ਨਹੀਂ ਦੇਖੀ ਹੋਏਗੀ, ਉੱਪਰ ਆਇਆ ਤੇ ਦੇਖਿਆ ਇੰਨਾ ਸੋਹਣਾ ਸ਼ੰਖ। ਸੰਗਤ ਜੀ ਉਹ ਸ਼ੰਖ ਮਹਾਰਾਜ ਨੇ ਮੈਨੂੰ ਬਲੇਸਿੰਗ ਦਿੱਤੀ। ਉਹ ਆਂਟੀ ਆਈ ਮੇਰੇ ਘਰ, ਉਹ ਨੈਕਸਟ ਡੇ ਕੁੜੀ ਆਈ, ਕਹਿੰਦੀ आंटी ਤੁਹਾਡੇ ਲਈ मैं दीदी आपके लिए ना मैं इतनी सुंदर बड़ी अच्छी सी चीज मिली है। तो ये गुरु जी की गुरु इच्छा थी, जिसकी उसमें होगा। गुरु जी ने मुझे ये चीज आपके लिए दी है। मैं कहा अच्छा क्या है, उसने बताया नहीं। घर आई संगत जी, ਉਹਨੇ ਜਿੱਦਾਂ ਹੀ ਦਿਖਾਇਆ ਸ਼ੰਖ ਉਹਦੇ ਹੱਥ ਚ, ਮਤਲਬ ਉਹਨਾਂ ਨੇ ਜੋ ਡੁਬਕੀ ਲਗਾਈ ਉਹਨਾਂ ਦੇ ਹੱਥ ਦੇ ਅੰਦਰ ਉਹ ਸ਼ੰਖ ਆ ਗਿਆ। ਉਹ ਸਾਰੇ ਕਹਿੰਦੇ ਮੈਨੂੰ ਦੇ ਦੇ ਮੈਨੂੰ ਦੇ ਦੇ। ਤਾਂ ਅੰਕਲ ਬੋਲੇ ਨਹੀਂ ਨਹੀਂ ਇਹ ਜਿਸ ਦੇ ਵਾਸਤੇ ਜਿੰਨੇ ਮੰਗਿਆ ਸੀ ਨਾ ਉਹਦੇ ਵਾਸਤੇ ਨਿਕਲਿਆ। ਸੰਗਤ ਜੀ ਉਹ ਇੰਨਾ ਸੋਹਣਾ ਸ਼ੰਖ ਹੈ, ਇੰਨਾ ਪਿਆਰਾ ਸ਼ੰਖ ਹੈ ਗੁਰੂ ਜੀ ਨੇ ਮੈਨੂੰ ਜੋ ਬਖਸ਼ਿਆ ਹੈ। ਮੈਂ ਉਹ ਮਤਲਬ ਉਹ ਸ਼ੁਕਰਾਨਾ ਕਰ ਸਕਦੀ, ਇੰਨਾ ਸੋਹਣਾ ਸ਼ੰਖ। अगर तो आज खा लेगी इनको भी तो एक खिला दो।
उनको भी यही ਉਹਦੇ खिलाते हैं। ਬਾਅਦ ਸੰਗਤ ਜੀ ਉਹ ਵੀ ਮੈਨੂੰ ਗਿਫਟ ਗੁਰੂ ਜੀ ਨੇ ਬਹੁਤ ਸੋਹਣਾ ਗਿਫਟ ਦਿੱਤਾ। ਉਹਦੇ ਬਾਅਦ ਸੰਗਤ ਜੀ ਦੇਖੋ ਗੁਰੂ ਜੀ ਦੇ ਨਾਲ ਜੁੜ ਕੇ ਨਾ ਇਹ ਪਰੇਸ਼ਾਨੀਆਂ ਜਿਹੜੀਆਂ ਆਉਂਦੀਆਂ ਨਾ ਅਸੀਂ ਉਹ ਕਦੀ ਵੀ ਬਹੁਤ ਰੇਅਰ ਸ਼ੇਅਰ ਕਰਦੇ ਹਾਂ ਲੋਕਾਂ ਨਾਲ। ਕਿਉਂ? ਕਿਉਂਕਿ ਹੁਣ ਸਾਨੂੰ ਪਤਾ ਹੈ ਕਿ ਸਾਡੇ ਮਹਾਰਾਜ ਸਾਡੇ ਸਿਰ ਤੇ ਹੈ। ਇੱਕ ਮਤਲਬ ਇੱਕ ਪਤਾ ਨਹੀਂ ਅਲੱਗ ਜਿਹਾ ਕਨੈਕਸ਼ਨ ਹੋ ਜਾਂਦਾ ਮਹਾਰਾਜ ਨੇ। ਜਦੋਂ ਸਾਨੂੰ ਪਰੇਸ਼ਾਨੀ ਆਉਂਦੀ ਨਾ ਉਹ ਅਸੀਂ ਮਹਾਰਾਜ ਨੇ ਸ਼ੇਅਰ ਕਰਦੇ ਹਾਂ। बहुत सारी चीजें इदा दी हैं जो महाराज ने ही ऐसे शेयर करते हैं और गुरु जी ने ही सिखाया। और पहला मैं बड़ा जॉली हर चीज बोल देना हर चीज कर देना तो की होया संगत जी हुणी मैं परसों दी गल है इवन फ्राइडे लास्ट फ्राइडे दी गल है एक बड़ा छोटा जिहा सत्संग है। एक उस तो पहला मैं एक फनी जिहा सत्संग सुनानी की होया संगत जी। एक दिन मेरे अंकल कहंदे कि ना अज ना मैं उत्थे बड़े मंदिर जाना तुसी भी आ जाना असीं मेट्रो स्टेशन तो सीधा चलांगे तू मेट्रो च आ जाई छतरपुर मिल जाएंगे। मैं कहा ठीक है। संगत जी 4 बजे मैं निकली आऊंगी मेरे अंकल उधरों निकल गए छतर पहुंच गए मैं आ गई मैं तो छतरपुर ਅਸੀਂ मिले जिदा ही बाइक मैं मतलब बैठी अंकल दे नाल मैं क्या यार गोलगप्पे खाने का मन कर रहा है मतलब लाइक ए थॉट चल रहा है ए थॉट चल रहा है मेरे अंदर यार गोलगप्पे खान एक्चुअली ना देखो मतलब थॉट चल रहा है कि गोलगप्पे खान दा तो अंकल ना एकदम अगे ਵਧੇ ਕਹਿੰਦੇ गुरप्रीत इदा करते थोड़े इतने गोलगप्पे खा के चले जाते। मैं शुक्राना गुरु जी बहुत सो फनी। मैं गुरु जी तुसी इदां दी चीजां भी सुन लेंदे हो। देन ओदे बाद की होया मैं कहा चलो ठीक है भी गल सही होगी शुक्राना होया मंदिर दर्शन करके आगे। तो संगत जी पता कि लास्ट फ्राइडे की होया एक ना मैं सत्संग ते जांदी हां बहुत गुरु जी दी ब्लेसिंग है मतलब सत्संग ने पहला भी बहुत जांदे सी सत्संग महाराज बुलांदे आ की होया सत्संग च गई ना ਤਾਂ ਕੀ ਹੋਇਆ ਜਾਣਾ ਸੀਗਾ ਮੈਂ ਆਪਣਾ ਕੰਮ ਉਸੇ ਹਿਸਾਬ ਨਾਲ ਗੁਰੂ ਜੀ पूरा था। ਉਹਦੇ बाद की होया मेरा उसके बाद क्या हुआ कि वो अपना फ्राइडे जाना सीगा तो मैं अपना काम उस हिसाब ਨਾਲ ਕੀਤਾ। ਸੰਗਤ ਜੀ ਇੱਕ ਨਾ ਮੇਰਾ ਲਾਸਟ ਟਾਈਮ ਮੇਰੇ ਘਰ ਚ ਗੁਰੂ ਜੀ ਦੀ ਮਤਲਬ ਲੱਗਾ ਹੈ ਨਾ ਮਹਾਰਾਜ ਦਾ ਸਥਾਨ ਹੈ ਤਾਂ ਮੈਂ ਇੱਕ ਆਂਟੀ ਕੋਲੋਂ ਨਾ ਬੜਾ ਅੱਛਾ ਚੋਲਾ ਸੀ ਉਹ ਲੈ ਆਈ ਸੀਗੀ। ਮੈਂ ਕਿਹਾ ਆਂਟੀ ਮੈਂ ਤੁਹਾਨੂੰ ਨਾ ਮੈਨੂੰ ਦੇ ਦੋ ਉਹ ਸੇਵਾ ਦਿੰਦੇ ਹੈਗੇ ਤਾਂ ਮੈਂ ਲੈ ਆਈ। ਸੰਗਤ ਜੀ ਉਹ ਆਂਟੀ ਦਾ ਨਾ ਫੋਨ ਆ ਗਿਆ ਕਿ ਗੁਰਪ੍ਰੀਤ ਉਹ ਨਾ ਮੈਨੂੰ ਨਾ ਉਹ ਚਾਹੀਦਾ ਚੋਲਾ। ਮੈਂ ਕਿਹਾ ਦੀਦੀ ਉਹ ਤਾਂ ਮੈਂ ਡਾਇਰੈਕਟਲੀ ਨਹੀਂ ਕਿਹਾ। ਕਹਿੰਦੀ ਗੁਰਪ੍ਰੀਤ ਯਾਰ ਉਹਨਾਂ ਨੂੰ ਕੱਲ ਚਾਹੀਦਾ ਉਹਨਾਂ ਦਾ ਪਹਿਲਾ ਸਤਸੰਗ ਹੈਗਾ ਗੁਰੂ ਜੀ ਦੇ ਉਹਨਾਂ ਦੇ ਘਰ ਬੇਟੀ ਹੋਈ ਉਹਦਾ ਸਤਸੰਗ ਕਰਨਾ ਮੇਰੇ ਅੰਦਰ ਬੜਾ ਲੱਗਾ। ਮੈਂ ਕਿਹਾ ਹਾਏ ਦੀਦੀ ਤੂੰ ਮੈਨੂੰ ਦੇ ਦਿੰਦੀ ਮੈਂ ਡਾਇਰੈਕਟਲੀ ਕਰਾ ਲੈਂਦੀ। ਮੈਂ ਨਾ ਸੰਗਤ ਜੀ ਸਤਸੰਗ ਜਾਣ ਦਾ ਤਾਂ ਭੁੱਲ ਹੀ ਗਈ ਮੇਰੇ ਅੰਦਰ ਫਿਕਰ ਹੋ ਗਈ ਗੁਰੂ ਜੀ ਇਹ ਕੀ ਹੋਇਆ ਏਦਾਂ ਮਤਲਬ ਕਿਸੇ ਨੂੰ ਨਾਰਾਜ਼ ਕਿੱਦਾਂ ਕਰਾਂਗੇ। ਸੰਗਤ ਜੀ ਤੁਸੀਂ ਮੈਂ ਕੀ ਕੀਤਾ ਉਹ ਚੋਲਾ ਕੱਢਿਆ ਤਾਂ ਮੈਂ ਦੇਖਿਆ ਉਸ ਮਤਲਬ हैंड वॉश ਸੀਗਾ ਜ਼ਿਆਦਾ ਹੈਵੀ ਨਹੀਂ ਸੀਗਾ। ਤੇ ਮੈਂ ਦੀਦੀ ਨੂੰ ਨਾ ਬੋਲਿਆ ਇੱਕ ਸੰਗਤ ਜਿਹਦੇ ਸੰਗਤ को लेके ਸੀ ਮੈਂ ਕਿਹਾ ਦੀਦੀ ਇਹ ਤਾਂ हैंड वॉश हो जाएगा मैं कर दूंगी। ਕਹਿੰਦੀ ਪੱਕਾ ਖਰਾਬ ਤਾਂ ਨਹੀਂ ਹੋ ਜਾਏਗਾ। ਮੈਂ ਕਹਿੰਦੀ ਸੰਗਤ ਜੀ ਉਹ ਮੈਂ ਸੇਵਾ ਗੁਰੂ ਜੀ ਸੇਵਾ ਕਿੱਦਾਂ ਲੈਂਦੇ ਤੁਹਾਨੂੰ ਅਰੇ ਬਈ ਮੈਂ ਤੁਹਾਨੂੰ ਦੱਸੂ ਕਿ ਗੁਰੂ ਜੀ ਦਾ ਕੁਛ ਨਹੀਂ ਗੁਰੂ ਜੀ ਬੇਅੰਤ ਹੈਗੇ। ਗੁਰੂ ਜੀ ਕਿੱਦਾਂ ਬਲੈਸ ਕਰਦੇ ਕਿਹੜੀ ਚੀਜ਼ ਤੋਂ ਬਲੈਸ ਕਰਦੇ ਤੁਸੀਂ ਨਹੀਂ ਜਾਣ ਸਕਦੇ। ਗੁਰੂ ਜੀ ਨੇ ਨਾ ਮੈਂ ਕਿਹਾ ਠੀਕ ਹੈ ਮੈਂ ਫਟਾਫਟ ਗੁਰੂ ਜੀ ਦੀ ਮੈਂ ਏਦਾਂ ਮਤਲਬ ਸਭ ਚੀਜ਼ਾਂ ਅਲੱਗ ਰੱਖੀਆਂ ਹੋਈਆਂ ਤੇ ਗੁਰੂ ਜੀ ਦੇ ਨਾਲ ਮੈਂ ਕੀ ਕੀਤਾ ਕਿ ਗੁਰੂ ਜੀ ਦੀ ਮੈਂ ਜਿਹੜਾ ਚੋਲਾ ਸੀਗਾ ਗੁਰੂ ਜੀ ਦਾ ਧੋਤਾ ਹੱਥ ਨਾਲ ਪੂਰਾ ਕਾਰ ਕੇ ਪ੍ਰੋਸੀਜਰ ਜਿੰਨਾ ਵੀ ਜੋ ਵੀ ਹੁੰਦਾ ਮੈਂ ਪਾ ਕੇ ਚਲੀ ਗਈ सत्संग तो आई। अगले दिन मैं दीदी ਨੂੰ फोन करता ਤੁਹਾਨੂੰ 10 ਵਜੇ ਸਵੇਰੇ ਮਿਲ ਜਾਏਗਾ ਕਿਉਂਕਿ ਉਹਨਾਂ ਦਾ ਸ਼ਾਮ ਨੂੰ ਸਤਸੰਗ ਸੀ। ਸੰਗਤ ਜੀ ਸਵੇਰੇ ਮੇਰੇ ਮੈਂ ਸੋਚਿਆ ਯਾਰ ਹੁਣ ਪ੍ਰੈਸ ਵੀ ਕਰਾਂਗੇ ਇਹਨੂੰ ਇਹ ਤਾਂ ਬਾਹਰੋਂ ਕਰਵਾਉਣਾ ਪਏਗਾ। ਸੰਗਤ ਜੀ ਮੈਂ ਕਿਹਾ ਨਹੀਂ ਚੱਲ ਕਰ ਦਿੰਨੇ ਆ। ਸੰਗਤ ਜੀ 15 ਮਿੰਟ ਦੇ ਅੰਦਰ ਉਹ ਚੋਲਾ ਪ੍ਰੈਸ ਹੋ ਗਿਆ। ਮੈਂ ਉਹਨੂੰ ਪੈਕ ਕਰਕੇ ਸੰਗਤ ਜੀ ਲੈ ਕੇ ਜਾ ਰਹੀ ਸੀ। ਉਹ ਮੇਰੇ ਅੰਦਰ ਦੇਖੋ ਪਾਓ ਇਹ ਪਾਓ ਦੀ ਗੱਲ ਹੁੰਦੀ ਹੈ ਅਸੀਂ ਕੁਛ ਵੀ ਕਰ ਲਈ ਜਦ ਤੱਕ ਸਾਡਾ ਭਾਵ ਸਾਫ਼ ਨਹੀਂ ਹੋਏਗਾ ਨਾ ਤਾਂ ਮਹਾਰਾਜ ਆਪਣੀ ਬਲੇਸਿੰਗਸ ਨਹੀਂ ਦਿਖਾਉਂਦੇ ਨਹੀਂ ਜਵਾਬ ਦਿੰਦੇ। ਜਿੰਨਾ ਮਰਜ਼ੀ ਸਰ ਰਗੜ ਲੋ ਨੱਕ ਰਗੜ ਲੋ ਭਾਵ ਹੈਗਾ ਜਿੱਥੇ ਸਾਫ਼ ਭਾਵ ਹੈਗਾ ਮਹਾਰਾਜ ਵਾਸਤੇ महाराज तुरंत जवाब देंगे की होया। मैं बोलिया कि यार ये चूल्हा गुरु जी मैं कोई गलती तो नहीं करती हाथ ना धोता हाथ नहीं प्रेस किया पता नहीं वो साफ होया मतलब चल जिद्दां ही मैं अपने गुरुद्वारा मेरे घर दे लागे गुरुद्वारा है गुरुद्वारे दे नाल ही पहुंची सी उत्थे ब्लैक कलर दी बटरफ्लाई उस चोले दे पैकेट दे ऊपर आके मतलब लाइक घूम गई। मैं जो गुरु जी आगे गुरु जी शुकराना किया गुरु जी मैं कहा गुरु जी मैं समझ गई। संगत जी मैं ऑटो च बैठी हूं चोला लैके जिद्दां ही जान लगी एक येलो कलर दी बटरफ्लाई मेरे कार दे अंदर ओ सॉरी ऑटो दे अंदर आ गई। मैं क्या शुक्राना गुरु जी मेरा जवाब मैंने तुसी देता। देखो समझन वाला तो एक इशारा समझ जाता जो तो महाराज ना कनेक्ट हुंदा है तो बाकी
ठीक है, सब दी जर्नी सब दे नाल है, पर महाराज ने मैनू बहुत सबर दिता है। महाराज ने सब तो पहला मैनू सबर बख्शिया। मैं कौन हुंदी हां? गुरु जी दी संगत है, बस गुरु जी जिद्दां सानू ब्लैस करदे आ कि गुरु जी ने मैनू पहला सबर बख्शिया, हर चीज समझण दी सोझी बख्शी, हर उस चीज नू बख्शिया जिद्दां पहला मैं गुस्सा कर लेंदी सी, वो चीज बख्शी। गुरु जी ने अपनी ईगो एटीट्यूड तो ग्रैटिट्यूड ते लेके आए। बहुत सारी चीजें गुरु जी ने सिखाइयां। आज गुरु जी दे ਅਸੀਂ सेवादार हैं। मैं हमेशा गुरु जी दी दास बन के रहना चाहती हूँ, क्योंकि गुरु जी ने ही सिखाया है लाइफ नू कितना जीनी है, कितना रखना है। गुरु जी कहते कि मैं हाँ, किते भी कोई कुछ नहीं है। आज भी मैं, कल भी मैं, अगे भी मैं ही रवांगा। ਤਾਂ इसलिए गुरु जी ਨਾਲ जो जुड़ ਜਾਂਦਾ ਉਹਦਾ ਤਾਂ प्यार रस ਉਹਦਾ मजा ही कुछ और है। संगत जी जो भी अगर मैं कुछ गलत किया होवे, महाराज दी उस्तत वास्ते कोई गलत वर्ड निकल जा गया होवे, तो मैनू गुरु जी माफ करना। संगत जी तुसी भी माफ करना। बहुत बहुत प्यारी संगत है। हर हर किसी दे नाल गुरु जी दी जर्नी बहुत प्यारी है। महाराज सब ਨੂੰ ਏਦਾਂ ਹੀ ਪਿਆਰ ਬਖਸ਼ਣ, ਏਦਾਂ ਹੀ ਮਤ ਬਖਸ਼ਣ, ਏਦਾਂ ਹੀ ਹਿੰਮਤ ਬਖਸ਼ਣ ਔਰ ਸਭ ਨੂੰ ਪਿਆਰ ਕਰਨ। ਕਹਿੰਦੇ ਨਾ ਜਦੋਂ ਅਸੀਂ ਅਰਦਾਸ ਕਰਦੇ ਹਾਂ ਤਾਂ ਲਾਸਟ ਵਿੱਚ ਇਹ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਮਹਾਰਾਜ ਹਮੇਸ਼ਾ ਸਭ ਦਾ ਸਰਬ ਦਾ ਭਲਾ ਕਰੋ। ਸਭ ਦੇ ਉੱਤੇ ਮੇਰੇ ਮੈਂ ਕਹਿੰਦੇ ਨਾ ਸਾਡੇ ਹਰ ਕਿਸੇ ਵਾਸਤੇ ਭਲਾ ਕਰੇ ਮਹਾਰਾਜ। ਕੋਈ ਜੁੜਿਆ ਹੋਵੇ ਉਹ ਵੀ, ਜਿਹੜਾ ਨਾ ਜੁੜੇ ਉਹ ਵੀ। ਬਾਕੀ ਮਹਾਰਾਜ ਦੀ ਬਹੁਤ 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 अपार किरपा है। सब ते बख्शन महाराज जी, सब को खुश रखन, सब दे कष्ट कटन। जय गुरु जी, शुक्राना गुरु जी, अनंतम अनंतम शुक्राना। लव यू गुरु जी, थैंक यू गुरु जी।